मेरा मुर्शिद सोना। कुछ तो बदलाव आया तुहाडे अंदर। बदलाव का मतलब ये नहीं कि एक दिन 'ਚ ਹੀ ਤੁਸੀਂ बदल जाना। बदलाव का मतलब ये ਹੁੰਦਾ कि कल ਅਸੀਂ जागे सी नॉर्मल, पर ਅੱਜ ਅਸੀਂ जागे हाँ तो जागदे ही ਅਸੀਂ वो फैसला लिया जो मालका ने सानू कल समझाया सी। फिर पता लगता कि बदलाव आया। बदलाव का मतलब ये नहीं कि कल ਅਸੀਂ गुस्सा नहीं करते थे, ਅੱਜ एक दिन 'ਚ ਹੀ गुस्सा छुट जाना है, ਜਾਂ कल साढ़े 'ਚ ਆਹ कमियां सी तो एक दिन 'ਚ ਹੀ ਸਾਡੀਆਂ कमियां दूर होकर बदलाव आ जाना। बदलाव का मतलब की ਹੁੰਦਾ है शुरुआत। क्योंकि जो एक इंसान सवेरे उठता है वो सवेरे उठ के नॉर्मल लाइफ जींदा है, पर एक उठता है कि जो मालका ने कहा सी ਅਸੀਂ 2 ਮਿੰਟ वो चीज़ ਨੂੰ ਦੇ ਕੇ ਫਿਰ अपने लाइफ की शुरुआत कर देते। ਇਹਦਾ मतलब ਸਾਡੇ ਜੀਵਨ 'ਚ ਇਹ ਬਦਲਾਵ ਆ ਗਿਆ ਕਿ ਪਹਿਲਾਂ ਸਾਡੀ ਜ਼ਿੰਦਗੀ ਕੁਝ ਹੋਰ ਸੀ, ਹੁਣ ਅਸੀਂ ਆਪਣੀ ਜ਼ਿੰਦਗੀ ਮਾਲਕਾਂ ਦੇ ਦੱਸੇ ਹੋਏ ਰਸਤੇ ਦੇ ਮੁਤਾਬਿਕ ਚਲਾਣੀ ਸ਼ੁਰੂ ਕਰ ਦਿੱਤੀ। ਇਹਨੂੰ ਕਹਿੰਦੇ ਬਦਲਾਵ। ਇਸ ਲਈ ਅਗਰ ਇਹ ਚੀਜ਼ਾਂ ਅਸੀਂ ਦੱਸ ਰਹੇ ਹਾਂ ਤਾਂ ਇਸ ਲਈ ਤਾਂ ਕਿ ਤੁਸੀਂ ਜਦੋਂ ਵੀ ਉਠੋ ਤਾਂ ਕੁਛ ਆਪਣੇ ਜੀਵਨ ਦੇ ਵਿੱਚ, ਜਿੱਦਾਂ ਹੁਣ ਬੜੇ ਮਾਲਕਾਂ ਨੇ ਜਦੋਂ ਸਾਨੂੰ 89 ਦੇ ਵਿੱਚ ਯਾਨੀ 99 ਦੇ ਵਿੱਚ ਗੱਦੀ ਤੇ ਬਿਠਾਇਆ ਸੀ ਤਾਂ ਉਸਲੇ ਮਾਲਕਾਂ ਨੇ ਇੱਕ ਵਸੀਅਤਨਾਮਾ ਦਿੱਤਾ ਜਿਹਦੇ 'ਚ 11 ਅਸੂਲ ਸੀ। ਸਾਨੂੰ ਮੂੰਹ ਜਵਾਨੀ ਅਸੂਲ ਅੱਜ ਵੀ ਯਾਦ ਹੈ। ਔਰ ਉਹ ਸਮਾਂ ਸੀ ਜਦੋਂ ਵੀ ਅਸੀਂ ਉੱਠਣਾ ਸਵੇਰੇ ਸਭ ਤੋਂ ਪਹਿਲਾਂ ਮਾਲਕਾਂ ਦੇ ਉਹ 11 ਨਿਯਮ ਪੜ੍ਹਨੇ, ਔਰ ਫਿਰ ਅਸੀਂ ਚੈੱਕ ਕਰਨਾ ਆਪਣੇ ਆਪ ਨੂੰ ਕਿ ਇੱਕ ਇੱਕ ਨਿਯਮ ਤੇ ਅਸੀਂ ਚੱਲ ਰਹੇ ਹਾਂ ਜਾਂ ਨਹੀਂ। ਜਿੱਥੇ ਸਾਨੂੰ ਲੱਗਣਾ ਕਿ ਕਮੀ ਹੈ, ਅਸੀਂ ਉਹ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ। ਕਿਉਂਕਿ ਜੇ ਮੁਰਸ਼ਿਦ ਨੇ ਕੋਈ ਚੀਜ਼ ਕਹਿ ਦਿੱਤੀ ਸਾਨੂੰ ਤਾਂ ਸਾਡੇ ਵਾਸਤੇ ਉਹ ਫਾਇਦੇਮੰਦ ਹੈ, ਤਾਂ ਸਾਨੂੰ ਆਪਣੇ ਜੀਵਨ 'ਚ ਉਹਨੂੰ ਲਾਗੂ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਜਿੱਦਾਂ ਕਿਸੇ ਸਕੂਲ ਦੇ ਕਾਲਜ ਦੇ ਕੁਝ ਅਸੂਲ ਬਣਾਏ ਜਾਣ ਤਾਂ ਜੇ ਬੱਚੇ ਉਹ ਅਸੂਲ ਤੋੜੀ ਜਾਣ ਤਾਂ ਫਿਰ ਬੱਚੇ ਕਦੇ ਜੀਵਨ 'ਚ ਉਹ ਗਿਆਨ ਜਾਂ ਉਹ ਸਿੱਖਿਆ ਜਾਂ ਉਸ ਚੀਜ਼ ਤੱਕ ਪਹੁੰਚ ਨਹੀਂ ਸਕਦੇ ਜਿੱਥੇ ਤੱਕ ਉਹ ਸਕੂਲ ਉਹਨਾਂ ਨੂੰ ਪਹੁੰਚਾ ਸਕਦਾ ਹੈ। ਚਲੋ ਸਕੂਲਾਂ ਦੀ ਗੱਲ ਤਾਂ ਦੁਨਿਆਵੀ ਹੈ, ਇੱਥੇ ਤਾਂ ਰੂਹਾਨੀਅਤ ਦੀ ਗੱਲ ਹੈ। ਕਿਉਂਕਿ ਦੁਨਿਆਵੀ ਤਾਂ ਬੰਦਾ ਕਹਿੰਦਾ ਕਿ ਇੱਕ ਸਕੂਲ 'ਚੋਂ ਨਹੀਂ ਮਿਲਿਆ, ਇੱਥੋਂ ਬੱਚਾ ਹਟਾਇਆ, ਦੂਜੇ 'ਚ ਪਾ ਦਿੱਤਾ, ਦੂਜੇ 'ਚ ਸਹੀ ਨਹੀਂ ਲੱਗਾ, ਤੀਜੇ 'ਚ ਪਾ ਦਿੱਤਾ, ਪਰ ਅੰਦਰ ਤਾਂ ਸਾਨੂੰ ਹੀ ਮਿਹਨਤ ਕਰਨੀ ਪੈਣੀ ਹੈ। ਉੱਥੇ ਤਾਂ ਬਦਲਾਵ ਦਾ ਕੋਈ ਆਪਸ਼ਨ ਵੀ ਹੈ ਨਹੀਂ ਕਿ ਆਹ ਮਨ ਛੱਡਿਆ ਤਾਂ ਕੋਈ ਹੋਰ ਮਨ ਲਿਆ ਕੇ ਅੰਦਰ ਰੱਖ ਲਿਆ, ਆਹ ਚੀਜ਼ ਛੱਡੀ ਤਾਂ ਹੋਰ ਰੱਖ ਲਈ। ਉਹ ਤਾਂ ਸਾਡੀ ਸੋਚ ਹੈ। ਔਰ ਉਹ ਸਾਡੀ ਸੋਚ ਵਿੱਚ ਬਦਲਾਵ ਕਦੋਂ ਆਉਣਾ? ਜਦੋਂ ਅਸੀਂ ਜੋ ਅਸੀਂ ਸਮਝਾ ਰਹੇ ਹਾਂ ਉਹਨੂੰ ਆਪਣੇ ਜੀਵਨ 'ਤੇ ਲਾਗੂ ਕਰਾਂਗੇ। ਇਸ ਲਈ ਕੱਲ੍ਹ ਤੁਹਾਨੂੰ ਜਿੱਦਾਂ ਦੱਸਿਆ ਸੀ ਕਿ ਤੁਹਾਡੀ ਨਜ਼ਰ ਨਹੀਂ ਦੇਖਦੀ, ਦੇਖਦਾ ਤੁਹਾਡਾ ਮਨ ਹੈ। ਹੁਣ ਤੁਸੀਂ ਕੀ ਦੇਖਣਾ ਹੈ ਉਹਦਾ ਫੈਸਲਾ ਤੁਸੀਂ ਸਵੇਰੇ ਲੈਣਾ ਹੈ, ਹਰ ਰੋਜ਼ ਉੱਠ ਕੇ ਲੈਣਾ ਹੈ ਕਿ ਅੱਜ ਮੈਂ ਕੀ ਦੇਖਣਾ ਹੈ। ਸਮਝਦੇ ਹੋ ਕਿ ਨਹੀਂ? ਫਿਰ ਜੋ ਤੁਸੀਂ ਫੈਸਲਾ ਲੈਂਦੇ ਹੋ ਉਹਨੂੰ ਯਾਦ ਰੱਖਣਾ ਹੈ ਪੂਰੇ ਦਿਨ 'ਚ ਕਿ ਮੈਂ ਇਹ ਫੈਸਲਾ ਲਿਆ ਹੈ ਤੇ ਇਸ ਫੈਸਲੇ 'ਤੇ ਮੈਂ ਕਾਇਮ ਵੀ ਰਹਿਣਾ ਹੈ, ਮਜ਼ਬੂਤ ਵੀ ਰਹਿਣਾ ਹੈ, ਤਾਂ ਕਿ ਕੋਈ ਚੀਜ਼ ਮੇਰੇ ਫੈਸਲੇ ਨੂੰ ਬਦਲੇ ਨਾ। ਪਰ ਇਹ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਕਿ ਜੋ ਕੱਲ ਸਮਝਾਇਆ ਉਹਨੂੰ ਵੀ ਯਾਦ ਰੱਖੋ। ਜਿੱਦਾਂ ਅਸੀਂ ਆਪਣੇ ਜੀਵਨ ਬਾਰੇ ਦੱਸਿਆ ਕਿ ਜੇ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਅਸੀਂ ਮਾਲਕਾਂ ਦੇ ਉਹ 11 ਅਸੂਲ ਦੇਖੇ ਕਿ ਮਾਲਕਾਂ ਨੇ ਕੀ ਕਿਹਾ ਹੈ। ਹੁਣ ਉਹ ਚੀਜ਼ ਨੂੰ ਅਸੀਂ ਦੇਖਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੜ੍ਹ ਲਿਆ ਕਿ ਮਾਲਕਾਂ ਨੇ ਦਿੱਤਾ ਤਾਂ ਰੱਖ ਦਿੱਤਾ ਇੱਕ ਕੋਨੇ 'ਚ। ਅੱਜ ਵੀ ਅਸੀਂ, ਹਾਲਾਂਕਿ ਸਾਨੂੰ ਯਾਦ ਹੈ, ਪਰ ਅੱਜ ਵੀ ਜਦੋਂ ਹੁਜ਼ਰੇ 'ਚ ਮੱਥਾ ਟੇਕੀਦਾ ਤਾਂ ਅਸੀਂ ਉਹ ਲਾਈਨਾਂ ਨੂੰ ਦੇਖੀਦਾ ਵੀ ਹੈ ਔਰ ਇੱਕ ਵਾਰ ਦੁਹਰਾਈਦਾ ਵੀ ਹੈ, ਤਾਂ ਕਿ ਮਾਲਕਾਂ ਦੇ ਉਹ ਵਚਨ ਸਾਡੇ ਦਿਲੋਂ ਦਿਮਾਗ 'ਚ। ਹੁਣ ਜਿੱਦਾਂ ਸਮਝ ਲਓ ਬੰਦੇ ਨੇ ਕਹਿਣਾ ਜੇ ਯਾਦ ਹੈ ਤਾਂ ਫਿਰ ਪੜ੍ਹਨ ਦੀ ਲੋੜ ਕੀ ਹੈ। ਹੁਣ ਜੇ ਇੱਕ ਕ੍ਰਿਕਟਰ ਹੈ ਉਹ ਕਵੇ ਲੈ ਵੀ ਵਧੀਆ ਖੇਲਦਾ, ਤੈਨੂੰ ਪ੍ਰੈਕਟਿਸ ਦੀ ਕੀ ਲੋੜ ਹੈ? ਪਰ ਨਹੀਂ, ਅੱਜ ਵੀ ਜੇ ਅਸੀਂ ਕਹੀਏ ਕੋਈ ਵੀ ਅੱਛੇ ਤੋਂ ਅੱਛਾ ਕ੍ਰਿਕਟਰ ਵੀ ਹੈ, ਉਹ ਅੱਜ ਚਾਹੇ 100 ਦੀ ਸੈਂਚਰੀ ਮਾਰੇ, ਚਾਹੇ 150 ਕਰੇ ਉਹ ਸਕੋਰ, ਪਰ ਫਿਰ ਵੀ ਉਹਨਾਂ ਅਗਰ ਮੈਚ ਤੋਂ ਪਹਿਲਾਂ ਪ੍ਰੈਕਟਿਸ ਕਰਨੀ ਜ਼ਰੂਰ ਹੈ। ਕਿਉਂਕਿ ਉਹਨੂੰ ਪਤਾ ਜਿੰਨੀ ਮੈਂ ਪ੍ਰੈਕਟਿਸ ਕਰੂੰਗਾ ਉਨਾ ਮੇਰੇ ਹੁਨਰ ਵਿੱਚ, ਮੇਰੀ ਕਲਾ ਵਿੱਚ, ਮੇਰੇ ਗੁਣਾਂ ਵਿੱਚ ਨਿਖਾਰ ਆਏਗਾ। ਤਾਂ ਜੇ ਮੈਂ ਸੋਚ ਲਵਾਂ ਮੈਂ ਪੂਰਨ ਹੋ ਗਿਆ, ਹੁਣ ਮੈਨੂੰ ਪ੍ਰੈਕਟਿਸ ਦੀ ਲੋੜ ਹੀ ਨਹੀਂ ਹੈ, ਤਾਂ ਹੌਲੀ ਹੌਲੀ ਉਹਦੀ ਕਲਾ ਜਿਹੜੀ ਹੈ ਉਹ ਵਧਣ ਦੀ ਬਜਾਏ ਉੱਥੇ ਹੀ ਸਥਿਰ ਰਹਿ ਜਾਏਗੀ। ਜਿਹਦਾ ਨੁਸਰਤ ਫਤਿਹ ਅਲੀ ਖਾਨ ਬਹੁਤ ਬੜੇ ਕਵਾਲ ਸੀ, ਪਰ ਫਿਰ ਵੀ ਉਹਨਾਂ ਇੰਟਰਵਿਊ ਅਸੀਂ ਸੁਣੀ ਕਿ ਉਹਨਾਂ ਕਿਹਾ ਕਿ ਅੱਜ ਵੀ ਮੈਂ ਕਈ ਘੰਟੇ ਰਿਆਜ਼ ਕਰਦਾ ਹਾਂ, ਅੱਜ ਵੀ ਇਸ ਉਮਰ 'ਚ ਵੀ। ਇਹ ਤਾਂ ਬੰਦਾ ਕਹੇ ਲੈ ਵੀ ਨੁਸਰਤ ਤਾਂ ਬਹੁਤ ਅੱਛਾ ਗਾਇਕ ਹੈ, ਬਹੁਤ ਅੱਛਾ ਗਾਉਂਦੇ ਸੀ, ਇਹਨਾਂ ਨੂੰ ਰਿਆਜ਼ ਦੀ ਕੀ ਲੋੜ ਹੈ, ਇਹ ਤਾਂ ਪੂਰਨ ਹੈ। ਤਾਂ ਨਹੀਂ, ਉਹ ਕਹਿੰਦੇ ਕਿ ਇਨਸਾਨ ਦੀ ਮਿਹਨਤ ਨਾਲ ਇਨਸਾਨ ਹੋਰ ਅੱਗੇ ਜਾ ਸਕਦਾ ਹੈ। ਹੁਣ ਜੇ ਵਿਗਿਆਨਿਕ ਦ੍ਰਿਸ਼ਟੀ ਨਾਲ ਦੇਖੀਏ ਤਾਂ ਵਿਗਿਆਨ ਜਦੋਂ ਤੱਕ ਚੰਦ ਤੇ ਨਹੀਂ ਪਹੁੰਚਿਆ ਸੀ ਤਾਂ ਉਹਨਾਂ ਚੰਦ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ। ਜਦੋਂ ਚੰਦ ਤੇ ਪਹੁੰਚ ਗਏ ਤਾਂ ਇਹਦਾ ਮਤਲਬ ਇਹ ਨਹੀਂ ਉੱਥੇ ਬਸ ਕਰ ਦਿੱਤੀ, ਫਿਰ ਉਹਨਾਂ ਨੇ ਹੋਰ ਅੱਗੇ ਜਾਣ ਦੀ ਪਲੈਨਿੰਗ ਕੀਤੀ ਕਿ ਮੰਗਲ ਤੱਕ ਜਾਈਏ ਜਾਂ ਅਸੀਂ ਹੋਰ ਅੱਗੇ ਸਮਝੀਏ, ਹੋਰ ਚੀਜ਼ ਨੂੰ ਸਮਝੀਏ। ਕਿਉਂਕਿ ਜੇ ਇਨਸਾਨ ਅੱਗੇ ਵਧਣਾ, ਮਿਹਨਤ ਕਰਨਾ ਬੰਦ ਕਰ ਦੇਵੇ ਤਾਂ ਬੰਦਾ ਉੱਥੇ ਦਾ
ਉੱਥੇ ਰਹਿ ਜਾਂਦਾ ਹੈ। ਜਿੱਦਾਂ ਇੱਕ ਬੱਚਾ ਸੋਚੋ, ਪਹਿਲੀ ਕਲਾਸ ਪੜ੍ਹ ਲਈ ਉਹਨਾਂ, ਹੁਣ ਸੋਚੇ ਪਹਿਲਾ ਪਾਸ ਹੋ ਗਿਆ, ਪਹਿਲੀ ਦਾ ਸਰਟੀਫਿਕੇਟ ਮਿਲ ਗਿਆ, ਹੁਣ ਮਿਹਨਤ ਦੀ ਕੀ ਲੋੜ ਹੈ, ਉਹ ਪਹਿਲੀ 'ਚ ਹੀ ਬੈਠਾ ਰਹੇਗਾ। ਪਰ ਜੇ ਹੋਰ ਮਿਹਨਤ ਕਰਨ ਨੂੰ ਤਿਆਰ ਹੈ, ਦੂਜੀ 'ਚ ਹੋਏਗਾ, ਹੋਰ ਮਿਹਨਤ ਕਰਨ ਨੂੰ ਤਿਆਰ ਹੈ, ਥਰਡ 'ਚ ਹੋਏਗਾ, ਤੀਜੀ 'ਚ ਹੋਏਗਾ, ਇੱਦਾਂ ਹੀ ਉਹ ਮਿਹਨਤ ਕਰਦਾ ਚਲਾ ਜਾਏਗਾ ਤਾਂ ਸਟੈਪ ਬਾਈ ਸਟੈਪ ਉਹਦੀ ਕੀ ਹੋਏਗੀ, ਕਾਮਯਾਬੀ, ਸਫਲਤਾ ਦੀਆਂ ਪੌੜੀਆਂ ਚੜ੍ਹਦਾ ਚਲਾ ਜਾਏਗਾ। ਕਿਉਂਕਿ ਇਨਸਾਨ ਦੀ ਮਿਹਨਤ ਹੀ ਇਨਸਾਨ ਨੂੰ ਅੱਗੇ ਲੈ ਕੇ ਜਾਂਦੀ ਹੈ। ਇਸ ਲਈ ਮਹਾਤਮਾ ਬੁੱਧ ਜਾਂ ਅਸੀਂ ਦੇਖੀਏ ਸੰਤ ਕਬੀਰ ਜਾਂ ਅਸੀਂ ਹੋਰ ਪੀਰਾਂ ਫਕੀਰਾਂ ਨੂੰ ਦੇਖੀਏ ਕਿ ਉਹ ਜੋ ਦੂਸਰਿਆਂ ਨੂੰ ਸਮਝਾਉਂਦੇ ਸੀ, ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਉਹ ਚੀਜ਼ ਵਿੱਚ ਹੀ ਗੁਜ਼ਾਰਿਆ, ਫਿਰ ਉਹਨਾਂ ਨੇ ਦੂਜਿਆਂ ਨੂੰ ਸਮਝਾਇਆ। ਜਿੰਨੇ ਵੀ ਗੁਰੂ ਰਹਿਬਰ ਸੰਤ ਮਹਾਪੁਰਸ਼ ਆਏ ਹੈ, ਨਹੀਂ ਤਾਂ ਕਈ ਐਸੇ ਹੁੰਦੇ ਕਿ ਆਪ ਚੱਲਦੇ ਨਹੀਂ ਤਾਂ ਦੂਜਿਆਂ ਨੂੰ ਉਹ ਸਮਝਾਉਂਦੇ ਹੈ। ਪਰ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਜੀਵਨ ਨੂੰ ਜਾਣ ਕੇ ਤੁਸੀਂ ਜਾਣ ਵੀ ਸਕਦੇ ਹੋ ਕਿ ਇਹਨਾਂ ਨੂੰ ਆਪ ਕਿੰਨੀ ਕੁ ਨੌਲੇਜ ਹੈ, ਕਿੰਨੀ ਕੁ ਸਮਝ ਹੈ। ਪਰ ਜਿਹੜੇ ਖੁਦ ਉਸ ਚੀਜ਼ ਨੂੰ ਸਮਝ ਕੇ ਚੱਲਦੇ ਹੈ, ਉਹਦਾ ਵੀ ਇਨਸਾਨ ਨੂੰ ਪਤਾ ਲੱਗ ਹੀ ਜਾਂਦਾ ਹੈ। ਇਸ ਲਈ ਆਪਣੇ ਜੀਵਨ ਦੀ ਮਿਸਾਲ ਤਾਂ ਤੁਹਾਨੂੰ ਦੇ ਰਹੇ ਕਿ ਤੁਸੀਂ ਇਹ ਨਾ ਸੋਚੋ ਕਿ ਮਾਲਕ ਸਾਨੂੰ ਹੀ ਕਹਿ ਰਹੇ ਹੈ ਕਿ ਸਾਡੀਆਂ ਗੱਲਾਂ ਨੂੰ ਲਿਖੋ, ਸਾਡੀਆਂ ਗੱਲਾਂ ਨੂੰ ਸੁਣੋ, ਸਾਡੀਆਂ ਗੱਲਾਂ ਨੂੰ ਮੰਨੋ, ਇੱਥੇ ਚਲੋ। ਅਸੀਂ ਆਪ ਵੀ ਇਸ ਰਸਤੇ ਚੱਲ ਕੇ ਹੀ ਉੱਥੇ ਤੱਕ ਪਹੁੰਚੇ ਹਾਂ ਅਸੀਂ। ਕਿਉਂਕਿ ਮੁਰਸ਼ਦ ਦੀ ਜ਼ੁਬਾਨ ਤੋਂ ਨਿਕਲਿਆ ਇੱਕ ਵਚਨ, ਜਿੱਦਾਂ ਅਸੀਂ ਕਈ ਵਾਰ ਯੁਧਿਸ਼ਟਰ ਦੀ ਗੱਲ ਦੱਸੀ ਦੀ ਹੈ ਕਿ ਪਹਿਲੇ ਦਿਨ ਜਦੋਂ ਗਏ ਤਾਂ ਗੁਰੂ ਨੇ ਪੜ੍ਹਾਇਆ ਕਿ ਸਦਾ ਸੱਚ ਬੋਲੋ, ਯਾਦ ਕਰਕੇ ਆਣਾ। ਤਾਂ ਜਿਹੜੇ ਬਾਕੀ ਸੀ, ਕੌਰਵ ਸੀ, 4 ਪਾਂਡਵ ਸੀ, ਸਾਰਿਆਂ ਨੇ ਅਗਲੇ ਦਿਨ ਆ ਕੇ, ਜਿੱਦਾਂ ਅਸੀਂ ਕਿਸੇ ਬੱਚੇ ਨੂੰ ਪਹਿਲੇ ਦਿਨ ਕਹਿੰਦੇ ਨਾ ਬੇਟਾ ਤੂੰ ਯਾਦ ਕਰ A for ਐਪਲ, ਇੰਨਾ ਕੁ ਯਾਦ ਕਰਨਾ ਹੈ ਤੂੰ। ਤਾਂ ਇੰਨਾ ਕੁ ਬੱਚੇ ਨੂੰ ਯਾਦ ਕਰਨ ਨੂੰ ਕੀ ਟਾਈਮ ਲੱਗਣਾ ਹੈ। ਅਗਲੇ ਦਿਨ ਆਂਦਾ ਬੱਚਾ, ਮਾਸਟਰ ਕਹਿੰਦਾ ਹਾਂ ਵੀ ਕੱਲ ਕੀ ਪੜ੍ਹਾਇਆ ਸੀ, A for ਐਪਲ, ਗੁੱਡ, ਯਾਦ ਕਰ ਲਿਆ। ਹੁਣ ਉੱਥੇ ਵੀ ਗੁਰੂ ਨੇ ਪਹਿਲਾਂ ਪੜ੍ਹਾਇਆ ਸਿੰਪਲ ਜੀ ਗੱਲ, ਸਦਾ ਸੱਚ ਬੋਲੋ। ਅਗਲੇ ਦਿਨ ਸੁਣਨਾ ਹੈ ਤੁਹਾਡੇ ਕੋਲੋਂ। ਸਾਰੇ ਆਏ, ਕੌਰਵਾਂ ਨੇ ਵੀ ਦੱਸ ਦਿੱਤਾ, ਪਾਂਡਵਾਂ ਨੇ ਵੀ ਦੱਸ ਦਿੱਤਾ, ਪਰ ਯੁਧਿਸ਼ਟਰ ਚੁੱਪ ਕਰਕੇ ਬੈਠਾ ਹੈ। ਗੁਰੂ ਨੇ ਪੁੱਛਿਆ ਭਾਈ ਤੈਨੂੰ ਨਹੀਂ ਯਾਦ ਹੋਇਆ? ਉਹ ਕਹਿੰਦੇ ਨਹੀਂ ਜੀ, ਹਾਲੇ ਮੈਨੂੰ ਯਾਦ ਨਹੀਂ ਹੋਇਆ। ਤਾਂ ਗੁਰੂ ਹੈਰਾਨ ਸੀ ਕਿ ਸਭ ਤੋਂ ਬੜਾ ਹੈ ਯੁਧਿਸ਼ਟਰ, ਮੈਂ ਤੈਨੂੰ ਬੜਾ ਅਕਲਮੰਦ ਬੁੱਧੀਮਾਨ ਸਮਝਦਾ ਸੀ, ਪਰ ਕਮਾਲ ਦੀ ਗੱਲ ਹੈ ਇੰਨਾ ਕੁ ਲਫ਼ਜ਼ ਹੈ ਸਦਾ ਸੱਚ ਬੋਲੋ, ਤਾਂ ਤੂੰ ਹਾਲੇ ਯਾਦ ਹੀ ਨਹੀਂ ਕਰ ਪਾਇਆ ਇਸ ਨੂੰ। ਚੱਲ ਕੋਈ ਨਹੀਂ, ਕੱਲ ਯਾਦ ਕਰੀ। ਬਾਕੀਆਂ ਨੂੰ ਅਗਲਾ ਪਾਠ ਦੇ ਦਿੱਤਾ। ਤਾਂ ਯੁਧਿਸ਼ਟਰ ਉਹਨੂੰ ਇਹੀ ਕਿਹਾ ਕਿ ਪਹਿਲਾਂ ਇਹਨੂੰ ਯਾਦ ਕਰ। ਫਿਰ ਦੂਸਰਾ ਦਿਨ ਆਇਆ, ਫਿਰ ਗੁਰੂ ਨੇ ਪੁੱਛਿਆ ਤਾਂ ਯੁਧਿਸ਼ਟਰ ਨੇ ਫਿਰ ਕਿਹਾ ਕਿ ਗੁਰੂਦੇਵ ਹਾਲੇ ਯਾਦ ਨਹੀਂ ਹੋਇਆ। ਗੁਰੂ ਬੜਾ ਹੈਰਾਨ ਕਿ ਨਿੱਕੀ ਜਿਹੀ ਗੱਲ ਨੂੰ ਤੂੰ ਯਾਦ ਨਹੀਂ ਕਰ ਪਾ ਰਿਹਾ ਤਾਂ ਅੱਗੇ ਕਾਮਯਾਬ ਕਿੱਦਾਂ ਹੋਏਗਾ। ਪਰ ਯੁਧਿਸ਼ਟਰ ਚੁੱਪ ਕਰਕੇ ਗੁਰੂ ਦੀ ਡਾਂਟ ਸੁਣਦਾ ਰਿਹਾ। ਤੀਸਰਾ ਦਿਨ ਹੋਇਆ, ਚੌਥਾ ਦਿਨ ਹੋਇਆ, ਪੰਜਵਾਂ ਦਿਨ ਹੋਇਆ, 7ਵੇਂ ਦਿਨ ਆ ਕੇ ਯੁਧਿਸ਼ਟਰ ਨੇ ਗੁਰੂ ਨੂੰ ਕਿਹਾ ਕਿ ਗੁਰੂਦੇਵ ਮੈਨੂੰ ਪਾਠ ਯਾਦ ਹੋ ਗਿਆ, ਸਦਾ ਸੱਚ ਬੋਲੋ। ਤਾਂ ਗੁਰੂ ਕਹਿੰਦਾ ਕਮਾਲ ਦੀ ਗੱਲ ਹੈ, ਤੇਰੇ ਨਾਲ ਦੇ ਸਾਥੀ 7ਵੇਂ ਪਾਠ ਤੇ ਪਹੁੰਚ ਗਏ, ਤੂੰ ਹਲੇ ਪਹਿਲੇ ਤੇ ਰੁਕਿਆ ਹੋਇਆ ਹੈ। ਇੰਨੀ ਕੁ ਤਾਂ ਗੱਲ ਸੀ, ਸਦਾ ਸੱਚ ਬੋਲੋ, ਤਾਂ ਤੈਨੂੰ 7 ਦਿਨ ਲੱਗੇ ਉਹਦੇ ਚ ਯਾਦ ਕਰਨ ਨੂੰ। ਤਾਂ ਯੁਧਿਸ਼ਟਰ ਨੇ ਕਿਹਾ ਕਿ ਗੁਰੂਦੇਵ ਜੇ ਯਾਦ ਕਰਕੇ ਬੋਲਣਾ ਹੁੰਦਾ, ਯਾਨੀ ਸੁਣ ਲਿਆ ਸਦਾ ਸੱਚ ਬੋਲੋ, ਇੰਨੀ ਗੱਲ ਹੀ ਬੋਲਣੀ ਹੁੰਦੀ ਤਾਂ ਕੋਈ ਬੜੀ ਗੱਲ ਨਹੀਂ। ਪਰ ਮੈਂ ਜਦੋਂ ਸੁਣਿਆ ਕਿ ਗੁਰੂ ਨੇ ਕਿਹਾ ਸਦਾ ਸੱਚ ਬੋਲੋ, ਤਾਂ ਮੈਨੂੰ ਪਾਠ ਦੀ ਤਰ੍ਹਾਂ ਯਾਦ ਨਹੀਂ ਕੀਤਾ, ਇਹਨੂੰ ਆਪਣੇ ਜੀਵਨ 'ਚ ਉਤਾਰਿਆ। ਪਹਿਲੇ ਦਿਨ ਮੈਂ ਜਦੋਂ ਕਰਦਾ ਗਿਆ ਸਦਾ ਸੱਚ ਬੋਲੋ, ਤਾਂ ਇਹਨੂੰ ਜੀਵਨ 'ਚ ਉਤਾਰਨਾ ਹੈ ਕਿ ਗੁਰੂ ਨੇ ਕਿਹਾ ਸਦਾ ਸੱਚ ਬੋਲੋ, ਤਾਂ ਹੁਣ ਮੈਂ ਸੱਚ ਬੋਲਣਾ ਹੈ। ਪਰ ਪਹਿਲੇ ਦਿਨ ਮੇਰੇ ਤੋਂ ਮਜ਼ਾਕ 'ਚ ਝੂਠ ਬੋਲ ਹੋ ਗਿਆ। ਇਸ ਲਈ ਮੈਂ ਕਿਹਾ ਗੁਰੂ ਦਾ ਪਾਠ ਯਾਦ ਤਾਂ ਹੋ ਗਿਆ, ਪਰ ਹਾਲੇ ਜੀਵਨ 'ਚ ਉਤਰਿਆ ਨਹੀਂ ਹੈ। ਤਾਂ ਯਾਦ ਕਰਨ ਨੂੰ ਕੀ ਕਰਨਾ ਜੇ ਚੀਜ਼ ਜੀਵਨ 'ਚ ਹੀ ਨਾ ਉਤਰੇ। ਕਿਉਂਕਿ ਯਾਦ ਕਰਨ ਨੇ ਸਾਡੇ ਜੀਵਨ 'ਚ ਬਦਲਾਵ ਨਹੀਂ ਲਿਆਣਾ। ਸਾਡੇ ਜੀਵਨ 'ਚ ਬਦਲਾਵ ਆਣਾ ਹੈ ਜਦੋਂ ਉਹ ਚੀਜ਼ ਸਾਡੇ ਜੀਵਨ 'ਚ ਉਤਰੇਗੀ, ਲਾਗੂ ਕਰਾਂਗੇ ਉਸਨੂੰ ਆਪਣੇ ਤੇ। ਫਿਰ ਯੁਧਿਸ਼ਟਰ ਨੇ ਕਿਹਾ ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ, 6 ਦਿਨ ਮੈਂ ਕੋਸ਼ਿਸ਼ ਕਰਦਾ ਰਿਹਾ, ਪਰ ਸਤਿਗੁਰੂ 7ਵੇਂ ਦਿਨ ਮੇਰਾ ਸਾਰਾ ਦਿਨ ਸੱਚ ਬੋਲਦਿਆਂ ਨਿਕਲਿਆ। ਔਰ ਮੈਂ ਮਹਿਸੂਸ ਕਰ ਲਿਆ ਕਿ ਹੁਣ ਮੇਰੇ ਅੰਦਰ ਝੂਠ ਦੀ ਕੋਈ ਭਾਵਨਾ ਨਹੀਂ ਉੱਠਦੀ। ਕੋਈ ਮੈਨੂੰ ਬੁਲਾਉਂਦਾ ਵੀ ਹੈ, ਕੋਈ ਮੈਨੂੰ ਛੇੜਦਾ ਵੀ ਹੈ, ਸੱਚ ਹੀ ਨਿਕਲਦਾ ਹੈ। ਕੋਈ ਮੇਰੇ ਤੋਂ ਪੁੱਛਦਾ, ਸੱਚ ਹੀ ਨਿਕਲਦਾ ਹੈ। ਤਾਂ ਮੈਂ ਸਮਝ ਲਿਆ ਕਿ ਹੁਣ ਗੁਰੂ ਦਾ ਪਾਠ ਯਾਦ ਵੀ ਹੋ ਗਿਆ ਤਾਂ ਮੇਰੇ ਜੀਵਨ ਤੇ ਲਾਗੂ ਵੀ ਹੋ ਗਿਆ। ਇਸ ਲਈ ਕਹਿੰਦੇ ਯੁਧਿਸ਼ਟਰ ਨੇ ਸਾਰੀ ਜ਼ਿੰਦਗੀ ਕਦੀ ਝੂਠ ਨਹੀਂ ਬੋਲਿਆ। ਹੁਣ ਗੁਰੂ ਦਾ ਲਫ਼ਜ਼ ਸੀ ਇੱਕ। ਹੁਣ ਅਸੀਂ ਤੁਹਾਨੂੰ ਕਹਿ ਦਈਏ ਜੇ ਯਾਦ ਕਰਕੇ ਆਣਾ ਸਦਾ ਸੱਚ ਬੋਲੋ, ਤੁਸੀਂ ਕਹਿਣਾ ਕੱਲ ਨੂੰ ਕੀ, ਹੁਣੇ ਸੁਣ ਲਓ, ਸਦਾ ਸੱਚ ਬੋਲੋ, ਕਹਿ ਤਾਂ ਯਾਦ ਕਰ ਲਿਆ। ਇਹ ਇੱਕ ਹੁੰਦਾ ਸਿਰਫ ਸੁਣਨਾ, ਔਰ ਇੱਕ ਹੁੰਦਾ ਉਸ ਚੀਜ਼ ਨੂੰ ਅੱਛੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਤੇ ਲਾਗੂ ਕਰਨਾ, ਆਪਣੇ ਜੀਵਨ ਦੇ ਅੰਦਰ ਉਹਨੂੰ ਉਤਾਰ ਦੇਣਾ। ਇੱਕ ਹੁੰਦਾ ਬੰਦੇ ਨੇ ਸੁਣ ਲਿਆ ਗੁੜ ਮਿੱਠਾ ਹੈ ਔਰ ਯਾਦ ਕਰ ਲਿਆ ਗੁੜ ਮਿੱਠਾ ਹੈ, ਪਰ ਇੱਕ ਹੁੰਦਾ ਹੈ ਜਿਹਨਾਂ ਉਹ ਗੁੜ ਨੂੰ ਸੁਣਿਆ ਹੀ ਨਹੀਂ, ਖਾ ਕੇ ਉਹਦਾ ਸਵਾਦ ਵੀ ਦੇਖ ਲਿਆ। ਹੁਣ ਜਿਹੜਾ ਉਸ ਗੁੜ ਨੂੰ
ਸਿਰਫ ਸੁਣਦਾ ਹੈ ਕਿ ਗੁੜ ਮਿੱਠਾ ਹੈ, ਗੁੜ ਸਵਾਦ ਹੈ। ਉਹਨੇ ਯਾਦ ਤਾਂ ਕਰ ਲਿਆ ਗੁੜ ਸਵਾਦ ਹੈ, ਗੁੜ ਮਿੱਠਾ ਹੈ। ਜਿੱਦਾਂ ਇਦਾਂ ਸਮਝ ਲਓ ਕਿ ਇੱਕ ਬੰਦੇ ਨੇ ਤੈਰਨ ਵਾਲੀ ਕਿਤਾਬ ਤਾਂ ਪੜ੍ਹ ਲਈ, ਯਾਦ ਤਾਂ ਕਰ ਲਿਆ ਕਿ ਕਿਤਾਬ 'ਚ ਕਿਹੜੇ ਪੰਨੇ ਤੇ ਕੀ ਲਿਖਿਆ ਹੈ, ਕਿਹੜੇ ਪੰਨੇ ਤੇ ਕੀ ਇੰਸਟਰਕਸ਼ਨ ਦਿੱਤੀ ਹੋਈ ਹੈ, ਕੀ ਲਿਖਿਆ ਹੋਇਆ ਹੈ। ਕਿਤਾਬ ਤਾਂ ਪੂਰੀ ਯਾਦ ਕਰ ਲਈ, ਪਰ ਹਾਲੇ ਪਾਣੀ 'ਚ ਉਤਰ ਕੇ ਤੈਰਨਾ ਉਹਨੇ ਸਿੱਖਿਆ ਨਹੀਂ ਹੈ। ਇਸ ਲਈ ਯਾਦ ਕਰਨ ਨਾਲ ਗੱਲ ਨਹੀਂ ਬਣਨੀ ਜਦ ਤੱਕ ਸਾਡੇ ਜੀਵਨ 'ਚ ਉਹ ਚੀਜ਼ ਅਸੀਂ ਅਪਣਾਵਾਂਗੇ ਨਹੀਂ, ਜਦ ਤੱਕ ਆਪਣੇ ਜੀਵਨ ਤੇ ਉਹ ਚੀਜ਼ ਨੂੰ ਲਾਗੂ ਨਹੀਂ ਕਰਾਂਗੇ। ਅੱਜ ਇਹੀ ਤਾਂ ਹਾਲ ਹੋ ਰਿਹਾ ਹੈ। ਅਸੀਂ ਧਾਰਮਿਕ ਸ਼ਾਸਤਰ ਦੇਖ ਲਈਏ, ਪਵਿੱਤਰ ਗ੍ਰੰਥ ਦੇਖ ਲਈਏ, ਉਹਨਾਂ 'ਚ ਹੋ ਕੀ ਰਿਹਾ? ਦੁਨੀਆ ਯਾਦ ਕਰਦੀ ਹੈ ਕਿ ਕੁਰਾਨ 'ਚ ਕੀ ਲਿਖਿਆ ਹੈ, ਬਾਈਬਲ 'ਚ ਕੀ ਲਿਖਿਆ ਹੈ, ਗੁਰਬਾਣੀ 'ਚ ਕੀ ਲਿਖਿਆ ਹੈ, ਹੋਰ ਧਾਰਮਿਕ ਸ਼ਾਸਤਰਾਂ 'ਚ ਕੀ ਲਿਖਿਆ ਹੈ। ਯਾਦ ਸਾਰੇ ਕਰ ਲੈਂਦੇ ਆ, ਪਰ ਆਪਣੇ ਤੇ ਲਾਗੂ ਕੋਈ ਨਹੀਂ ਕਰਦਾ। ਜਰਾ ਸੋਚ ਕੇ ਦੇਖੋ। ਹੁਣ ਇੱਕ ਨਿੱਕੀ ਜਿਹੀ ਗੱਲ ਹੈ ਕਿ ਸੱਚ ਕਹੂੰ ਸੁਣ ਲੇਹੋ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੁਣ ਲੈਂਦੇ ਆ ਸਾਰੇ, ਪਰ ਹੁਣ ਤੁਸੀਂ ਜਿੰਨੇ ਬੈਠੇ ਹੋ ਜਾਂ ਜਿਹੜੇ ਵੀ ਸੁਣ ਰਹੇ ਆ, ਜਰਾ ਸੋਚ ਕੇ ਦੇਖੋ। ਸੁਣ ਲਿਆ, ਪੜ੍ਹ ਲਿਆ, ਯਾਦ ਕਰ ਲਿਆ, ਘਰਾਂ 'ਚ ਲਿਖ ਕੇ ਵੀ ਲਾ ਲਿਆ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ, ਪਰ ਪ੍ਰੇਮ ਕਰਨ ਦੀ ਕਲਾ ਉਹ ਆਈ ਨਹੀਂ। ਹਾਲੇ ਵੀ ਨਫ਼ਰਤ ਦਿਲਾਂ 'ਚ ਭਰੀ ਹੋਈ ਹੈ, ਹਾਲੇ ਵੀ ਵੈਰ ਵਿਰੋਧਤਾ ਦਿਲਾਂ 'ਚ ਭਰੀ ਹੋਈ ਹੈ, ਹਾਲੇ ਵੀ ਤੇਰ ਮੇਰ ਦਿਲਾਂ 'ਚ ਭਰੀ ਹੋਈ ਹੈ, ਹਾਲੇ ਵੀ ਮਾੜੀ ਮਾੜੀ ਗੱਲ ਤੇ ਸਾਨੂੰ ਗੁੱਸਾ ਆ ਜਾਂਦਾ ਹੈ, ਇੱਕ ਦੂਜੇ ਦੀ ਜਾਨ ਲੈਣ ਨੂੰ ਤਿਆਰ ਹੋ ਜਾਂਦੇ ਆ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦਿਲਾਂ 'ਚ ਭਰੀ ਹੋਈ ਹੈ। ਇਹਦਾ ਮਤਲਬ ਇਹ ਗੱਲ ਸਿਰਫ ਦੀਵਾਰਾਂ ਤੇ ਜਾਂ ਅਸੀਂ ਪੇਪਰਾਂ ਤੇ ਜਾਂ ਅਸੀਂ ਉੱਦਾਂ ਲਿਖ ਕੇ ਘਰ 'ਚ ਤਾਂ ਲਾ ਲਈ, ਜਾਂ ਉੱਦਾਂ ਤਾਂ ਦਿਮਾਗ 'ਚ ਤਾਂ ਯਾਦ ਕਰਕੇ ਪਾ ਲਈ, ਪਰ ਹਾਲੇ ਆਪਣੇ ਜੀਵਨ ਤੇ ਲਾਗੂ ਨਹੀਂ ਕੀਤੀ। ਜੇ ਕਿਤੇ ਯੁਧਿਸ਼ਟਰ ਵਰਗਾ ਹੁੰਦਾ ਤਾਂ ਉਹਨਾਂ ਕਹਿਣਾ ਸੀ ਠੀਕ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਹੁਣ ਮੈਂ ਉਦੋਂ ਤੱਕ ਇਹ ਚੀਜ਼ ਨੂੰ ਕਰਨਾ ਜਦ ਤੱਕ ਮੈਂ ਸਭ ਨਾਲ ਪ੍ਰੇਮ ਕਰਨਾ ਸਿੱਖ ਨਾ ਲਵਾਂ। ਐਸੀ ਬੁੱਧੀ ਚਾਹੀਦੀ। ਅਸੀਂ ਇਹ ਨਹੀਂ ਕਹਿੰਦੇ ਯੁਧਿਸ਼ਟਰ ਤਾਂ ਬਹੁਤ ਸਾਲ ਪਹਿਲਾਂ ਹੋ ਗਿਆ, ਪਰ ਅਸੀਂ ਇੱਥੇ ਮਿਸਾਲ ਤਾਂ ਦੇ ਰਹੇ ਹਾਂ ਕਿ ਸਾਡੀ ਬੁੱਧੀ, ਸਾਡੀ ਅਕਲ ਵੀ, ਸਾਡੀ ਸਮਝ ਵੀ ਐਸੀ ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਵੀ ਚੀਜ਼ ਸਿਰਫ ਸੁਣੀਏ ਨਾ, ਉਹ ਚੀਜ਼ ਨੂੰ ਆਪਣੇ ਜੀਵਨ ਤੇ ਲਾਗੂ ਕਰੀਏ। ਖਾਸ ਕਰਕੇ ਉਹ ਚੀਜ਼ ਨੂੰ ਜਿਹਦੇ ਨਾਲ ਸਾਡੇ ਜੀਵਨ 'ਚ ਬਦਲਾਵ ਆਉਣਾ ਹੈ। ਜਿਹਦਾ ਸੁਣਦਾ ਤਾਂ ਬੰਦਾ ਬਹੁਤ ਕੁਛ ਹੈ, ਪਰ ਹਰ ਚੀਜ਼ ਲਾਗੂ ਨਹੀਂ ਕੀਤੀ ਜਾਂਦੀ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਕਹੇ ਮੈਂ ਜੋ ਸੁਣਾ ਉਹਨੂੰ ਹੀ ਆਪਣੇ ਜੀਵਨ 'ਚ ਧਾਰਨ ਕਰਾਂ, ਮੈਂ ਸੁਣ ਲਵਾਂ ਕੋਈ ਬੁਰੀ ਚੀਜ਼, ਹੁਣ ਬੁਰੀ ਚੀਜ਼ ਨੂੰ ਆਪਣੇ ਜੀਵਨ 'ਚ ਧਾਰਨ ਕਰ ਲਵਾਂ, ਨਹੀਂ। ਇਹ ਸਮਝ ਰੱਬ ਨੇ ਸਾਨੂੰ ਦਿੱਤੀ ਹੈ ਕਿ ਜੋ ਚੀਜ਼ ਸਾਡੇ ਜੀਵਨ 'ਚ ਬਦਲਾਵ ਲਿਆਉਣ ਵਾਲੀ ਹੈ, ਜੋ ਚੀਜ਼ ਸਾਡੇ ਜੀਵਨ ਵਾਸਤੇ ਅੱਛੀ ਹੈ, ਉਹ ਸੁਣੋ ਵੀ ਔਰ ਉਹਨੂੰ ਆਪਣੇ ਜੀਵਨ ਤੇ ਲਾਗੂ ਵੀ ਕਰੋ। ਸਮਝਦੇ ਹੋ ਕਿ ਨਹੀਂ? ਜਿੱਦਾਂ ਬੰਦੇ ਨੂੰ ਪਤਾ ਹੈ ਕਿ ਮੈਂ ਜੇ ਜੂਸ ਦਾ ਗਲਾਸ ਪੀਊਂਗਾ ਤਾਂ ਮੇਰੀ ਸਿਹਤ ਵਾਸਤੇ ਅੱਛਾ ਹੈ, ਤਾਂ ਜੇ ਮੈਂ ਸ਼ਰਾਬ ਦਾ ਪਿਆਲਾ ਪੀਊਂਗਾ ਤਾਂ ਮੇਰੀ ਸਿਹਤ ਵਾਸਤੇ ਮਾੜਾ ਹੈ। ਹੁਣ ਪਤਾ ਹੈ, ਪਰ ਫਿਰ ਵੀ ਬੰਦਾ ਲਾਗੂ ਵੀ ਕਰਦਾ ਹੈ, ਮੰਨਦਾ ਨਹੀਂ ਹੈ, ਫਿਰ ਵੀ ਮਾੜੀ ਚੀਜ਼ ਨੂੰ ਆਪਣੇ ਜੀਵਨ 'ਚ ਅਪਣਾਉਂਦਾ ਹੈ। ਇਹਦਾ ਮਤਲਬ ਕਿ ਇਹਨੂੰ ਸਮਝ ਤਾਂ ਹੈ, ਪਰ ਫਿਰ ਵੀ ਇਹ ਨਾ ਸਮਝ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਸਮਝਦਾਰ ਨੂੰ ਜਦੋਂ ਪਤਾ ਚੱਲ ਜਾਂਦਾ ਹੈ ਕਿ ਕਿਹੜੀ ਚੀਜ਼ ਮੇਰੇ ਜੀਵਨ ਦੇ ਵਾਸਤੇ ਅੱਛੀ ਹੈ, ਕਿਹੜੀ ਚੀਜ਼ ਮੇਰੇ ਜੀਵਨ ਵਾਸਤੇ ਚੰਗੀ ਹੈ, ਫਿਰ ਬੰਦਾ ਉਹ ਚੀਜ਼ ਨੂੰ ਆਪਣੇ ਜੀਵਨ ਤੇ ਲਾਗੂ ਕਰਦਾ। ਤੇ ਜਿਹੜੀ ਚੀਜ਼ ਮੇਰੇ ਜੀਵਨ ਵਾਸਤੇ ਮਾੜੀ ਹੈ, ਉਹ ਚੀਜ਼ ਨੂੰ ਮੈਂ ਆਪਣੇ ਜੀਵਨ ਤੋਂ ਦੂਰ ਕਰ ਦੇਣਾ। ਕੋਈ ਸਾਨੂੰ ਬੁਰਾ ਸ਼ਬਦ ਬੋਲਦਾ ਹੈ, ਪਤਾ ਹੈ ਸਾਡੇ ਜੀਵਨ ਵਾਸਤੇ ਮਾੜਾ ਹੈ, ਇਹਨੂੰ ਦੂਰ ਕਰਾਂ। ਕੋਈ ਚੰਗਾ ਸ਼ਬਦ ਬੋਲਦਾ ਹੈ ਤਾਂ ਇਹ ਮੇਰੇ ਜੀਵਨ ਵਾਸਤੇ ਅੱਛਾ ਹੈ। ਚੰਗੇ ਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਆਪਣੀਆਂ ਤਾਰੀਫਾਂ 'ਚ ਹੀ ਉਲਝ ਜਾਵੇ ਕਿ ਕਿਸੇ ਨੇ ਕਿਹਾ ਤੂੰ ਬੜਾ ਸੋਹਣਾ, ਹਾਂ ਵੀ ਠੀਕ ਹੈ ਮੈਂ ਸੋਹਣਾ ਹਾਂ। ਜਰਾ ਗੌਰ ਕਰਨਾ, ਕਿਉਂਕਿ ਤੂੰ ਸੋਹਣਾ ਹੈ ਇਹ ਸ਼ਬਦ ਸਾਡੀ ਤਾਰੀਫ ਕਰਨ ਵਾਲਾ ਹੈ, ਪਰ ਇਹਦੇ ਨਾਲ ਜੇ ਥੋੜਾ ਜਿਹਾ ਗਹਿਰਾਈ ਨਾਲ ਚਲੀਏ ਤਾਂ ਬੰਦਾ ਆਪਣੀ ਅੱਛੀ ਸਮਝ ਨੂੰ ਕੀ ਜੋੜ ਸਕਦਾ ਹੈ ਕਿ ਜੇ ਅਗਲੇ ਨੇ ਮੈਨੂੰ ਕਿਹਾ ਤੂੰ ਸੋਹਣਾ ਹੈ, ਤਾਂ ਮੈਂ ਸੋਹਣਾ ਸਿਰਫ ਚਿਹਰੇ ਤੋਂ ਨਾ ਹੋਵਾਂ, ਮੈਂ ਸੋਹਣਾ ਆਪਣੀ ਕਰਨੀ ਤੋਂ ਹੋਵਾਂ, ਆਪਣੇ ਮਨ ਤੋਂ ਹੋਵਾਂ, ਆਪਣੀ ਸੋਚ ਤੋਂ ਹੋਵਾਂ। ਉਹ ਹੈ ਅਸਲੀ ਸੁੰਦਰਤਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਚਿਹਰੇ ਦੀ ਸੁੰਦਰਤਾ ਕਿਸੇ ਨੇ ਕਿਹਾ ਤੂੰ ਬੜਾ ਸੋਹਣਾ ਹੈ, ਅਸੀਂ ਆਪਣੇ ਚਿਹਰੇ ਦੀ ਸੁੰਦਰਤਾ ਦੇ ਮਾਣ ਕਰੀਏ, ਹਾਂ ਵੀ ਮੈਂ ਬੜਾ ਸੋਹਣਾ ਹੈ, ਤਾਂ ਇਹ ਸੁੰਦਰਤਾ ਸਦਾ ਨਹੀਂ ਰਹਿਣੀ। ਕੋਈ ਹਾਦਸਾ ਹੋ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਕੋਈ ਦੁਰਘਟਨਾ ਹੋ ਜਾਵੇ ਤਾਂ ਚਿਹਰੇ ਦੀ ਸੁੰਦਰਤਾ ਖਰਾਬ ਵੀ ਹੋ ਸਕਦੀ ਹੈ। ਇਸ ਲਈ ਅਸੀਂ ਕਹਾਂਗੇ ਜੇ ਕੋਈ ਤੁਹਾਨੂੰ ਕਹਿੰਦਾ ਸੁੰਦਰ, ਤਾਂ ਤੁਸੀਂ ਸਿਰਫ ਆਪਣੀ ਬਾਹਰੀ ਸਰੀਰ ਦੀ ਸੁੰਦਰਤਾ ਨੂੰ ਦੇਖ ਕੇ ਮਾਣ ਨਾ ਕਰੋ, ਬਲਕਿ ਉਹਦੀ ਆਵਾਜ਼ ਨੂੰ ਸੁਣ ਕੇ ਕਿ ਇਹਨਾਂ ਮੈਨੂੰ ਸੁੰਦਰ ਕਿਹਾ ਹੈ, ਤਾਂ ਸਹੀ ਮਾਇਨੇ 'ਚ ਮੈਂ ਉਦੋਂ ਸੁੰਦਰ ਬਣਨਾ ਜਦੋਂ ਮੇਰੀ ਸੋਚ ਸੁੰਦਰ ਹੋਏਗੀ, ਜਦੋਂ ਮੇਰੇ ਵਿਚਾਰ ਸੁੰਦਰ ਹੋਣਗੇ, ਜਦੋਂ ਮੇਰੀ ਕਰਨੀ ਅੱਛੀ ਹੋਏਗੀ। ਮੈਂ ਸੋਹਣਾ ਹੋਣਾ ਹੈ ਆਪਣੇ ਕਰਮਾਂ ਤੋਂ, ਆਪਣੀ ਕਰਨੀ ਤੋਂ, ਆਪਣੇ ਬੋਲ ਚਾਲ ਤੋਂ, ਆਪਣੇ ਬਿਹੇਵੀਅਰ ਤੋਂ, ਆਪਣੇ ਨਜ਼ਰੀਏ ਤੋਂ ਮੈਂ ਸੁੰਦਰ ਬਣਨਾ ਹੈ, ਕਿਉਂਕਿ ਉਹ ਸੁੰਦਰਤਾ ਐਸੀ ਹੋਏਗੀ ਜੋ ਕਦੀ ਖਤਮ ਨਹੀਂ ਹੋਏਗੀ। ਇਸ ਲਈ ਅੱਜ ਇਨਸਾਨ ਗਹਿਰਾਈ ਨੂੰ ਨਹੀਂ ਸਮਝਦਾ, ਬਸ ਉੱਪਰਲੀਆਂ ਚੀਜ਼ਾਂ ਨੂੰ ਪਕੜ ਕੇ ਬੰਦਾ ਭੁੱਲ ਜਾਂਦਾ ਹੈ, ਹੰਕਾਰ ਕਰਦਾ ਹੈ, ਮਾਣ ਕਰਦਾ ਹੈ। ਹੁਣ ਜੇ ਕਿਸੇ ਨੂੰ ਕਹਿ ਦੋ ਤੂੰ ਤਾਕਤਵਰ, ਤਾਂ ਅਸੀਂ ਕਹਾਂਗੇ ਅਸਲੀ ਤਾਕਤ ਕੀ ਹੈ? ਅਸਲੀ ਤਾਕਤ ਇਹ ਨਹੀਂ ਕਿ ਤੁਸੀਂ ਕਿੰਨਾ weight ਚੱਕ ਲੈਂਦੇ ਹੋ, ਕਿੰਨਾ ਵਜਨ ਉਠਾ ਲੈਂਦੇ ਹੋ,
ਅਸਲੀ ਤਾਕਤ ਕੀ ਹੈ ਕਿ ਜਦੋਂ ਤੁਸੀਂ ਆਪਣੇ ਮਨ ਨੂੰ ਜਿੱਤਦੇ ਹੋ, ਆਪਣੇ ਅੰਦਰਲੀਆਂ ਬੁਰਾਈਆਂ ਨੂੰ ਕੰਟਰੋਲ 'ਚ ਕਰਦੇ ਹੋ। ਜਿੱਦਾਂ ਬੰਦਾ ਕਹਿੰਦਾ ਮੇਰੇ 'ਚ ਇੰਨੀ ਤਾਕਤ ਹੈ, ਮੈਂ ਇੱਕ ਹੱਥ ਨਾਲ ਟਰੱਕ ਰੋਕ ਦਊਂ। ਅਸੀਂ ਕਹਿੰਦੇ ਕੀ ਫਾਇਦਾ ਟਰੱਕ ਰੋਕਣ ਦਾ ਜੇ ਆਪਣੇ ਗੁੱਸੇ ਨੂੰ ਨਾ ਰੋਕ ਸਕਿਆ? ਕੀ ਫਾਇਦਾ ਉਹ ਤਾਕਤ ਦਾ? ਜੇ ਤੈਨੂੰ ਕ੍ਰੋਧ ਆਇਆ, ਤੂੰ ਆਪਣੇ ਕ੍ਰੋਧ ਨੂੰ ਨਾ ਰੋਕ ਸਕਿਆ, ਕੀ ਫਾਇਦਾ? ਅਗਰ ਤੇਰੇ ਅੰਦਰ ਕੋਈ ਬੁਰਾ ਵਿਚਾਰ ਆਇਆ, ਤੂੰ ਬੁਰੇ ਵਿਚਾਰ ਨੂੰ ਨਾ ਰੋਕ ਸਕਿਆ, ਕੀ ਫਾਇਦਾ? ਅਗਰ ਤੇਰੇ ਅੰਦਰ ਬੁਰੇ ਖਿਆਲਾਤ ਉੱਠਦੇ, ਤੂੰ ਉਹਨਾਂ ਨੂੰ ਨਾ ਰੋਕ ਸਕਿਆ, ਤਾਂ ਕੀ ਫਾਇਦਾ ਤੇਰੀ ਤਾਕਤ ਦਾ? ਔਰ ਇਹ ਬਾਹਰਲੀ ਤਾਕਤ ਵੀ ਸਦਾ ਨਹੀਂ ਰਹਿਣੀ, ਸਮਝਦੇ ਹੋ ਕਿ ਨਹੀਂ? ਅਸਲੀ ਤਾਕਤਵਰ ਉਹਨੂੰ ਕਿਹਾ ਜਾਂਦਾ ਹੈ ਜੋ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਰੋਕ ਦੇਵੇ। ਪਤਾ ਹੈ ਗਾਲੀ ਕੱਢਣਾ ਬੁਰੀ ਚੀਜ਼ ਹੈ, ਹੁਣ ਮੈਂ ਆਪਣੀ ਜ਼ੁਬਾਨ ਨੂੰ ਰੋਕ ਦੇਵਾਂ ਬੁਰਾ ਬੋਲਣ ਤੋਂ, ਫਿਰ ਮੈਂ ਤਾਕਤਵਰ। ਪਤਾ ਹੈ ਬੁਰਾ ਦੇਖਣਾ ਗਲਤ ਹੈ, ਬੁਰਾ ਦੇਖਣਾ ਬੁਰਾਈ ਹੈ, ਤਾਂ ਹੁਣ ਆਪਣੀ ਬੁਰੀ ਦ੍ਰਿਸ਼ਟੀ ਨੂੰ ਮੈਂ ਰੋਕ ਦੇਵਾਂ, ਉਹ ਹੈ ਤਾਕਤ। ਬੁਰੇ ਬੋਲਣ ਤੋਂ ਰੁਕ ਜਾਣਾ, ਬੁਰਾ ਦੇਖਣ ਤੋਂ ਰੁਕ ਜਾਣਾ, ਬੁਰਾ ਕਰਨੇ ਤੋਂ ਰੁਕ ਜਾਣਾ, ਉਹ ਹੈ ਤਾਕਤਵਰ। ਤਾਂ ਜਿਹੜਾ ਆਪਣੇ ਆਪ ਤੇ ਕੰਟਰੋਲ ਨਹੀਂ ਹੈ, ਉਹ ਅਸੀਂ ਕਹਿੰਦੇ ਹੱਥਾਂ ਨਾਲ ਟਰੱਕ ਰੋਕ ਲਵੇ, ਬੱਸ ਰੋਕ ਲਵੇ, ਜਾਂ ਕੋਈ ਤਾਕਤ ਤਕੜੀ ਤੋਂ ਤਕੜੀ ਚੀਜ਼ ਨੂੰ ਵੀ ਰੋਕ ਲਵੇ, ਉਹ ਤਾਕਤਵਰ ਨਹੀਂ। ਉਹ ਤਾਂ ਸਰੀਰਕ ਤਾਕਤ ਹੈ, ਔਰ ਸਰੀਰ ਨਹੀਂ ਰਹਿਣਾ ਤੇ ਤਾਕਤ ਕੀ, ਇਹਦਾ ਮਾਣ ਕੀ ਕਰਨਾ? ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਗੌਰ ਨਾਲ ਦੇਖੋ ਔਰ ਇਹ ਸੋਚੋ ਕਿ ਜੇ ਮੈਨੂੰ ਮਾਲਕ ਨੇ ਸੁੰਦਰਤਾ ਦਿੱਤੀ ਹੈ, ਜੇ ਮੈਨੂੰ ਮਾਲਕ ਨੇ ਤਾਕਤ ਦਿੱਤੀ ਹੈ, ਜੇ ਮੈਨੂੰ ਮਾਲਕ ਨੇ ਸਮਝ ਦਿੱਤੀ ਹੈ, ਤਾਂ ਮੈਂ ਇਹ ਆਪਣੇ ਜੀਵਨ ਨੂੰ ਸਹੀ ਉਪਯੋਗ ਚ ਲਾਵਾਂ। ਕਿਉਂਕਿ ਜਿੱਦਾਂ ਦੱਸਿਆ ਕਿ ਸੁੰਦਰਤਾ ਅੱਛੇ ਵਿਚਾਰਾਂ ਨਾਲ ਹੁੰਦੀ ਹੈ, ਤਾਕਤ ਆਪਣੇ ਆਪ ਨੂੰ ਬੁਰਾਈਆਂ ਨੂੰ ਰੋਕਣ ਨਾਲ ਹੁੰਦੀ ਹੈ। ਕਿ ਮੈਂ ਆਪਣੇ ਅੰਦਰਲੀ ਬੁਰਾਈ ਨੂੰ ਰੋਕ ਦਿੱਤਾ, ਆਪਣੇ ਮਨ ਤੇ ਕਾਬੂ ਪਾ ਲਿਆ, ਉਹ ਹੈ ਤਾਕਤ। ਇਸ ਲਈ ਉਚਾਈ, ਕਾਮਯਾਬੀ, ਸਫਲਤਾ ਵੀ ਇਨਸਾਨ ਦੇਖਦਾ ਹੈ ਕਿ ਮੈਂ ਕਿੰਨੀ ਵੱਡੀ ਕੋਠੀ ਖੜੀ ਕਰ ਲਈ, ਮੈਂ ਕਿੰਨੀ ਬੜੀ ਪਦਵੀ ਨੂੰ ਪਾ ਲਿਆ, ਇਹ ਕਾਮਯਾਬੀ ਹੈ, ਸਫਲਤਾ ਹੈ। ਠੀਕ ਹੈ, ਦੁਨਿਆਵੀ ਤੌਰ ਤੇ ਘਰ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਸਹੀ ਮਾਇਨੇ 'ਚ ਅਗਰ ਗੁਰੂਆਂ, ਰਹਿਬਰਾਂ, ਸੰਤਾਂ, ਪੀਰਾਂ, ਫਕੀਰਾਂ ਦੀ ਨਜ਼ਰ 'ਚ ਕਾਮਯਾਬੀ ਦੇਖੀ ਜਾਵੇ, ਤਾਂ ਉਹ ਕਹਿੰਦੇ ਕਾਮਯਾਬ ਉਹ ਹੈ ਜਿਨ੍ਹਾਂ ਦੂਜਿਆਂ ਦੇ ਜੀਵਨ 'ਚ ਖੁਸ਼ੀ ਭਰਨ ਦੀ ਕਲਾ ਸਿੱਖ ਲਈ, ਦੂਜਿਆਂ ਦੇ ਜੀਵਨ 'ਚ ਖੁਸ਼ੀ ਦਾ ਰੰਗ ਭਰਨ ਦਾ ਤਰੀਕਾ ਜਿਹਨੂੰ ਆ ਗਿਆ, ਜਿਹਨਾਂ ਨੂੰ ਗਿਰਿਆ ਹੋਇਆਂ ਨੂੰ ਉਠਾਉਣ ਦਾ, ਦੂਜਿਆਂ ਦੀ ਮਦਦ ਕਰਨ ਦਾ, ਦੂਜਿਆਂ ਦੀ ਹੈਲਪ ਕਰਨ ਦਾ, ਦੂਜਿਆਂ ਤੇ ਦਇਆ, ਕਰੁਣਾ ਭਾਵ ਜਿਹਦੇ ਅੰਦਰ ਪੈਦਾ ਹੋ ਗਿਆ, ਗੁਰੂ ਕਹਿੰਦੇ ਸਾਡੀਆਂ ਨਜ਼ਰਾਂ 'ਚ ਉਹ ਉੱਚਾ ਹੈ। ਤਾਂ ਹੀ ਤਾਂ ਤੁਸੀਂ ਸੁਣਦੇ ਵੀ ਹੋ, ਪੜ੍ਹਦੇ ਵੀ ਹੋ ਕਿ ਜਿਹਨੂੰ ਝੁਕਣਾ ਆ ਜਾਂਦਾ ਨਾ, ਉਹੀ ਪਰਮਾਤਮਾ ਦੀਆਂ ਨਜ਼ਰਾਂ 'ਚ ਉੱਠ ਜਾਂਦਾ ਹੈ, ਉੱਚਾ ਹੋ ਜਾਂਦਾ ਹੈ। ਤਾਂ ਜਿਹੜਾ ਇਨਸਾਨ ਹੰਕਾਰ ਕਰਦਾ ਹੈ, ਮਾਣ ਕਰਦਾ ਹੈ, ਉਹ ਦੁਨਿਆਵੀ ਬੰਦਿਆਂ ਦੀ ਨਜ਼ਰਾਂ 'ਚ ਨਹੀਂ ਉੱਠ ਪਾਉਂਦਾ, ਤਾਂ ਉਹਨਾਂ ਰੱਬ ਦੀਆਂ ਨਜ਼ਰਾਂ 'ਚ ਕੀ ਉੱਠਣਾ ਹੈ? ਇਸ ਲਈ ਸਾਡੀਆਂ ਗੱਲਾਂ ਨੂੰ ਸਿਰਫ ਸੁਣੋ ਨਾ, ਉੱਤੇ ਅਮਲ ਕਰਕੇ ਜਦੋਂ ਦੇਖਾਂਗੇ ਤਾਂ ਫਿਰ ਉਹਨਾਂ ਚੀਜ਼ਾਂ ਦਾ ਸਾਡੇ ਜੀਵਨ ਤੇ ਪ੍ਰਭਾਵ ਪਏਗਾ, ਅਸਰ ਪਏਗਾ। ਕਿਉਂਕਿ ਇਹ ਇੱਕ ਚੀਜ਼ ਤੁਹਾਡੇ ਜੀਵਨ ਨੂੰ ਬਦਲਣ ਵਾਲੀ ਹੈ, ਜੋ ਤੁਹਾਨੂੰ ਇੱਥੇ ਸਮਝਾ ਰਹੇ ਹਾਂ ਅਸੀਂ। ਫਿਰ ਤੁਸੀਂ ਅਗਰ ਨਾ ਸਮਝੇ ਤਾਂ ਫਿਰ ਤੁਸੀਂ ਸਮਝ ਲਓ ਕਿ ਇੱਕ ਲੋਹੇ ਨੂੰ ਮੌਕਾ ਮਿਲਿਆ ਸੀ ਪਾਰਸ ਨਾਲ ਛੋਹ ਕੇ ਸੋਨਾ ਹੋਣ ਦਾ, ਪਰ ਉਸਨੇ ਉਹ ਮੌਕੇ ਨੂੰ ਗਵਾ ਲਿਆ। ਤੇ ਉਹ ਲੋਹੇ ਦੀ ਮੂਰਖਤਾ ਹੈ ਕਿ ਪਾਰਸ ਤਾਂ ਤਿਆਰ ਸੀ ਸੋਨਾ ਕਰਨ ਨੂੰ, ਪਰ ਉਹ ਹੀ ਨਹੀਂ ਤਿਆਰ ਹੋਇਆ। ਇਸੇ ਤਰ੍ਹਾਂ ਇਹ ਕੁਝ ਨਿਯਮ ਹੁੰਦੇ ਹੈ ਕਿ ਅਗਰ ਇਹਨਾਂ ਨਿਯਮਾਂ ਨੂੰ ਅਸੀਂ ਸਮਝ ਲਈਏ, ਇਹਨਾਂ ਨਿਯਮਾਂ ਨੂੰ ਅਪਣਾ ਲਈਏ, ਤਾਂ ਸਾਡਾ ਜੀਵਨ ਵੀ ਲੋਹੇ ਤੋਂ ਸਵਰਨ ਹੋ ਸਕਦਾ ਹੈ। ਕਿ ਬਿਨਾਂ ਅਪਣਾਇਆ ਗੱਲ ਨਹੀਂ ਬਣਨੀ। ਜੇ ਆਪਣੇ ਜੀਵਨ ਨੂੰ ਅਸੀਂ ਕੁਝ ਕਿਸੇ ਮੁਕਾਮ ਤੇ ਲੈ ਕੇ ਜਾਣਾ ਚਾਹੁੰਦੇ ਹਾਂ, ਅਸੀਂ ਆਪਣੇ ਜੀਵਨ 'ਚ ਕੁਝ ਹਾਸਿਲ ਕਰਨਾ ਚਾਹੁੰਦੇ ਹਾਂ, ਤਾਂ ਫਿਰ ਜਿੱਦਾਂ ਪਹਿਲਾ ਜੀਵਨ ਚੱਲਦਾ ਆ ਗਿਆ, ਜੇ ਇੱਦਾਂ ਹੀ ਹੁਣ ਵੀ ਚਲਾਈ ਜਾਵਾਂਗੇ ਤਾਂ ਜਿੱਥੇ ਹੁਣ ਬੈਠੇ ਉੱਥੇ ਬੈਠੇ ਰਵਾਂਗੇ, ਜਿੱਥੇ ਹੁਣ ਖੜੇ ਉੱਥੇ ਖੜੇ ਰਵਾਂਗੇ। ਪਰ ਜੇ ਚਾਹੁੰਦੇ ਆ ਕਿ ਉੱਚੀ ਮੰਜ਼ਿਲ ਨੂੰ ਪ੍ਰਾਪਤ ਕਰਨਾ, ਤਾਂ ਫਿਰ ਜੀਵਨ 'ਚ ਮਿਹਨਤ ਵੀ ਔਰ ਜੀਵਨ 'ਚ ਬਦਲਾਅ ਵੀ ਲਿਆਉਣਾ ਜ਼ਰੂਰੀ ਹੈ। ਕਿਉਂਕਿ ਇੱਕ ਇਨਸਾਨ ਦੀ ਸੋਚ ਹੈ ਕਿ ਮੈਂ ਹੁਸ਼ਿਆਰਪੁਰ ਜਾਣਾ, ਤਾਂ ਉਹਨੇ ਹੁਸ਼ਿਆਰਪੁਰ ਤੱਕ ਹੀ ਪਹੁੰਚਣਾ ਹੈ, ਉੱਥੇ ਤੱਕ ਹੀ ਸੋਚਣਾ ਹੈ। ਪਰ ਇੱਕ ਇਨਸਾਨ ਦੀ ਸੋਚ ਹੈ ਮੈਂ ਦਿੱਲੀ ਜਾਣਾ ਹੈ, ਤਾਂ ਉਹਦੇ ਦਿਮਾਗ ਨੇ ਉੱਥੇ ਤੱਕ ਸੋਚਣਾ ਸ਼ੁਰੂ ਕਰ ਦੇਣਾ, ਰਸਤਾ ਦਿਖਾਉਣਾ ਸ਼ੁਰੂ ਕਰ ਦੇਣਾ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਸੋਚੋ ਮੈਂ ਜਾਣਾ ਜਲੰਧਰ ਹੈ, ਤਾਂ ਤੁਹਾਡੇ ਦਿਮਾਗ ਨੇ ਇਹ ਥੋੜੀ ਕਹਿਣਾ ਤੁਸੀਂ ਪਠਾਨਕੋਟ ਚਲ ਜਾਓ, ਆਹ ਬੱਸ ਫੜ ਲਓ। ਕਿਉਂਕਿ ਜਿੰਨੀ ਇਨਸਾਨ ਦੀ ਸੋਚ ਹੁੰਦੀ ਹੈ, ਇਨਸਾਨ ਉੱਥੇ ਪਹੁੰਚਣ ਦੀ ਹੀ ਤਿਆਰੀ ਕਰਦਾ ਹੈ। ਹੁਣ ਫਰਜ਼ ਕਰੋ ਜੇ ਵਿਗਿਆਨ ਨੇ ਸੋਚਿਆ ਹੁੰਦਾ ਕਿ ਅਸੀਂ ਆਹ ਦੇਸ਼ ਤੱਕ ਪਹੁੰਚਣਾ ਹੈ, ਤਾਂ ਉਹ ਦੇਸ਼ ਜੋ ਕਿ ਰਹੇ ਨੇ ਉਹਨਾਂ ਨੇ ਸੋਚਿਆ ਚੰਦ ਤੱਕ ਪਹੁੰਚਣਾ ਹੈ, ਤਾਂ ਫਿਰ ਚੰਦ ਤੱਕ ਪਹੁੰਚਣ ਦੀ ਪਲੈਨਿੰਗ ਵੀ ਸ਼ੁਰੂ ਕੀਤੀ, ਤਾਂ ਇੱਕ ਦਿਨ ਉਹ ਕਾਮਯਾਬ ਵੀ ਹੋ ਗਏ। ਅਗਰ ਸੋਚ ਹੀ ਨਾ ਆਉਂਦੀ
ਤਾਂ ਫਿਰ ਤਿਆਰੀ ਨਹੀਂ ਹੋਣੀ ਸੀ। ਹੁਣ ਇੱਕ ਬੱਚੇ ਨੇ ਮਨ 'ਚ ਸੋਚ ਆਂਦੀ ਮੈਂ ਕੈਨੇਡਾ ਪੜ੍ਹਨ ਜਾਣਾ ਹੈ, ਤਾਂ ਫਿਰ ਤਿਆਰੀ ਫਿਰ ਸ਼ੁਰੂ ਕਰਦਾ, ਮੈਂ ਆਈਲੈਟਸ ਕਰਨੀ ਹੈ, ਮੈਂ ਇਸ ਤਰ੍ਹਾਂ ਮਿਹਨਤ ਕਰਨੀ ਹੈ, ਤਾਂ ਫਿਰ ਆਹ ਮੈਨੂੰ ਡਾਕੂਮੈਂਟ ਚਾਹੀਦੇ ਹੈ, ਆਹ ਮੈਨੂੰ ਤਿਆਰੀ ਚਾਹੀਦੀ ਹੈ। ਪਹਿਲਾਂ ਸੋਚ ਆਂਦੀ ਹੈ, ਫਿਰ ਬੱਚਾ ਉਸ ਤੋਂ ਬਾਅਦ ਤਿਆਰੀ ਸ਼ੁਰੂ ਕਰਦਾ ਹੈ। ਹੁਣ ਤੁਸੀਂ ਸੋਚੋ, ਤੁਸੀਂ ਘਰੋਂ ਨਿਕਲਦੇ ਹੋ ਔਰ ਇੱਕ ਰੇਲਵੇ ਸਟੇਸ਼ਨ ਤੇ ਚਲੇ ਜਾਂਦੇ ਹੋ ਜਾਂ ਇੱਕ ਬੱਸ ਸਟੈਂਡ ਤੇ ਚਲੇ ਜਾਂਦੇ ਹੋ ਔਰ ਜਾ ਕੇ ਕਹਿੰਦੇ ਭਾਈ ਟਿਕਟ ਦੇ ਦੇ। ਕਿੱਥੇ ਜਾਣਾ ਭਾਈ? ਨਹੀਂ, ਜਿੱਥੇ ਮਰਜ਼ੀ ਦੇ ਦੇ। ਇੱਦਾਂ ਕਦੀ ਹੋਇਆ? ਪਹਿਲਾਂ ਹੀ ਪਲੈਨਿੰਗ ਹੁੰਦੀ ਹੈ ਬੰਦੇ ਦੀ ਕਿ ਮੈਂ ਜਾਣਾ ਕਿਹੜੇ ਸਟੇਸ਼ਨ ਤੇ ਹੈ, ਫਿਰ ਬੰਦਾ ਟਿਕਟ ਵੀ ਖਰੀਦਦਾ ਹੈ। ਜੇ ਬੰਦਾ ਟੈਕਸੀ ਵੀ ਬੁਲਾਉਂਦਾ ਹੈ ਤਾਂ ਇਹ ਨਹੀਂ ਕਹਿੰਦਾ ਟੈਕਸੀ ਵਾਲੇ ਨੂੰ ਜਿੱਥੇ ਮਰਜ਼ੀ ਲੈ ਜਾ, ਭਾਈ ਬੁਲਾਇਆ ਹੈ ਤਾਂ ਮੈਂ ਇਸ ਜਗ੍ਹਾ ਜਾਣਾ, ਉੱਥੇ ਲੈ ਜਾ। ਹੁਣ ਤੇਰਾ ਚਲੋ ਇੱਥੇ ਪੁੱਛਦੇ ਹਾਂ, ਤੁਹਾਡੇ ਜੀਵਨ 'ਚ ਕੋਈ ਹੈ ਸੋਚ ਕਿ ਮੈਂ ਕੀ ਕਰਨਾ ਹੈ, ਮੇਰੀ ਮੰਜ਼ਿਲ ਕੀ ਹੈ? ਪਹਿਲੀ ਗੱਲ ਤਾਂ ਸਭ ਤੋਂ ਬੜਾ ਅਸੀਂ ਕਹਾਂਗੇ ਕਿ ਸਭ ਤੋਂ ਬੜੀ ਨਾਸਮਝੀ ਤਾਂ ਇਹੀ ਹੈ ਕਿ ਸਾਨੂੰ ਆਪਣੇ ਗੋਲ ਦਾ ਹੀ ਨਹੀਂ ਪਤਾ ਕਿ ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਹਾਂ। ਕਿਸੇ ਨੂੰ ਪੁੱਛ ਕੇ ਦੇਖੋ, ਪਤਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਮੈਂ ਕਰਨ ਕੀ ਆਇਆ। ਬਸ ਬੰਦਾ ਕਹਿੰਦਾ ਬਸ 2 ਰੋਟੀਆਂ ਮਿਲ ਜਾਣ, ਜ਼ਿੰਦਗੀ ਗੁਜ਼ਰ ਗਈ। ਤਾਂ 2 ਰੋਟੀਆਂ ਤਾਂ ਕੁੱਤੇ ਨੂੰ ਮਿਲ ਜਾਂਦੀਆਂ ਭਾਈ, ਫਿਰ ਤੇਰੀ ਔਰ ਉਹਦੀ ਜ਼ਿੰਦਗੀ 'ਚ ਕੀ ਫਰਕ ਹੈ? ਤੈਨੂੰ ਜੇ ਪ੍ਰਮਾਤਮਾ ਨੇ ਇਨਸਾਨ ਬਣਾਇਆ ਤਾਂ ਆਪਣਾ ਇੱਕ ਸੋਚ ਰੱਖ। ਔਰ ਜੇ ਅਸੀਂ ਸੋਚਾਂਗੇ, ਮਹਾਤਮਾ ਬੁੱਧ ਦੀ ਸੋਚ ਆਈ ਕਿ ਮੇਰੀ ਮੰਜ਼ਿਲ ਉਹ ਪਰਮਾਨੰਦ ਹੈ, ਪਰਮ ਸ਼ਾਂਤੀ ਹੈ, ਤਾਂ ਉਹਨਾਂ ਨੇ ਉਧਰ ਖੋਜ ਸ਼ੁਰੂ ਕਰ ਦਿੱਤੀ। ਐਡੀਸਨ ਦੀ ਸੋਚ ਆਈ ਕਿ ਮੈਂ ਬੱਲਬ ਨੂੰ ਖੋਜਣਾ ਹੈ, ਚਾਹੇ ਹਜ਼ਾਰਾਂ ਵਾਰ ਫੇਲ ਹੋਇਆ, ਪਰ ਉਹਨੇ ਉਧਰ ਨੂੰ ਕੋਸ਼ਿਸ਼ ਕਰ ਦਿੱਤੀ ਔਰ ਇੱਕ ਦਿਨ ਸਫਲ ਵੀ ਹੋਇਆ। ਹੁਣ ਅਗਰ ਇਦਾਂ ਹੀ ਤੁਸੀਂ ਰਾਈਟਸ ਬ੍ਰਦਰ ਨੂੰ ਦੇਖ ਲਓ, ਉਹਨਾਂ ਦੇ ਅੰਦਰ ਸੋਚ ਆਈ ਕਿ ਅਸੀਂ ਇਦਾਂ ਦੀ ਮਸ਼ੀਨ ਤਿਆਰ ਕਰਨੀ ਹੈ ਕਿ ਜੋ ਹਵਾ ਚੁੜੇ। ਪਹਿਲਾਂ ਸੋਚ ਆਈ, ਫਿਰ ਉਹਨਾਂ ਨੇ ਮਿਹਨਤ ਕੀਤੀ, ਲੱਗੇ ਸਾਲ ਮਿਹਨਤ, ਕਿਉਂਕਿ ਜਦੋਂ ਆਪਣੀ ਸੋਚੀ ਹੋਈ ਮੰਜ਼ਿਲ ਨੂੰ ਪਾਣਾ ਹੈ ਤਾਂ ਉਹਦੇ ਵਾਸਤੇ ਸਾਲ ਵੀ ਲੱਗਣੇ ਹੈ, ਉਹਦੇ ਵਾਸਤੇ ਦਿਨ ਰਾਤ ਇੱਕ ਕਰਨਾ ਪੈਣਾ ਹੈ, ਖੂਨ ਪਸੀਨਾ ਇੱਕ ਕਰਨਾ ਪੈਣਾ ਹੈ, ਮਿਹਨਤ ਕਰਨੀ ਪੈਣੀ ਹੈ, ਫਿਰ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਜੇ ਇਨਸਾਨ ਦੀ ਸੋਚ ਹੀ ਨਾ ਹੋਵੇ, ਜ਼ਰਾ ਸੋਚੋ, ਜੇ ਐਡੀਸਨ ਦੇ ਅੰਦਰ ਸੋਚ ਹੀ ਨਾ ਆਉਂਦੀ ਤਾਂ ਉਹਨਾਂ ਬੱਲਬ ਦੀ ਖੋਜ ਕਰਨੀ ਸੀ, ਈਜਾਦ ਕਰਨੀ ਸੀ? ਨਹੀਂ। ਜੇ ਰਾਈਟਸ ਬ੍ਰਦਰ ਦੇ ਅੰਦਰ ਸੋਚ ਹੀ ਨਾ ਆਉਂਦੀ ਤਾਂ ਉਹਨਾਂ ਨੇ ਪਲੇਨ ਬਾਰੇ ਸੋਚਣਾ ਸੀ? ਅੱਜ ਲੋਕਾਂ ਨੇ ਪਲੇਨ 'ਚ ਬੈਠਣਾ ਸੀ? ਨਹੀਂ। ਹਰ ਚੀਜ਼ ਦੀ ਸ਼ੁਰੂਆਤ ਪਹਿਲਾਂ ਸੋਚ ਤੋਂ ਕਰਨੀ ਪੈਂਦੀ ਹੈ। ਇਸ ਲਈ ਅੱਜ ਬੰਦਾ ਆਪਣੀ ਸੋਚ ਦੇਖੇ, ਬੰਦੇ ਦੀ ਸੋਚ ਪਤਾ ਕਿੱਥੇ ਤੱਕ ਸੀਮਿਤ ਹੈ? ਆਹ ਸੂਟ ਚਾਹੀਦਾ ਮੈਨੂੰ, ਇਹ ਸੂਟ ਮਿਲ ਜਾਵੇ ਬਸ। ਜਾਂ ਅੱਜ ਇਨਸਾਨ ਦੀ ਨਾ ਸਮਝੀ, ਅਸੀਂ ਕਹਾਂਗੇ ਜਿਹੜੇ ਬੁੱਧੀ ਹੈ ਨਾ, ਅਕਲ ਹੈ ਬੰਦੇ ਦੀ, ਇਹਦੇ 3 ਤਲ ਹੁੰਦੇ ਆ ਜਿੱਥੇ ਬੰਦਾ ਜੀਂਦਾ ਹੈ। ਪਹਿਲਾ ਤਲ ਜਿਹੜਾ ਹੁੰਦਾ ਹੈ ਬੁੱਧੀ ਤੋਂ ਥੱਲੇ, ਸਮਝਦੇ ਹੋ ਕਿ ਨਹੀਂ? ਜਿਹਨੂੰ ਅਸੀਂ ਕਹਿੰਦੇ ਬੁੱਧੂ। ਇੱਕ ਬੰਦਾ ਹੁੰਦਾ ਬੁੱਧੂ, ਬੁੱਧੂ ਕਿਹਨੂੰ ਕਹਿੰਦੇ? ਮੂਰਖ। ਇਹ ਬੰਦਾ ਬੁੱਧੂ ਹੀ ਹੈ, ਇਹਨੂੰ ਸੋਚ ਸਮਝ ਹੀ ਨਹੀਂ ਹੈ, ਅਕਲ ਹੀ ਨਹੀਂ ਹੈ ਕੀ ਕਰਨਾ ਕੀ ਨਹੀਂ ਕਰਨਾ। ਹੁਣ ਪਹਿਲੇ ਤਲ ਵਾਲੇ ਹੁੰਦੇ ਆਪਣੀ ਬੁੱਧੀ ਤੋਂ ਥੱਲੇ, ਜਿਹਨੂੰ ਬੁੱਧੂ ਕਹਿ ਦਿੱਤਾ ਜਾਂਦਾ ਹੈ, ਔਰ ਦੂਜੇ ਤਲ ਵਾਲੇ ਹੁੰਦੇ ਆ ਬੁੱਧੀ ਦੇ ਵਿੱਚ। ਜ਼ਰਾ ਸਮਝਣਾ, ਬੁੱਧੀ ਦੇ ਵਿੱਚ ਕਿੱਦਾਂ? ਮਤਲਬ ਕਿ ਉਹਨਾਂ ਦਾ ਮਨ ਉਹਨਾਂ ਨੂੰ ਆਪਣੇ ਕੰਟਰੋਲ 'ਚ ਰੱਖਦਾ ਹੈ। ਹੁਣ ਇਹਨੂੰ ਇਦਾਂ ਸਮਝ ਲਓ ਕਿ ਇੱਕ ਬੰਦਾ ਮਹੀਨੇ ਦਾ 10,000 ਕਮਾ ਰਿਹਾ ਹੈ, ਪਰ ਉਹ ਸ਼ਾਪਿੰਗ ਕਰ ਲੈਂਦਾ ਹੈ 12,000 ਦੀ। ਇਹ ਬੰਦਾ ਮਨ ਦੇ ਮਗਰ ਲੱਗਾ ਹੋਇਆ ਹੈ ਕਿ ਮਨ ਨੂੰ ਜੋ ਚੀਜ਼ ਚੰਗੀ ਲੱਗ ਗਈ ਇਹ ਉਹ ਖਰੀਦਦਾ ਹੈ। ਇੱਥੇ ਦੱਸਣਾ ਚਾਹਾਂਗੇ ਕਿ ਵਾਰਨ ਬਫੇ ਨੇ, ਸ਼ਾਇਦ ਵਾਰਨ ਬਫੇ ਹੀ ਨਾਮ ਹੈ ਉਹਦਾ, ਜੋ ਬਹੁਤ ਅਮੀਰ ਆਦਮੀ ਹੈ, ਜਿਹਦਾ ਬਿਲ ਗੇਟਸ ਹੋਇਆ ਹੈ, ਤਾਂ ਕਿਸੇ ਨੇ ਉਹ ਤੋਂ ਪੁੱਛਿਆ ਵਾਰਨ ਬਫੇ ਤੋਂ ਕਿ ਅਮੀਰ ਹੋਣ ਦੀ ਯੁਕਤੀ ਕੀ ਹੈ, ਅਮੀਰ ਹੋਣ ਦਾ ਰਾਜ ਕੀ ਹੈ? ਤਾਂ ਵਾਰਨ ਬਫੇ ਨੇ ਕਿਹਾ ਛੋਟੀ ਜਿਹੀ ਯੁਕਤੀ ਹੈ ਅਮੀਰ ਹੋਣ ਦੀ। ਉਹ ਕਹਿੰਦੇ ਜੀ ਕਿਹੜੀ? ਕਹਿੰਦੇ ਹਮੇਸ਼ਾ ਆਪਣੀ ਜ਼ਰੂਰਤ ਦੀ ਚੀਜ਼ ਲਓ, ਆਪਣੀ ਇੱਛਾਵਾਂ ਨੂੰ ਪੂਰਾ ਕਰਨਾ ਤੁਰੋ, ਬੰਦਾ ਅਮੀਰ ਹੋ ਜਾਏਗਾ। ਕਿਉਂਕਿ ਗਰੀਬ ਹੁੰਦਾ ਹੀ ਉਦੋਂ ਬੰਦਾ ਜਦੋਂ ਆਪਣੀਆਂ ਇੱਛਾਵਾਂ ਮਗਰ ਲੱਗਦਾ ਹੈ, ਔਰ ਇੱਛਾਵਾਂ ਕਿਸੇ ਦੀਆਂ ਕਦੀ ਪੂਰੀਆਂ ਹੁੰਦੀਆਂ ਹੀ ਨਹੀਂ ਹੈ। ਅਸੀਂ ਦੱਸਣਾ ਕਿ ਇੱਥੇ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਣੇ ਜੀਵਨ 'ਚ ਆਨੰਦਿਤ ਹੋ ਸਕਦੇ ਹੋ। ਜਿੱਦਾਂ ਉਹਨਾਂ ਦੱਸਿਆ ਕਿ ਜਦੋਂ ਵੀ ਬਾਜ਼ਾਰ ਜਾਓ ਤਾਂ ਉੱਥੇ ਜਾ ਕੇ ਦੇਖੋ ਕਿ ਮੈਂ ਉਹੀ ਚੀਜ਼ ਲਵਾਂ ਜਿਹਦੀ ਮੈਨੂੰ ਜ਼ਰੂਰਤ ਹੈ, ਉਹ ਚੀਜ਼ ਨਾ ਲਵਾਂ ਜੋ ਮੈਨੂੰ ਪਸੰਦ ਆਈ ਹੈ, ਜੋ ਮੇਰੀ ਇੱਛਾ ਹੈ। ਸਮਝ ਆ ਰਹੀ ਹੈ ਕਿ ਨਹੀਂ? ਉਹ ਕਹਿੰਦੇ ਅਗਰ ਜ਼ਰੂਰਤ ਦੀਆਂ ਚੀਜ਼ਾਂ ਬੰਦਾ ਖਰੀਦੇ ਤਾਂ ਦੁਨੀਆ ਦੇ ਸਾਰੇ ਅਮੀਰ ਹੋ ਸਕਦੇ ਹੈ, ਪਰ ਜੇ ਇੱਛਾਵਾਂ ਪੂਰੀਆਂ ਕਰਨ ਤੁਰੀਏ ਤਾਂ ਫਿਰ ਅਮੀਰ ਤੋਂ ਅਮੀਰ ਆਦਮੀ ਵੀ ਗਰੀਬ ਹੀ ਹੋਏਗਾ। ਫਿਰ ਉਹ ਵੀ ਇੰਨਾ ਅਮੀਰ ਹੈ ਨਹੀਂ ਕਿ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕੇ। ਇਸੇ ਲਈ ਤਾਂ ਜਿਹੜਾ ਅਮੀਰ ਹੈ ਹੋਰ ਅਮੀਰ ਹੋਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹਨੂੰ ਹਾਲਾਂਕਿ ਪਹਿਲੇ ਹੀ ਉਹਦੇ ਕੋਲ ਕਰੋੜਾਂ ਰੁਪਇਆ ਹੈ, ਪਰ ਉਹਨੂੰ ਲੱਗਦਾ ਹੈ ਕਿ ਮੈਨੂੰ ਹਾਲੇ ਹੋਰ ਚਾਹੀਦਾ, ਕਿਉਂਕਿ ਮੇਰੀ ਇੱਛਾਵਾਂ ਹੁਣ ਅਰਬਾਂ ਦੀਆਂ ਹੋ ਗਈਆਂ,
ਔਰ ਅਰਬਾਂ ਦੀ ਇੱਛਾ ਪੂਰੀ ਕਰਨ ਵਾਸਤੇ ਮੈਨੂੰ ਰੁਪਿਆ ਵੀ ਅਰਬ ਚਾਹੀਦਾ ਹੈ, ਪਰ ਜਦੋਂ ਅਰਬ ਤੱਕ ਪਹੁੰਚਣਾ ਹੈ ਤਾਂ ਉਹਦੀ ਇੱਛਾ ਜਿਹੜੀ ਹੋਣੀ ਹੈ ਉਹ 10 ਅਰਬ ਦੀ ਹੋ ਜਾਣੀ ਹੈ, ਕਿਉਂਕਿ ਇਹੀ ਤਾਂ ਬੰਦੇ ਦਾ ਮਨ ਹੈ, ਮਾਈਂਡ ਹੈ ਬੰਦੇ ਦਾ। ਇਸ ਲਈ ਬੁੱਧੂ ਜਿਹਨੂੰ ਉੱਠਣ ਬੈਠਣ ਦੀ ਕੋਈ ਸਮਝ ਹੀ ਨਹੀਂ ਹੈ, ਉਹਨੂੰ ਫਰਕ ਨਹੀਂ ਪੈਂਦਾ ਉਹਦਾ ਕੱਪੜਾ ਕਿੱਦਾਂ ਦਾ ਹੈ, ਉਹਨੂੰ ਫਰਕ ਨਹੀਂ ਪੈਂਦਾ ਉਹ ਹੱਥ 'ਤੇ ਰੱਖ ਕੇ ਰੋਟੀ ਖਾ ਰਿਹਾ ਜਾਂ ਪਲੇਟ 'ਤੇ ਰੱਖ ਕੇ ਖਾ ਰਿਹਾ, ਕਿੱਦਾਂ ਕਰਿਆ, ਕਿਉਂਕਿ ਉਹਨੂੰ ਸਮਝ ਹੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਔਰ ਦੂਜੇ ਲੈਵਲ 'ਤੇ ਆ ਗਿਆ ਜਿਹੜਾ ਇਨਸਾਨ ਬੁੱਧੀ ਦੇ ਨਾਲ ਜੀਂਦਾ ਹੈ, ਯਾਨੀ ਬੁੱਧੀ ਦੇ ਅੰਦਰ ਸਮਾਇਆ ਹੈ, ਯਾਨੀ ਬੁੱਧੀ ਉੱਤੇ ਕੰਟਰੋਲ ਕਰਦੀ ਹੈ। ਜੇ ਤੁਸੀਂ ਅੱਜ ਕੱਪੜਾ ਵੀ ਪਾਉਂਦੇ ਹੋ ਤਾਂ ਤੁਸੀਂ ਦੁਨੀਆ ਨੂੰ ਕਿੱਦਾਂ ਦਾ ਲੱਗੇਗਾ, ਸੰਸਾਰ ਨੂੰ ਕਿੱਦਾਂ ਦਾ ਲੱਗੇਗਾ। ਆਪਣਾ ਬੰਦਾ ਕੰਫਰਟ ਨਹੀਂ ਦੇਖਦਾ, ਆਪਣਾ ਬੰਦਾ ਉਹ ਨਹੀਂ ਦੇਖਦਾ ਕਿ ਮੈਨੂੰ ਕਿਹ 'ਚ ਆਰਾਮ ਮਹਿਸੂਸ ਹੁੰਦਾ, ਬੰਦਾ ਇਹ ਦੇਖਦਾ ਯਾਰ ਦੁਨੀਆ ਨੂੰ ਪਤਾ ਲੱਗੇ ਮੈਂ ਕੱਪੜੇ ਕਿੱਦਾਂ ਦੇ ਪਾਏ ਆ, ਦੁਨੀਆ ਨੂੰ ਪਤਾ ਲੱਗੇ ਮੇਰੀ ਜੁੱਤੀ ਕਿੱਦਾਂ ਦੀ ਹੈ। ਕਹਿੰਦੇ ਇਹ ਇਨਸਾਨ ਉਹ ਹੈ ਜੋ ਮਨ ਦੇ ਪਿੱਛੇ ਲੱਗ ਚੁੱਕੇ ਹੈ, ਇਹਨਾਂ ਤੇ ਮਨ ਦਾ ਕੰਟਰੋਲ ਹੈ, ਮਨ ਜਿੱਧਰ ਨੂੰ ਚਲਾਉਂਦਾ ਹੈ ਉਹੀ ਕਰਦੇ ਹੈ। ਹਾਲਾਂਕਿ ਇਹਨਾਂ ਨੂੰ ਪਤਾ ਕਿ ਮੇਰੀ ਆਹ ਚੀਜ਼ ਇੰਨੀ ਹੈ, ਪਰ ਫਿਰ ਵੀ ਮਨ ਦੇ ਮਗਰ ਲੱਗ ਕੇ ਛਾਲ ਮਾਰ ਕੇ ਕਰਜ਼ੇ ਚੱਕ ਕੇ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਹੈ। ਉਹ ਇਨਸਾਨ ਦੁਖੀ ਰਹੇਗਾ ਕਿਉਂਕਿ ਉਹਦਾ ਮਨ ਉੱਤੇ ਹਾਵੀ ਹੋ ਚੁੱਕਾ ਹੈ। ਪਰ ਇੱਕ ਇਸ ਤੋਂ ਉੱਪਰਲਾ ਲੈਵਲ ਆਉਂਦਾ ਹੈ, ਜਿੱਦਾਂ ਸਮਝ ਲਓ ਇਹ ਸਾਡੀ ਬੁੱਧੀ ਹੈ, ਥੱਲੇ ਬੁੱਧੂ, ਇੱਥੇ ਉਹ ਆਦਮੀ ਆ ਗਏ ਜਿਹੜੇ ਮਨ ਦੇ ਵਿੱਚ ਹੈ, ਯਾਨੀ ਬੁੱਧੀ ਮਨ ਉਹਨਾਂ ਨੂੰ ਚਲਾ ਰਿਹਾ ਹੈ, ਤੇ ਇੱਕ ਤੋਂ ਉੱਪਰਲਾ ਲੈਵਲ ਆ ਜਾਂਦਾ ਜਿਹਨਾਂ ਨੂੰ ਕਹਿਤਾ ਜਾਂਦਾ ਬੁੱਧ। ਹੁਣ ਬੁੱਧ ਦਾ ਮਤਲਬ ਕੀ ਹੈ? ਜੋ ਆਪਣੇ ਮਨ ਤੇ ਕੰਟਰੋਲ ਕਰਦੇ ਹੈ। ਉਹ ਦੇਖਦੇ ਆ ਕਿ ਆਹ ਚੀਜ਼ ਮੇਰੇ ਵਾਸਤੇ ਅੱਛੀ ਹੈ, ਇਹ ਮੈਂ ਲੈਣੀ ਹੈ, ਆਹ ਚੀਜ਼ ਮੇਰੇ ਵਾਸਤੇ ਅੱਛੀ ਨਹੀਂ। ਹੁਣ ਮਨ ਜਿੰਨਾ ਮਰਜ਼ੀ ਕਹੀ ਜਾਵੇ ਮੇਰਾ ਮਨ ਤੇ ਕੰਟਰੋਲ ਹੈ, ਇਹਨੂੰ ਮੈਂ ਨਹੀਂ ਲੈਣਾ, ਹੱਥ ਨਹੀਂ ਲਾਣਾ ਇਹਨੂੰ ਮੈਂ। ਸਮਝਦੇ ਹੋ ਕਿ ਨਹੀਂ? ਹੁਣ ਇਹਦਾ ਏਦਾਂ ਸਮਝ ਲਓ ਕਿ ਇੱਧਰ ਸਲਾਦ ਪਿਆ ਹੈ, ਫਲ ਫਰੂਟ ਪਿਆ ਹੈ, ਔਰ ਇੱਧਰ ਪੀਜ਼ਾ 버ਗਰ ਪਏ ਹੋਏ। ਹੁਣ ਪਤਾ ਹੈ ਤੁਹਾਨੂੰ ਸਲਾਦ ਖਾਣਾ, ਫਲ ਫਰੂਟ ਖਾਣੇ ਸਿਹਤ ਵਾਸਤੇ ਅੱਛੇ ਹੈ, ਪਰ ਅਸੀਂ ਕਹਿੰਦੇ ਲੈ ਉਧਰ ਕਿਸੇ ਦੇਖਣਾ ਨਹੀਂ, ਕਹਿੰਦਾ ਲੈ ਵੀ ਪੀਜ਼ਾ ਆਣ ਦੇ, 버ਗਰ ਆਣ ਦੇ। ਇਹ ਮਨ ਹਾਵੀ ਹੋ ਚੁੱਕਾ ਹੈ। ਪਤਾ ਹੈ ਕਿ ਇਹ ਚੀਜ਼ ਦਾ ਬਾਡੀ ਤੇ ਨੁਕਸਾਨ ਹੈ, ਪਰ ਫਿਰ ਵੀ ਨੁਕਸਾਨ ਦਾ ਪਤਾ ਹੁੰਦੇ ਹੋਏ ਵੀ ਅਸੀਂ ਮਨ ਦੇ ਮਗਰ ਲੱਗ ਕੇ ਖਾਣੀ ਉਹੀ ਚੀਜ਼ ਹੈ ਜੋ ਸਾਨੂੰ ਨੁਕਸਾਨ ਦੇ ਰਹੀ ਹੈ। ਹੁਣ ਕਈ ਜਿੰਨੇ ਵੀ ਲੋਕ ਨਸ਼ਾ ਕਰਦੇ ਇਹੀ ਦੇਖੋ ਨਾ, ਪਤਾ ਹੈ ਕਿ ਨਸ਼ੇ ਦਾ ਨੁਕਸਾਨ ਹੈ, ਕੋਈ ਚਿੱਟਾ ਪੀ ਰਿਹਾ ਹੈ, ਕੋਈ ਸ਼ਰਾਬ ਪੀ ਰਿਹਾ ਹੈ, ਕੋਈ ਕੁਛ, ਪਰ ਫਿਰ ਵੀ ਮਨ ਇੰਨਾ ਉਹਨਾਂ ਨੂੰ ਆਪਣੇ ਵੱਸ 'ਚ ਕਰ ਲੈਂਦਾ ਹੈ ਕਿ ਉਹ ਕਹਿੰਦੇ ਨਹੀਂ ਮੇਰੇ ਤੋਂ ਨਹੀਂ ਹੁੰਦਾ। ਯਾਨੀ ਹੁਣ ਮਨ ਇੰਨਾ ਹਾਵੀ ਹੋ ਚੁੱਕਾ ਹੈ ਕਿ ਮਨ ਦੇ ਗੁਲਾਮ ਬਣ ਚੁੱਕੇ ਹੈ। ਪਰ ਅਗਰ ਉਹ ਥੋੜੀ ਜਿਹੀ ਮਿਹਨਤ ਕਰਨ ਤਾਂ ਆਪਣੇ ਆਪ ਨੂੰ ਮਨ ਤੋਂ ਉੱਪਰ ਲਿਜਾ ਸਕਦੇ ਕਿ ਜਿੱਥੇ ਮਨ ਉਹਨਾਂ ਦੀ ਹਰ ਗੱਲ ਮੰਨੇ। ਇਸ ਲਈ ਬੁੱਧ ਔਰ ਬੁੱਧੂ 'ਚ ਇਹੀ ਫਰਕ ਹੈ ਕਿ ਬੁੱਧੂ ਮਨ ਤੋਂ ਥੱਲੇ ਹੈ ਔਰ ਬੁੱਧ ਮਨ ਤੋਂ ਉੱਪਰ ਹੈ। ਉਹਨਾਂ ਦਾ ਆਪਣੇ ਮਨ ਤੇ ਕੰਟਰੋਲ ਹੈ, ਉਹਨਾਂ ਦੀ ਆਪਣੇ ਆਪ ਤੇ ਸਮਝ ਹੈ। ਉਹਨਾਂ ਨੇ ਇਹ ਦੇਖਣਾ ਹੈ ਕਿ ਮਨ ਜੋ ਮਰਜ਼ੀ ਕਵੇ, ਪਰ ਕਿਹੜੀ ਚੀਜ਼ ਸਾਡੇ ਵਾਸਤੇ ਸਮਾਜ ਵਾਸਤੇ ਚੰਗੀ ਹੈ ਅਸੀਂ ਉਹ ਕਰਨੀ ਹੈ। ਫਿਰ ਚਾਹੇ ਮਨ ਸਾਡਾ ਜਿੰਨਾ ਮਰਜ਼ੀ ਰੋਲਾ ਪਾਈ ਜਾਵੇ, ਉਹ ਬੁੱਧ ਹੈ। ਇਸ ਲਈ ਗੁਰੂ ਰਹਿਬਰ ਸੰਤ ਜਦ ਵੀ ਕੋਈ ਕਰਮ ਕਰਦੇ ਹੈ ਉਹ ਇਹ ਦੇਖਦੇ ਕਿ ਸਮਾਜ ਦਾ ਦੂਸਰੇ ਦਾ ਫਾਇਦਾ ਹੈ ਜਾਂ ਨਹੀਂ ਹੈ। ਜਿਹੜਾ ਬੁੱਧੂ ਹੈ ਉਹਨੂੰ ਪਤਾ ਹੀ ਨਹੀਂ ਚੰਗਾ ਕੀ ਮਾੜਾ ਕੀ। ਤਾਂ ਜਿਹੜਾ ਮਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਜਿਹਨੂੰ ਮਨੁੱਖ ਕਿਹਾ ਜਾਂਦਾ ਹੈ, ਤਾਂ ਉਹ ਹਮੇਸ਼ਾ ਆਪਣਾ ਹੀ ਫਾਇਦਾ ਦੇਖਦਾ ਹੈ, ਕਿਉਂਕਿ ਮਨ ਨੇ ਇਹੀ ਦੇਖਣਾ ਮੈਨੂੰ ਕੀ ਫਾਇਦਾ ਹੋਏਗਾ। ਜੇ ਉਹ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ਦਰ ਤੇ ਵੀ ਜਾਏਗਾ, ਉੱਥੇ ਵੀ ਉਹਨੂੰ ਆਪਣਾ ਹੀ ਫਾਇਦਾ ਦੇਖਣਾ, ਉੱਥੇ ਜਾਣ ਨਾਲ ਮੈਨੂੰ ਕੀ ਫਾਇਦਾ ਹੋਏਗਾ। ਤਾਂ ਜਿਹੜੇ ਬੁੱਧ ਹੋ ਚੁੱਕੇ, ਮਨ ਤੋਂ ਉੱਪਰ ਉੱਠ ਚੁੱਕੇ, ਉਹਨਾਂ ਨੇ ਦੇਖਣਾ ਕਿ ਇਹਦਾ ਸੰਸਾਰ ਨੂੰ ਕੀ ਫਾਇਦਾ ਹੋਏਗਾ, ਸਮਾਜ ਨੂੰ ਕੀ ਫਾਇਦਾ ਹੋਏਗਾ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਅਸੀਂ ਆਪਣੇ ਮਨ ਦੇ ਵਿੱਚ ਫਸ ਕੇ ਨਹੀਂ ਜੀਣਾ। ਇਸ ਲਈ ਕਹਿੰਦੇ ਮਨੁੱਖ ਜੋ ਮਨ ਦੇ ਅੰਦਰ ਫਸ ਚੁੱਕਾ ਹੈ, ਔਰ ਬੁੱਧ ਜੋ ਮਨ ਤੋਂ ਉੱਪਰ ਉੱਠ ਚੁੱਕਾ ਹੈ, ਔਰ ਬੁੱਧੂ ਮੂਰਖ ਜੋ ਮਨ ਤੋਂ ਥੱਲੇ ਗਿਰ ਚੁੱਕਾ ਹੈ, ਜਿਹਨੂੰ ਚੰਗੇ ਭਲੇ ਦੀ ਸਮਝ ਹੀ ਨਹੀਂ ਹੈ। ਕਿਉਂਕਿ ਕੋਈ ਬੰਦਾ ਕਮਲਾ ਜਿਹਾ ਹੋ ਜਾਵੇ ਕਹਿੰਦੇ ਬੁੱਧੂ ਹੈ ਭਾਈ, ਇਹਨੂੰ ਤਾਂ ਪਤਾ ਹੀ ਨਹੀਂ ਉੱਠਣ ਬੈਠਣ ਦਾ, ਸੰਸਾਰਿਕ ਰੀਤੀ ਰਿਵਾਜਾਂ ਦਾ ਪਤਾ ਹੀ ਨਹੀਂ ਹੈ, ਕਿਉਂਕਿ ਉਹ ਥੱਲੇ ਹੈ। ਇਸ ਲਈ ਅਗਰ ਮਨੁੱਖ ਥੋੜੀ ਜਿਹੀ ਮਿਹਨਤ ਕਰੇ ਤਾਂ ਉਹ ਮਨੁੱਖ ਤੋਂ ਬੁੱਧ ਹੋ ਸਕਦਾ ਹੈ, ਉਹ ਉੱਪਰਲੇ ਲੈਵਲ ਤੇ ਜਾ ਸਕਦਾ ਹੈ ਜਿੱਥੇ ਮਨ ਉਹਦੇ ਕੰਟਰੋਲ 'ਚ ਆਏਗਾ, ਉਹਦੇ ਕਾਬੂ 'ਚ ਆਏਗਾ। ਇਸ ਲਈ ਤੁਸੀਂ ਦੇਖਿਆ ਕਰੋ ਕਿ ਮਨ ਸਾਨੂੰ ਚਲਾ ਰਿਹਾ ਹੈ ਜਾਂ ਅਸੀਂ ਮਨ ਨੂੰ ਚਲਾ ਰਹੇ ਹਾਂ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਮਨ ਸਾਨੂੰ ਚਲਾ ਰਿਹਾ ਜਾਂ ਅਸੀਂ ਮਨ ਨੂੰ ਚਲਾ ਰਹੇ ਹਾਂ। ਅਗਰ ਮਨ ਤੁਹਾਨੂੰ ਚਲਾ ਰਿਹਾ ਹੈ ਤਾਂ ਤੁਸੀਂ ਮਨੁੱਖ ਹੋ, ਤਾਂ ਜੇ ਤੁਸੀਂ ਮਨ ਨੂੰ ਚਲਾ ਰਹੇ ਹੋ ਤਾਂ ਤੁਸੀਂ ਬੁੱਧ ਹੋ। ਇਹੀ ਤਾਂ ਫਰਕ ਹੈ ਥੋੜਾ ਜਿਹਾ। ਸਮਝ ਆ ਰਹੀ ਕਿ ਨਹੀਂ? ਜਿਹਦਾ ਬੰਦਾ ਕਹਿੰਦਾ ਹੈ, ਉਹ ਕਹਾਣੀ ਦੱਸੀ ਨਾ ਨੱਥੂ ਲਾਲ ਦੀ, ਕਿ ਨੱਥੂ ਲਾਲ ਆਪਣੇ ਦੋਸਤ ਦੇ ਨਾਲ ਨਦੀ ਦੇ ਕਿਨਾਰੇ ਤੁਰਿਆ ਜਾ ਰਿਹਾ ਹੈ, ਤਾਂ ਦੇਖਿਆ ਕਿ ਨਦੀ ਵਿੱਚ ਇੱਕ ਕਾਲਾ ਕੰਬਲ ਰੁੜਿਆ ਜਾ ਰਿਹਾ ਹੈ।
ਤਾਂ ਨੱਥੂ ਲਾਲ ਦੇ ਮਨ 'ਚ ਲਾਲਚ ਆਇਆ ਕਿ ਬੜਾ ਨਰਮ ਕੀਮਤੀ ਕੰਬਲ ਲੱਗਦਾ ਹੈ, ਮੈਂ ਜਾ ਕੇ ਕੱਢ ਲਿਆ ਮੈਂ ਇਹਨੂੰ। ਉਹਨੇ ਛਾਲ ਮਾਰੀ, ਦੌੜ ਕੇ ਗਿਆ, ਜਾ ਕੇ ਕੰਬਲ ਨੂੰ ਫੜ ਲਿਆ। ਹੁਣ ਜਦੋਂ ਕੰਬਲ ਨੂੰ ਫੜ ਲਿਆ ਤਾਂ ਉਹ ਕੰਬਲ ਨਹੀਂ ਸੀ, ਉਹ ਸੀ ਕਿ ਭਾਲੂ। ਉਹ ਭਾਲੂ ਨੇ ਫੜ ਕੇ ਉਹਨੂੰ ਜੱਫੀ ਪਾ ਲਈ। ਹੁਣ ਨੱਥੂ ਲਾਲ ਡੁੱਬਣ ਲੱਗਾ ਤਾਂ ਦੋਸਤ ਕਹਿੰਦਾ ਛੱਡ ਦੇ ਇਹਨੂੰ, ਛੱਡ ਦੇ, ਆ ਜਾ ਬਾਹਰ, ਮਰ ਜਾਏਗਾ ਤੂੰ, ਮਰ ਜਾਏਗਾ, ਛੱਡ ਦੇ, ਕੰਬਲ ਕੀ ਕਰਨਾ ਹੈ। ਕਿਉਂਕਿ ਦੋਸਤ ਨੂੰ ਲੱਗਾ ਕੰਬਲ ਭਾਰਾ ਆ, ਇਹ ਤੋਂ ਚੱਕ ਨਹੀਂ ਹੁੰਦਾ, ਖਿੱਚ ਨਹੀਂ ਹੁੰਦਾ, ਇਹ ਤਾਂ ਆਪ ਡੁੱਬਣ ਲੱਗਾ ਹੈ। ਉਹ ਕਹਿੰਦਾ ਛੱਡ ਦੇ ਕੰਬਲ ਨੂੰ, ਛੱਡ ਦੇ, ਛੱਡ ਦੇ, ਮਰ ਜਾਏਗਾ। ਤਾਂ ਨੱਥੂ ਲਾਲ ਕਹਿੰਦਾ ਭਰਾਵਾ ਹੁਣ ਮੈਂ ਤਾਂ ਛੱਡਦਾ, ਕੰਬਲ ਨਹੀਂ ਮੈਨੂੰ ਛੱਡਦਾ, ਕਿਉਂਕਿ ਕੰਬਲ ਨਹੀਂ ਹੈ, ਭਾਲੂ ਹੈ, ਇਹਨੇ ਮੈਨੂੰ ਫੜ ਲਿਆ ਹੈ। ਹੁਣ ਇਹੀ ਹਾਲ ਅੱਜ ਇਨਸਾਨ ਦਾ ਹੋਇਆ ਹੈ ਕਿ ਅੱਜ ਫੜਨਾ ਇਨਸਾਨ ਨੂੰ ਚਾਹੀਦਾ ਸੀ, ਆਪਣੇ ਮਨ ਨੂੰ, ਪਰ ਅੱਜ ਫੜ ਮਨ ਨੇ ਇਨਸਾਨ ਨੂੰ ਲਿਆ ਹੈ। ਇਸ ਲਈ ਇਨਸਾਨ ਡੁੱਬਦਾ ਜਾ ਰਿਹਾ ਹੈ, ਇਸ ਲਈ ਇਨਸਾਨ ਮਰਦਾ ਜਾ ਰਿਹਾ ਹੈ। ਤਾਂ ਜਦੋਂ ਅਸੀਂ ਇਹ ਕਲਾ ਸਿੱਖ ਲਈ, ਉਹ ਯੁਕਤੀ ਸਿੱਖ ਲਈ ਕਿ ਕਿੱਦਾਂ ਇਹ ਮਨ ਰੂਪੀ ਭਾਲੂ ਨੂੰ ਅਸੀਂ ਫੜਨਾ ਹੈ, ਤਾਂ ਇਹੀ ਭਾਲੂ ਤਮਾਸ਼ਾ ਦਿਖਾਏਗਾ, ਤੁਹਾਡੇ ਕੰਮ ਆਏਗਾ। ਸਮਝ ਆ ਰਹੀ ਸਾਡੀ ਗੱਲ? ਇੱਕ ਮਦਾਰੀ ਭਾਲੂ ਤੋਂ ਪੈਸਾ ਕਮਾ ਲੈਂਦਾ ਹੈ, ਕਿਉਂ? ਕਿਉਂਕਿ ਉਹਨਾਂ ਭਾਲੂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਹੈ, ਆਪਣੇ ਇਸ਼ਾਰਿਆਂ ਤੇ ਨਚਾਉਂਦਾ। ਹੁਣ ਭਾਲੂ ਉਹਨੂੰ ਲਾਭ ਦੇ ਰਿਹਾ ਹੈ, ਤਾਂ ਜੇ ਭਾਲੂ ਉੱਤੇ ਕੰਟਰੋਲ ਕਰ ਲਵੇ ਤਾਂ ਮਦਾਰੀ ਦੀ ਜਾਨ ਚਲੀ ਜਾਵੇ। ਕਿਉਂਕਿ ਕਈ ਵਾਰ ਦੇਖਦੇ ਨਾ ਜੰਗਲੀ ਭਾਲੂ ਕਈਆਂ ਦੀ ਜਾਨ ਲੈ ਲੈਂਦੇ ਹੈ, ਕਿਉਂ? ਕਿਉਂਕਿ ਉਹ ਬੰਦੇ ਤੇ ਹਾਵੀ ਹੋ ਗਿਆ। ਮਨ ਦਾ ਵੀ ਇਹੀ ਹਾਲ ਹੈ, ਮਨ ਸਾਡੇ ਤੇ ਹਾਵੀ ਹੋ ਗਿਆ, ਸਾਡੀ ਜਾਨ ਲੈ ਲੇਗਾ। ਤਾਂ ਮਨ ਦੇ ਉੱਪਰ ਐਸੀ ਹਾਵੀ ਹੋ ਜਾਈਏ, ਮਨ ਨੂੰ ਆਪਣੇ ਕੰਟਰੋਲ 'ਚ ਕਰ ਲਈਏ, ਤਾਂ ਇਹ ਸਾਨੂੰ ਲਾਭ ਦੇਗਾ, ਫਾਇਦਾ ਦੇਗਾ। ਦੂਸਰਾ ਜਿੱਦਾਂ ਦੱਸਿਆ ਕਿ ਤੁਸੀਂ ਆਪਣੇ ਇਹ ਜੀਵਨ ਦੀ ਫਿਲਮ ਦੇ ਡਾਇਰੈਕਟਰ ਬਣੋ ਆਪ, ਕਿ ਮੈਂ ਇਹ ਜੀਵਨ ਨੂੰ ਕਿਹੜੀ ਡਾਇਰੈਕਸ਼ਨ ਦੇਣੀ ਹੈ, ਮੈਂ ਕੀ ਕਰਨਾ ਹੈ। ਹੁਣ ਇੱਕ ਹੀਰੋ ਆਂਦਾ ਹੈ, ਹੁਣ ਇਹ ਡਾਇਰੈਕਟਰ ਨੇ ਦੱਸਣਾ ਹੈ ਕਿ ਤੂੰ ਉਹ ਤੋਂ ਮਾਰ ਖਾਣੀ ਹੈ ਜਾਂ ਉਹਨੂੰ ਕੁੱਟਣਾ ਹੈ। ਵਿਲਨ ਤੋਂ ਤੂੰ ਮਾਰ ਖਾਣੀ ਹੈ, ਤੂੰ ਵਿਲਨ ਦੇ ਹੱਥੋਂ ਤੂੰ ਮਰਨਾ ਹੈ ਜਾਂ ਵਿਲਨ ਨੂੰ ਤੂੰ ਮਾਰਨਾ ਹੈ। ਇਹ ਡਾਇਰੈਕਸ਼ਨ ਡਾਇਰੈਕਟਰ ਦਿੰਦਾ ਹੈ ਉਹਨੂੰ, ਤਾਂ ਹੀਰੋ ਨੇ ਉਦਾਂ ਹੀ ਕਰਨਾ ਹੈ। ਇੱਦਾਂ ਹੀ ਆਪਣੇ ਜੀਵਨ ਦੇ ਡਾਇਰੈਕਟਰ ਬਣੋ ਆਪ, ਕਿ ਮੈਂ ਕੀ ਕਰਨਾ ਹੈ। ਕਈ ਵਾਰ ਤੁਸੀਂ ਦੇਖੋਗੇ ਕਈ ਫਿਲਮਾਂ 'ਚ ਹੀਰੋ ਕੋਈ ਉਹਦੀ ਜਿੰਨੀ ਮਰਜ਼ੀ ਬੇਇੱਜ਼ਤੀ ਕਰੀ ਜਾਵੇ ਤਾਂ ਵੀ ਹੱਸਦਾ ਰਹਿੰਦਾ ਹੈ, ਤਾਂ ਵੀ ਮੁਸਕਰਾਉਂਦਾ ਰਹਿੰਦਾ ਹੈ। ਤਾਂ ਕਈ ਜਗ੍ਹਾ ਕੋਈ ਮਾੜਾ ਉਂਗਲੀ ਵੀ ਚੱਕ ਦੇਵੇ, ਉਂਗਲੀ ਤੋੜ ਦਿੰਦਾ ਹੈ, ਉਹ ਨਾਲ ਲੜਨ ਨੂੰ ਪੈਂਦਾ ਹੈ। ਤੇਰੀ ਹਿੰਮਤ ਕਿੱਦਾਂ ਹੋਈ ਉਂਗਲੀ ਚੱਕਣ ਦੀ? ਹੁਣ ਤੁਹਾਡਾ ਖਿਆਲ ਹੀਰੋ ਕਰ ਰਿਹਾ ਹੈ? ਨਹੀਂ, ਇਹ ਜਿੱਦਾਂ ਦੀ ਉਹਨੂੰ ਡਾਇਰੈਕਟਰ ਨੇ ਉਹਨੂੰ ਸਮਝਾਇਆ ਹੈ ਨਾ, ਉਹਨੇ ਉਹੀ ਰੋਲ ਪਲੇ ਕਰਨਾ ਹੈ। ਹੁਣ ਤੁਸੀਂ ਵੀ ਆਪਣੇ ਜੀਵਨ ਦੇ ਡਾਇਰੈਕਟਰ ਬਣੋ, ਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਜੇ ਡਾਇਰੈਕਟਰ ਨੂੰ ਕਹਿੰਦਾ ਭਾਈ ਕੋਈ ਆ ਕੇ ਤੈਨੂੰ ਛੇੜੇ, ਜੋ ਮਰਜ਼ੀ ਕਵੇ, ਤੂੰ ਬਸ ਕਮੇਡੀ ਕਰਨੀ, ਤੂੰ ਹੱਸਣਾ ਹੈ, ਮੁਸਕਰਾਣਾ ਹੀ ਹੈ। ਤਾਂ ਹੁਣ ਕੋਈ ਆ ਕੇ ਨੂੰ ਜਿੰਨਾ ਮਰਜ਼ੀ ਤੰਗ ਕਰ ਲਵੇ, ਉਹਨਾਂ ਤਾਂ ਵੀ ਹੱਸੀ ਜਾਣਾ, ਕਿਉਂਕਿ ਉਹਨੂੰ ਸਮਝਾਇਆ ਹੀ ਇਹ ਗਿਆ ਕਿ ਡਾਇਰੈਕਟਰ ਨੇ ਕਰਨਾ ਹੀ ਇਦਾਂ ਹੈ। ਤੂੰ ਇਸ ਲਈ ਤੁਸੀਂ ਵੀ ਆਪਣੇ ਜੀਵਨ ਦੇ ਡਾਇਰੈਕਟਰ ਬਣੋ, ਕਿਉਂਕਿ ਜੇ ਆਪਣੇ ਜੀਵਨ ਦੇ ਅਸੀਂ ਡਾਇਰੈਕਟਰ ਨਹੀਂ ਹੈ ਤਾਂ ਫਿਰ ਇਹਦਾ ਮਤਲਬ ਸਾਡਾ ਆਪਣੇ ਜੀਵਨ ਤੇ ਕੰਟਰੋਲ ਨਹੀਂ ਹੈ, ਸਾਡਾ ਆਪਣੇ ਜੀਵਨ ਤੇ ਕਾਬੂ ਨਹੀਂ ਹੈ। ਇਸ ਕਰਕੇ ਰੋਜ਼ ਸ਼ਾਮ ਨੂੰ ਔਰ ਸਵੇਰੇ, ਸ਼ਾਮ ਨੂੰ ਕੀ ਕਰਨਾ ਹੈ ਕਿ ਮੈਂ ਦੇਖਣਾ ਹੈ ਕਿ ਜੋ ਪਹਿਲਾਂ ਸਵੇਰੇ ਕੀ ਕਰਨਾ ਹੈ, ਮੈਂ ਸੋਚਣਾ ਹੈ ਕਿ ਅੱਜ ਮੈਂ ਆਪਣੇ ਜੀਵਨ ਨੂੰ ਆਹ ਡਾਇਰੈਕਸ਼ਨ ਦੇਣੀ ਹੈ, ਅੱਜ ਮੈਂ ਪੂਰੇ ਦਿਨ 'ਚ ਆਹ ਕਰਨਾ ਹੈ, ਖੁਸ਼ ਰਹਿਣਾ ਹੈ, ਦੂਜਿਆਂ ਨੂੰ ਵੀ ਖੁਸ਼ ਰੱਖਣਾ ਹੈ, ਬੁਰਾ ਨਹੀਂ ਬੋਲਣਾ। ਯਾਨੀ ਉਹ ਅੱਛੀਆਂ ਚੀਜ਼ਾਂ ਆਪਣੇ ਅੰਦਰ ਤੁਸੀਂ ਕਰ ਸਕਦੇ ਹੋ, ਅੱਛੀਆਂ ਚੀਜ਼ਾਂ ਜਿਹਦੇ ਨਾਲ ਪਤਾ ਹੈ ਕਿ ਮਾਹੌਲ ਵਿੱਚ ਖੁਸ਼ੀ ਆਏਗੀ, ਆਨੰਦ ਆਏਗਾ। ਔਰ ਫਿਰ ਸ਼ਾਮ ਨੂੰ ਇਹ ਚੈੱਕ ਕਰੋ ਕਿ ਅੱਜ ਮੈਂ ਜੋ ਰੋਲ ਆਪਣੇ ਆਪ ਨੂੰ ਦਿੱਤਾ ਸੀ ਉਹ ਮੈਂ ਇਮਾਨਦਾਰੀ ਨਾਲ ਪੂਰਾ ਕੀਤਾ ਜਾਂ ਨਹੀਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਡਾਇਰੈਕਟਰ ਕਿਸੇ ਨੂੰ ਦੇ ਦੇਵੇ ਨਾ, ਹੀਰੋ ਨੂੰ ਰੋਲ, ਤਾਂ ਫਿਰ ਨਾਲ ਉਹ ਦੇਖਦਾ ਵੀ ਹੈ ਕਿ ਇਹ ਰੋਲ ਜਿਹੜਾ ਮੈਨੂੰ ਡਾਇਰੈਕਟਰ ਨੇ ਦਿੱਤਾ ਸੀ ਤਾਂ ਇਹਨੂੰ ਮੈਂ ਅੱਛੀ ਤਰ੍ਹਾਂ ਨਿਭਾਇਆ ਵੀ ਜਾਂ ਨਹੀਂ। ਜੇ ਕਿਤੇ ਕਮੀ ਰਹਿ ਗਈ ਤਾਂ ਅਗਲੀ ਨੈਕਸਟ ਫਿਲਮ ਵਿੱਚ ਜਾਂ ਨੈਕਸਟ ਟਾਈਮ ਮੈਂ ਆਪਣੀ ਇਹ ਕਮੀ ਨੂੰ ਦੂਰ ਕਰਨਾ ਹੈ। ਇਸ ਲਈ ਇੱਥੇ ਡਾਇਰੈਕਟਰ ਵੀ ਤੁਸੀਂ ਹੋ, ਐਕਟਰ ਵੀ ਤੁਸੀਂ ਹੋ, ਔਰ ਆਪਣੇ ਆਪ ਨੂੰ ਜੱਜ ਕਰਨ ਵਾਲੇ ਵੀ ਤੁਸੀਂ ਹੋ। ਯਾਨੀ ਇਦਾਂ ਸਮਝ ਲਓ ਕਿ ਡਾਇਰੈਕਟਰ ਵੀ ਤੁਸੀਂ, ਐਕਟਰ ਵੀ ਤੁਸੀਂ, ਤਾਂ ਦੇਖਣ ਵਾਲੀ ਪਬਲਿਕ ਵੀ ਤੁਸੀਂ ਹੋ, ਜਿਨ੍ਹਾਂ ਨੇ ਫੈਸਲਾ ਲੈਣਾ ਤੁਸੀਂ ਅੱਛੀ ਐਕਟਿੰਗ ਕੀਤੀ ਜਾਂ ਮਾੜੀ ਐਕਟਿੰਗ ਕੀਤੀ। ਸਮਝ ਆ ਗਈ? ਕੱਲ ਤੋਂ ਇਹ ਸ਼ੁਰੂਆਤ ਕਰਨੀ ਹੈ। ਸਵੇਰੇ ਆਪਣੇ ਆਪ ਨੂੰ ਇੱਕ ਰੋਲ ਦੇਣਾ ਹੈ ਕਿ ਅੱਜ ਮੈਂ ਆਪਣੇ ਆਪ ਨੂੰ 24 ਘੰਟੇ ਵਾਸਤੇ ਜਾਂ 12 ਘੰਟੇ ਵਾਸਤੇ 16 ਘੰਟੇ ਵਾਸਤੇ ਇੱਕ ਟਾਈਮ ਕਰ ਲਓ, ਆਹ ਰੋਲ ਦੇ ਰਿਹਾ ਹਾਂ। ਔਰ ਇਹ ਰੋਲ ਮੈਂ ਦੇ ਰਿਹਾ ਹਾਂ ਖੁਸ਼ ਰਹਿਣ ਵਾਲਾ, ਅੱਛਾ ਬੋਲਣ ਵਾਲਾ, ਅੱਛਾ ਸੁਣਨ ਵਾਲਾ, ਹੱਸਣ ਵਾਲਾ, ਮੁਸਕਰਾਉਣ ਵਾਲਾ, ਜਿਹੜਾ ਕਿਸੇ ਨੂੰ ਬੁਰਾ ਨਹੀਂ ਬੋਲਦਾ, ਜਿਹੜਾ ਸਭ ਦੇ ਅੱਗੇ, ਜਿੱਦਾਂ ਹੁਣ ਫਰਜ਼ ਕਰੋ ਕਿਸੇ ਨੂੰ ਮਹਾਤਮਾ ਬੁੱਧ ਦਾ ਰੋਲ ਮਿਲ ਗਿਆ, ਤਾਂ ਹੁਣ ਤੁਸੀਂ ਸੋਚੋ ਨਾਟਕ ਵਿੱਚ ਉਹੀ ਰੋਲ ਉਹਨਾਂ ਪਲੇ ਕਰਨਾ। ਕੋਈ ਪੱਥਰ ਵੀ ਮਾਰੇਗਾ ਤਾਂ ਉਹਨਾਂ ਤਾਂ ਵੀ ਕਹਿਣਾ ਰੱਬ ਤੇਰਾ ਭਲਾ ਕਰੇ, ਕਿਉਂਕਿ ਹੁਣ ਰੋਲ ਹੀ ਉਹ ਕਰ ਰਿਹਾ ਹੈ। ਤੁਸੀਂ ਵੀ ਇਦਾਂ ਕਰੋ, ਆਪਣੇ ਆਪ ਨੂੰ ਸੋਚੋ ਕਿ ਅੱਜ ਮੈਂ ਮਹਾਤਮਾ ਬੁੱਧ ਵਾਲਾ ਰੋਲ ਪਲੇ ਕਰਨਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਜਾਓ ਔਰ ਭਗਵਾ ਕੱਪੜਾ ਲਪੇਟ ਲਓ। ਮਹਾਤਮਾ ਬੁੱਧ ਨੇ ਇਦਾਂ ਹੱਥ 'ਚ
ਮੰਗਣ ਵਾਲਾ ਬਰਤਨ ਫੜਿਆ ਸੀ ਜਾਂ ਇਸ ਤਰ੍ਹਾਂ ਆਪਣਾ ਭੇਸ਼ ਬਣਾਇਆ ਸੀ। ਨਹੀਂ, ਇਹਦਾ ਮਤਲਬ ਹੈ ਕਿ ਆਪਣੇ ਆਪ ਨੂੰ ਇਹ ਸੋਚੋ ਕਿ ਮੈਂ ਮਹਾਤਮਾ ਬੁੱਧ ਵਾਲੀ ਅਵਸਥਾ ਤੇ ਪਹੁੰਚ ਕੇ ਉਹ ਐਕਟਿੰਗ ਕਰਨ ਦੀ ਕੋਸ਼ਿਸ਼ ਕਰਨੀ ਹੈ। ਯਾਨੀ ਮੈਂ ਇਹ ਸੋਚਣਾ ਹੈ ਜਦੋਂ ਕੋਈ ਮੈਨੂੰ ਬੁਰਾ ਬੋਲੇ, ਜੇ ਮਹਾਤਮਾ ਬੁੱਧ ਹੁੰਦੇ ਤਾਂ ਉਹਨਾਂ ਨੇ ਇੱਥੇ ਕੀ ਰਿਸਪੌਂਸ ਕਰਨਾ ਸੀ। ਜਿੱਦਾਂ ਆਪਾਂ ਤੁਹਾਨੂੰ ਕਹੀਏ ਚਲੋ ਵੀ ਉੱਠੋ, ਕੋਈ ਸਲਮਾਨ ਖਾਨ ਦੀ ਐਕਟਿੰਗ ਕਰਕੇ ਦੱਸੋ, ਕੋਈ ਗੱਬਰ ਦੀ ਐਕਟਿੰਗ ਕਰਕੇ ਦੱਸੋ, ਕੋਈ ਅਮਿਤਾਭ ਬੱਚਨ ਦੀ ਐਕਟਿੰਗ ਕਰਕੇ ਦੱਸੋ, ਤਾਂ ਬੰਦੇ ਨੇ ਉਦਾਂ ਹੀ ਬੋਲਣ ਦੀ, ਉਦਾਂ ਹੀ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਹਾਲਾਂਕਿ ਉਹ ਹੋ ਨਹੀਂ ਗਿਆ, ਐਕਟਿੰਗ ਕਰ ਰਿਹਾ ਹੈ। ਤਾਂ ਕਈ ਵਾਰ ਅਸੀਂ ਦੇਖਿਆ ਹੈ ਕਿ ਜਿਹੜਾ ਐਕਟਿੰਗ ਕਰਦਾ 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 ਲਗਾਤਾਰ ਕਰਦਾ ਰਹੇ ਨਾ, ਉਹਦੇ ਅੰਦਰ ਉਹ ਗੁਣ ਆ ਵੀ ਜਾਂਦੇ ਆ, ਉੱਠਣਾ ਬੈਠਣਾ ਵੀ ਉਦਾਂ ਹੀ ਸ਼ੁਰੂ ਕਰ ਦਿੰਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਸੋਚੀਏ ਕਿ ਲੈ ਵੀ ਹਰ ਰੋਜ਼ ਸਵੇਰੇ ਮੈਂ ਮਹਾਤਮਾ ਬੁੱਧ ਦਾ ਰੋਲ ਪਲੇ ਕਰਨਾ ਹੈ, ਮੈਂ ਜੀਸਸ ਕ੍ਰਾਈਸਟ ਦਾ ਰੋਲ ਪਲੇ ਕਰਨਾ ਹੈ, ਜਾਂ ਮੈਂ ਕਿਸੇ ਵੀ ਅੱਛੀ ਸ਼ਖਸੀਅਤ ਨੂੰ ਜੋ ਕਿ ਪਤਾ ਹੈ ਮੈਂ ਵਿਵੇਕਾਨੰਦ ਜੀ ਦਾ ਰੋਲ ਪਲੇ ਕਰਨਾ ਹੈ, ਜਾਂ ਤੁਸੀਂ ਕਹਿਣਾ ਜਾਂ ਕੋਈ ਕਹਿ ਲਓ ਮਾਲਕਾਂ ਦੇ ਰੋਲ ਪਲੇ ਕਰਨਾ ਹੈ। ਯਾਨੀ ਇਹਦਾ ਮਤਲਬ ਹੁਣ ਇਹ ਨਹੀਂ ਕਿ ਤੁਸੀਂ ਵੀ ਚੱਕੋ ਚੋਲਾ ਦਾ ਪਾ ਕੇ ਬਹਿ ਜਾਓ ਕੁਰਸੀ ਤੇ, ਤਾਂ ਫਿਰ ਤਾਂ ਲੋਕਾਂ ਨੇ ਹੱਸਣਾ ਹੀ ਹੈ, ਮਜ਼ਾਕ ਹੀ ਉਡਾਉਣਾ, ਜਿੱਦਾਂ ਕਿ ਡਰਾਮਿਆਂ 'ਚ ਹੁੰਦਾ ਹੀ ਹੈ। ਹੁਣ ਰਾਮਲੀਲਾ ਦੇ ਰਾਮ ਬਣ ਕੇ ਤੁਰ ਪੈਂਦੇ ਆ ਸਾਰੇ, ਤਾਂ ਲੋਕ ਮਜ਼ਾਕ ਹੀ ਉਡਾਉਂਦੇ ਆ। ਹੁਣ ਸਰੀਰਕ ਤੌਰ ਤੇ ਬਦਲਾਵ ਨਹੀਂ ਲੈਣਾ, ਆਪਣੀ ਸੁਰਤੀ ਨੂੰ, ਆਪਣੀ ਸੋਚ ਨੂੰ ਉੱਥੇ ਤੱਕ ਲੈ ਕੇ ਜਾਣਾ ਹੈ ਕਿ ਮੈਂ ਰਾਮ ਵਾਲੀ ਜਾਂ ਕ੍ਰਿਸ਼ਨ ਵਾਲੀ ਜਾਂ ਮਹਾਤਮਾ ਬੁੱਧ ਵਾਲੀ ਸੋਚ ਨੂੰ ਆਪਣੇ ਅੰਦਰ ਲਿਆਣਾ ਹੈ। ਪਹਿਰਾਵੇ ਨਾਲ ਕੋਈ ਫਰਕ ਨਹੀਂ ਹੈ, ਪਹਿਰਾਵਾ ਚਾਹੇ ਕੋਟ ਪੈਂਟ ਪਾਇਆ ਹੋਵੇ, ਕੁੜਤਾ ਪਜਾਮਾ ਪਾਇਆ ਹੋਵੇ, ਕੋਈ ਫਰਕ ਨਹੀਂ ਹੈ। ਪਰ ਅੱਜ ਹੁੰਦਾ ਕੀ ਹੈ, ਬੰਦਾ ਬਾਹਰੋਂ ਕੱਪੜੇ ਉਦਾਂ ਦੇ ਪਾ ਲੈਂਦਾ ਹੈ ਪਰ ਅੰਦਰ ਸ਼ੈਤਾਨ ਹੀ ਹੈ। ਤਾਂ ਹੀ ਤਾਂ ਬੰਦੇ ਦੀ ਜ਼ਿੰਦਗੀ 'ਚ ਬਦਲਾਵ ਨਹੀਂ ਆਉਂਦਾ। ਇਸ ਲਈ ਤੁਸੀਂ ਆਪਣੇ ਜੀਵਨ ਨੂੰ ਡਾਇਰੈਕਸ਼ਨ ਦੇਣੀ ਹੈ ਕਿ ਅੱਜ ਮੈਂ ਅੱਛਾਈ ਦਾ ਰੋਲ ਪਲੇ ਕਰਨਾ ਹੈ, ਅੱਜ ਮੈਂ ਅੱਛੇ ਇਨਸਾਨ ਦਾ ਰੋਲ ਪਲੇ ਕਰਨਾ ਹੈ, ਅੱਜ ਮੈਂ ਪ੍ਰੇਮੀ ਯਾਨੀ ਜੋ ਸਭ ਨਾਲ ਪ੍ਰੇਮ ਕਰਨ ਵਾਲਾ ਹੈ ਉਹ ਪ੍ਰੇਮੀ ਦਾ ਰੋਲ ਪਲੇ ਕਰਨਾ ਹੈ। ਪ੍ਰੇਮੀ ਦਾ ਮਤਲਬ ਕਿਸੇ ਇੱਕ ਦਾ ਨਹੀਂ, ਜੋ ਸਭ ਨਾਲ ਪ੍ਰੇਮ ਕਰਨ ਵਾਲਾ ਹੈ। ਸਮਝਦੇ ਹੋ ਕਿ ਨਹੀਂ? ਇਹ ਆਪਣੇ ਆਪ ਨੂੰ ਡਾਇਰੈਕਸ਼ਨ ਦਿਓ, ਆਪਣੇ ਜੀਵਨ ਦੀ ਹਰ ਫਿਲਮ, ਹਰ ਦਿਨ ਨੂੰ ਡਾਇਰੈਕਸ਼ਨ ਦੇ ਕੇ ਉੱਠੋ। ਅੱਜ ਮੈਂ ਆਹ ਕਰਨਾ ਹੈ। ਜਿਹਨੂੰ ਪਤਾ ਹੈ ਕਿ ਮੈਨੂੰ ਐਕਸਰਸਾਈਜ਼ ਕਰਨ ਦੀ ਆਦਤ ਨਹੀਂ, ਅੱਜ ਮੈਂ 10 ਉੱਠਕ ਬੈਠਕ ਲਾਣੀ ਹੈ। ਔਰ ਇਹ ਵੀ ਗੱਲ ਯਾਦ ਰੱਖੋ ਕਿ ਜੇ ਤੁਹਾਡੇ ਜੀਵਨ 'ਚ ਕੋਈ ਤਕਲੀਫ ਆਉਂਦੀ ਹੈ, ਕੋਈ ਦੁੱਖ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ ਤਾਂ ਡਰੋ ਨਾ। ਜਦੋਂ ਦੁੱਖ, ਮੁਸੀਬਤ, ਪਰੇਸ਼ਾਨੀ ਆਵੇ ਤਾਂ ਇਹ ਸੋਚ ਲਿਆ ਕਰੋ ਕਿ ਕਠਿਨ ਰੋਲ ਬੈਸਟ ਐਕਟਰ ਨੂੰ ਹੀ ਦਿੱਤਾ ਜਾਂਦਾ ਹੈ। ਔਖਾ ਰੋਲ ਜਿਹੜਾ ਹੁੰਦਾ ਨਾ ਉਹ ਕਿਸੇ ਮਾਮੂਲੀ ਬੰਦੇ ਨੂੰ ਨਹੀਂ ਦਿੱਤਾ ਜਾਂਦਾ। ਜੇ ਤੁਹਾਡੇ ਜੀਵਨ 'ਚ ਦੁੱਖ ਹੈ ਤੇ ਇਹਦਾ ਮਤਲਬ ਰੱਬ ਦੀਆਂ ਨਜ਼ਰਾਂ 'ਚ ਅਸੀਂ ਬੈਸਟ ਹਾਂ, ਤਾਂ ਹੀ ਤਾਂ ਉਹਨਾਂ ਸਾਨੂੰ ਇਹ ਪਾਠ ਦਿੱਤਾ ਕਰਨ ਨੂੰ। ਨਹੀਂ ਤਾਂ ਛੋਟੇ ਮੋਟੇ ਪਾਠ ਤਾਂ ਅਸੀਂ ਰਸਤੇ ਤੁਰੇ ਜਾਂਦੇ ਨੂੰ ਫੜ ਕੇ, ਕਈ ਵਾਰ ਤੁਸੀਂ ਦੇਖਦੇ ਹੋ ਨਾ ਕਿਤੇ ਰਸ਼ ਇਕੱਠਾ ਕਰਨਾ ਹੋਵੇ ਹੀਰੋ ਦੇ ਮੋਹਰੇ, ਤਾਂ ਤੁਹਾਡੇ ਖਿਆਲ ਆ ਜੇ 1000 ਬੰਦਾ ਇਕੱਠਾ ਕੀਤਾ ਤਾਂ ਸਾਰੇ ਐਕਟਰ ਹੀ ਹੈ? ਨਹੀਂ, ਉਹ ਰਸਤੇ ਤੁਰੇ ਜਾਂਦੇ ਵੀ ਇਕੱਠੇ ਕਰਕੇ ਲਿਆਉਂਦੇ ਕਿ ਭਾਈ ਖੜ ਜਾ, ਇੱਥੇ ਭੀੜ ਦਾ ਹਿੱਸਾ ਬਣ ਜਾ। ਪਰ ਜੇ ਵੈਸਟ ਰੋਲ, ਖਤਰਨਾਕ ਰੋਲ ਤਾਂ ਦਿੱਤਾ ਵੀ ਕਿਸੇ ਵੈਸਟ ਨੂੰ ਜਾਂਦਾ ਹੈ, ਕਿਸੇ ਅੱਛੇ ਐਕਟਰ ਨੂੰ ਦਿੱਤਾ ਜਾਂਦਾ ਹੈ ਕਿ ਅੱਛਾ ਹੈ ਭਾਈ ਤੂੰ ਆ ਕਰਨਾ ਕਿਉਂਕਿ ਤੂੰ ਹੀ ਕਰ ਸਕਦਾ ਹੈ। ਜੇ ਤੁਹਾਡੇ ਜੀਵਨ 'ਚ ਕੋਈ ਖਤਰਾ, ਮੁਸੀਬਤ, ਪਰੇਸ਼ਾਨੀ ਆਉਂਦੀ, ਕੋਈ ਤਕਲੀਫ, ਦੁੱਖ ਆਉਂਦਾ ਹੈ ਤਾਂ ਨਾਰਾਜ਼ ਨਾ ਹੋਵੋ, ਬਲਕਿ ਸ਼ੁਕਰ ਕਰੋ। ਸ਼ੁਕਰ ਹੈ ਪ੍ਰਮਾਤਮਾ ਨੇ ਮੈਨੂੰ ਵੈਸਟ ਸਮਝਿਆ ਹੈ, ਕਿਉਂਕਿ ਕਠਿਨ ਤੋਂ ਕਠਿਨ ਚੀਜ਼ ਅਸੀਂ ਕਿਹਨੂੰ ਦਿੰਦੇ ਹਾਂ? ਜੋ ਸਾਡੀਆਂ ਨਜ਼ਰਾਂ 'ਚ ਵੈਸਟ ਹੋਵੇ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਅਸੀਂ ਕਿਸੇ ਨੂੰ 50 ਕਿਲੋ ਦਾ ਵਜ਼ਨ ਚੁਕਾਉਣਾ ਹੋਵੇ, ਇੱਥੇ ਬੱਚੇ ਵੀ ਬੈਠੇ ਹੈ, ਤਾਂ ਹੁਣ ਅਸੀਂ ਬੱਚੇ ਨੂੰ ਥੋੜੀ ਚੁਕਾਉਣਾ ਹੈ। ਇਸੇ ਤਰ੍ਹਾਂ ਬੰਦੇ ਨੇ ਦੇਖਣਾ ਹੈ ਪਹਿਲਾਂ ਕਿ ਇਹ 50 ਕਿਲੋ ਦਾ ਵਜ਼ਨ ਚੱਕ ਕੌਣ ਸਕਦਾ ਹੈ, ਉਹਨੂੰ ਕਹੀਏ ਉੱਠ ਬਈ, ਸਾਡੇ 'ਚ ਤਾਕਤ ਹੈ ਤਾਂ ਹੀ ਸਾਨੂੰ ਚੁਕਾਇਆ ਜਾਂਦਾ ਹੈ, ਕਿਉਂਕਿ ਉਹ ਸਾਡਾ ਮਾਲਿਕ, ਸਾਡਾ ਪਰਮਾਤਮਾ ਕੋਈ ਇੰਨਾ ਅਣਜਾਣ ਨਹੀਂ ਹੈ ਕਿ ਤੁਹਾਡੇ ਤੇ ਉੱਦਾਂ ਹੀ ਬੋਝ ਪਾ ਦੇਵੇ। ਉਹਨੂੰ ਪਤਾ ਹੈ ਕਿ ਤੁਹਾਡੇ ਅੰਦਰ ਉਹ ਸ਼ਕਤੀ ਹੈ, ਤਾਂ ਹੀ ਉਹਨਾਂ ਤੁਹਾਨੂੰ ਚੁਣਿਆ ਹੈ। ਜ਼ਰਾ ਸਮਝੋ, ਜੇ ਜੀਸਸ ਕ੍ਰਾਈਸਟ ਨੂੰ ਸਲੀਬ ਤੇ ਚੜਾਉਣਾ ਸੀ ਤਾਂ ਉਹਨਾਂ ਨੂੰ ਪਤਾ ਸੀ ਕਿ ਇਹਦੇ 'ਚ ਉਹ ਸਹਿਨ ਸ਼ਕਤੀ ਹੈ, ਸਹਿਨਸ਼ੀਲਤਾ ਹੈ, ਉਹ ਪ੍ਰੇਮ ਹੈ ਕਿ ਉੱਥੇ ਚੜ ਕੇ ਵੀ ਇਹ ਮੁਸਕਰਾ ਸਕਦਾ ਹੈ, ਉੱਥੇ ਚੜ ਕੇ ਵੀ ਇਹ ਕਹਿ ਸਕਦਾ ਹੈ ਕਿ ਮੇਰੇ ਪਿਤਾ ਸਭ ਨੂੰ ਮਾਫ ਕਰ ਦੇ, ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ। ਜ਼ਰਾ ਸੋਚੋ, ਨਹੀਂ ਤਾਂ ਬੰਦੇ ਦੇ ਪੈਰ 'ਚ ਤੁਰੇ ਜਾਂਦੇ ਆ ਕੰਡਾ ਚੁੱਭ ਜਾਵੇ ਤਾਂ ਬੰਦਾ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ। ਰੱਬਾ ਮੈਂ ਕੀ ਪਾਪ ਕੀਤਾ, ਆ ਮੈਂ ਕਿਹੜਾ ਕਰਮ ਕੀਤਾ, ਮੈਨੂੰ ਆ ਸਜ਼ਾ ਕਿਉਂ ਦਿੱਤੀ, ਮੈਂ ਤਾਂ ਤੇਰਾ ਨਾਮ ਜਪਣ ਵਾਲਾ, ਤੇਰਾ ਸਿਮਰਨ ਕਰਨ ਵਾਲਾ, ਮੈਨੂੰ ਇਹ ਤਕਲੀਫ ਕਿਉਂ ਦਿੱਤੀ। ਇਸ ਲਈ ਹੁਣ ਜਿਹੜਾ ਬੰਦਾ ਪੈਰ ਦੇ ਕੰਡੇ ਤੋਂ ਰੱਬ ਦਾ ਨਾ ਸ਼ੁਕਰਾ ਹੋ ਗਿਆ, ਉਹਨਾਂ ਸਲੀਬ ਤੇ ਕੀ ਚੜ੍ਹਨਾ ਹੈ, ਉਹਨਾਂ ਉੱਚੀ ਪਦਵੀ ਨੂੰ ਕੀ ਪਾਣਾ ਹੈ, ਉਹਨਾਂ ਤਕਲੀਫਾਂ ਦੁੱਖਾਂ 'ਚ ਕੀ ਗੁਜ਼ਰਨਾ ਹੈ। ਇਸ ਲਈ ਫਿਰ ਮੰਜ਼ਿਲ ਵੀ ਉਹਦੀ ਉੱਥੇ ਹੀ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਜੀਵਨ 'ਚ ਜੈਸਾ ਮਰਜ਼ੀ ਵਕਤ ਆਵੇ, ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਦੁੱਖ ਆਵੇ ਤਾਂ ਲੈ ਇਹ ਦੁੱਖ ਦਾ ਪਲ ਜੇ ਆਇਆ ਹੈ ਤੇ ਇਹਦਾ ਮਤਲਬ ਮੈਂ ਖਾਸ ਹਾਂ, ਉਹਦੀਆਂ ਨਜ਼ਰਾਂ 'ਚ ਮੈਂ
ਇਸ ਯੋਗਿਆ ਹਾਂ, ਤਾਂ ਹੀ ਤਾਂ ਉਹਨਾਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਯਾਦ ਰੱਖਣਾ ਕਿ ਕਠਿਨ ਤੋਂ ਕਠਿਨ ਰੋਲ ਹਮੇਸ਼ਾ ਕਿਹਨੂੰ ਦਿੱਤਾ ਜਾਂਦਾ ਹੈ? ਵੈਸਟ ਐਕਟਰ ਨੂੰ। ਜੋ ਵੈਸਟ ਹੋਵੇ, ਜੋ ਅੱਛਾ ਹੋਵੇ, ਉਹਨੂੰ ਹੀ ਦਿੱਤਾ ਜਾਂਦਾ ਹੈ। ਇੱਕ ਪੁਆਇੰਟ ਹੈ ਨੋਟ ਰੱਖਣਾ। ਇਸ ਲਈ ਕਠਿਨ ਸਵਾਲ ਹਮੇਸ਼ਾ ਬੁੱਧੂ ਬੱਚੇ ਨੂੰ ਨਹੀਂ ਦਿੱਤਾ ਜਾਂਦਾ, ਅਕਲਮੰਦ ਨੂੰ ਹੀ ਦਿੱਤਾ ਜਾਂਦਾ ਕਿ ਭਾਈ ਤੇਰੀ ਇੰਨੀ ਅਕਲ ਹੈ, ਆਹ ਕਠਿਨ ਕਰ। ਜਿੱਦਾਂ ਹੁਣ ਤੁਸੀਂ ਫਰਜ਼ ਕਰੋ ਜਿਹੜਾ ਬੱਚੇ ਦੀ ਸਮਝ ਘੱਟ ਹੈ, ਤੁਸੀਂ ਉਹਨੂੰ ਕਹਿਣਾ ਬੇਟਾ ਦੱਸ 2 ਤਾਂ 2 ਕਿੰਨੇ ਹੁੰਦੇ ਆ, ਕਿਉਂਕਿ ਤੁਹਾਨੂੰ ਪਤਾ ਉਹਦੇ ਵਾਸਤੇ ਇੰਨਾ ਕੁ ਲੈਵਲ ਠੀਕ ਹੈ। ਤਾਂ ਜੇ ਕੋਈ MA BA ਪੜ੍ਹਿਆ ਹੈ, ਉਹਨੂੰ ਕਹੋ ਭਾਈ ਦੱਸ 2 ਤੋਂ 2 ਕਿੰਨੇ ਹੁੰਦੇ ਆ, ਇਹ ਕੋਈ ਤੁੱਕੇ ਨਹੀਂ ਬਣਦੀ। ਕਿਉਂਕਿ ਤੁਸੀਂ ਉਹਨੂੰ ਫਿਰ ਕੁਐਸਚਨ ਦੇਣਾ ਕੋਈ ਤਾਂ ਉਹਦੇ ਲੈਵਲ ਦਾ ਦੇਣਾ ਹੈ ਕਿ ਉਹ ਦੇਵਾਂ ਜਿੱਥੇ ਸੋਚਣ ਤੇ ਮਜਬੂਰ ਹੋ ਜਾਵੇ, ਕਿਉਂਕਿ ਬੰਦੇ ਦੀ ਸਮਝ ਦੇ ਹਿਸਾਬ ਨਾਲ ਹੀ ਉਹਦੇ ਅੱਗੇ ਸਵਾਲ ਰੱਖੇ ਜਾਂਦੇ ਆ। ਪਰ ਇਹ ਵੀ ਗੱਲ ਨਾਲ ਹੀ ਹੈ ਕਿ ਜਦੋਂ ਕੁਦਰਤ ਸਵਾਲ ਰੱਖਦੀ ਹੈ ਤਾਂ ਉਹਨਾਂ ਖਮਤਾ ਵੀ ਸਾਡੇ ਅੰਦਰ ਰੱਖੀ ਹੈ, ਤਾਕਤ ਵੀ ਰੱਖੀ ਹੈ ਉਹਦਾ ਜਵਾਬ ਦੇਣ ਦੀ। ਬਸ ਉਹਦੀ ਥੋੜੀ ਖੋਜ ਕਰਨੀ ਪੈਂਦੀ ਹੈ ਸਾਨੂੰ। ਕਈ ਬੰਦੇ ਖੋਜ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ, ਉਹ ਫੇਲ ਹੋ ਜਾਂਦੇ। ਤਾਂ ਜਿਹੜੇ ਖੋਜ ਕਰਨ ਨੂੰ ਤਿਆਰ ਹੈ ਉਹ ਜੀਵਨ 'ਚ ਕੀ ਹੋ ਜਾਂਦੇ ਆ? ਪਾਸ। ਇਸ ਲਈ ਤੁਸੀਂ ਖੋਜ ਕਰਨ ਨੂੰ ਤਿਆਰ ਹੋ ਜਾਂ ਨਹੀਂ, ਇਹ ਤੁਸੀਂ ਦੇਖਣਾ ਹੈ। ਸੋ ਆਪਣੇ ਜੀਵਨ ਨੂੰ ਹੁਣ ਤੋਂ ਹੀ ਕਰ ਲਓ। ਪ੍ਰੋਡਿਊਸਰ ਮਾਲਕ ਹੈ। ਪ੍ਰੋਡਿਊਸਰ ਦਾ ਮਤਲਬ ਹੁੰਦਾ ਜਿਹੜਾ ਪੈਸਾ ਲਾ ਰਿਹਾ ਹੈ, ਪ੍ਰੋਡਿਊਸ ਕਰ ਰਿਹਾ ਹੈ, ਚੀਜ਼ਾਂ ਦੇ ਰਿਹਾ, ਸਮਾਨ ਦੇ ਰਿਹਾ ਹੈ, ਭਾਈ ਆਹ ਕਰੋ। ਡਾਇਰੈਕਟਰ ਦਾ ਕੰਮ ਹੈ ਡਾਇਰੈਕਸ਼ਨ ਦੇਣਾ ਕਿ ਇੱਥੇ ਤੂੰ ਇਦਾਂ ਕਰਨਾ, ਇੱਥੇ ਤੂੰ ਇਦਾਂ ਕਰਨੀ ਹੈ। ਉਹ ਪੂਰਾ ਐਂਗਲ ਦੱਸਦਾ, ਇੱਥੋਂ ਦੌੜ ਕੇ ਆਣਾ ਹੈ, ਇੱਥੇ ਤੂੰ ਇਦਾਂ ਖੜਨਾ ਹੈ, ਇੱਥੇ ਇਦਾਂ ਡਾਇਲੋਗ ਬੋਲਣਾ ਹੈ। ਉਹ ਸਾਰਾ ਐਂਗਲ ਦੱਸਦਾ ਹੈ ਉਹਨੂੰ। ਪ੍ਰੋਡਿਊਸਰ ਦਾ ਕੰਮ ਤਾਂ ਹੁੰਦਾ ਇੱਕ ਵਾਰੀ ਪੈਸਾ ਲਾ ਦਿੱਤਾ, ਭਾਈ ਮੈਂ ਬੈਠ ਗਿਆ ਆਰਾਮ ਨਾਲ। ਇਹਦੇ ਸਮਝ ਲਓ ਪ੍ਰਮਾਤਮਾ ਮਾਲਿਕ ਪ੍ਰੋਡਿਊਸਰ ਹੈ ਜਿਹਨੇ ਜੀਵਨ ਦੇ ਦਿੱਤਾ ਸਾਨੂੰ। ਮੈਂ ਸਵਾਸ ਦੇ ਦਿੱਤੇ ਤੈਨੂੰ, ਅੱਖਾਂ ਦੇਤੀਆਂ ਦੇਖਣ ਨੂੰ, ਕੰਨ ਦੇ ਦਿੱਤੇ ਸੁਣਨ ਨੂੰ, ਬੋਲਣ ਨੂੰ ਜ਼ੁਬਾਨ ਦੇ ਦਿੱਤੀ, ਸਭ ਕੁਝ ਦੇ ਦਿੱਤਾ। ਹੁਣ ਆਪਣੇ ਜੀਵਨ ਨੂੰ ਆਪ ਰਸਤਾ ਦਿਖਾ ਕਿ ਮੈਂ ਜ਼ੁਬਾਨ ਨਾਲ ਅੱਛੇ ਡਾਇਲੋਗ ਬੋਲਣੇ ਹੈ ਜਾਂ ਮਾੜੇ। ਮੈਂ ਇਹਨਾਂ ਅੱਖਾਂ ਨਾਲ ਅੱਛਾ ਦੇਖਣਾ ਹੈ। ਯਾਨੀ ਇਹਨੂੰ ਇਦਾਂ ਸਮਝ ਲਓ ਕਿ ਤੁਸੀਂ ਇੱਕ ਫਿਲਮ ਦੇਖਦੇ ਹੋ ਤਾਂ ਫਿਲਮ 'ਚ ਜਦੋਂ ਹੀਰੋ ਦੇਖਦੇ ਹੋ ਤਾਂ ਤੁਹਾਡੀਆਂ ਨਜ਼ਰਾਂ 'ਚ ਹੀਰੋ ਕਿਉਂ ਹੈ, ਤਾਂ ਵਿਲਨ ਕਿਉਂ ਹੈ? ਕਿਉਂਕਿ ਹੀਰੋ ਅੱਛਾ ਕਰਦਾ ਹੈ, ਹੀਰੋ ਹੈ। ਵਿਲਨ ਮਾੜਾ ਕਰਦਾ ਹੈ, ਉਹ ਵਿਲਨ ਹੈ। ਇਹੀ ਫਰਕ ਹੁੰਦਾ ਨਾ, ਹੋਰ ਕੀ ਫਰਕ ਹੈ? ਹੁਣ ਤੁਸੀਂ ਆਪਣੇ ਫਿਲਮ ਦੇ ਹੀਰੋ ਹੋ ਜਾਂ ਵਿਲਨ, ਇਹ ਤੁਹਾਡੇ ਹੱਥ 'ਚ ਹੈ। ਜੇ ਤੁਸੀਂ ਅੱਛਾ ਕਰਦੇ ਜਾਂਦੇ ਹੋ ਤਾਂ ਤੁਸੀਂ ਆਪਣੇ ਜੀਵਨ ਦੇ ਹੀਰੋ ਬਣ ਜਾਂਦੇ ਹੋ, ਆਪਣੀ ਫਿਲਮ ਦੇ ਯਾਨੀ ਆਪਣੀ ਜ਼ਿੰਦਗੀ ਦੇ ਹੀਰੋ ਬਣ ਜਾਂਦੇ ਹੋ। ਤਾਂ ਜੇ ਤੁਸੀਂ ਨਿੰਦਿਆ, ਚੁਗਲੀ, ਬੁਰਾਈ ਕਰਦੇ ਹੋ, ਦੂਜੇ ਨੂੰ ਤਕਲੀਫ ਦੇਣ ਵਾਲੀ ਗੱਲ ਕਰਦੇ ਹੋ, ਤਾਂ ਫਿਰ ਸਮਝ ਲਓ ਤੁਸੀਂ ਆਪ ਹੀ ਆਪਣੇ ਜੀਵਨ ਦੇ ਵਿਲਨ ਬਣ ਗਏ। ਇਸ ਲਈ ਕਿਹੜਾ ਰੋਲ ਤੁਸੀਂ ਚੁਣਨਾ ਹੈ, ਵਿਲਨ ਵਾਲਾ, ਹੀਰੋ ਵਾਲਾ, ਅੱਛਾਈ ਦਾ, ਬੁਰਾਈ ਦਾ, ਇਹ ਆਪ ਤੁਸੀਂ ਫੈਸਲਾ ਕਰ ਸਕਦੇ ਹੋ। ਜਦੋਂ ਤੁਹਾਨੂੰ ਕ੍ਰੋਧ ਆਵੇ ਤਾਂ ਫਿਰ ਯਾਦ ਰੱਖੋ ਮੈਂ ਵਿਲਨ ਵਾਲਾ ਰੋਲ ਚੁਣ ਰਿਹਾ ਹਾਂ। ਜਦੋਂ ਮੈਂ ਕਿਸੇ ਨਾਲ ਝਗੜਾ ਕਰਾਂ, ਯਾਦ ਰੱਖੋ ਵਿਲਨ ਵਾਲਾ ਰੋਲ ਚੁਣ ਰਿਹਾ ਹਾਂ ਮੈਂ। ਜਦੋਂ ਮੈਂ ਬਿਨਾਂ ਮਤਲਬ ਤੋਂ ਚਿੰਤਾ ਕਰੀ ਜਾਵਾਂ, ਟੈਨਸ਼ਨ ਲਈ ਜਾਵਾਂ, ਪਰੇਸ਼ਾਨ ਹੋਈ ਜਾਵਾਂ, ਤਾਂ ਫਿਰ ਇਹ ਵਿਲਨ ਦਾ ਕੰਮ ਹੀ ਹੈ ਟੈਨਸ਼ਨਾਂ, ਪਰੇਸ਼ਾਨੀਆਂ। ਕਿਉਂਕਿ ਹੀਰੋ ਦਾ ਕੰਮ ਹੈ ਅੱਛਾ ਕਰਨਾ, ਖੁਸ਼ ਰਹਿਣਾ, ਮਸਤੀ ਦੇਣੀ। ਉਹ ਜਿੱਥੇ ਜਾਏਗਾ, ਨਹੀਂ ਤਾਂ ਅੱਜ ਕੱਲ੍ਹ ਦੀਆਂ ਫਿਲਮਾਂ ਦੀ ਗੱਲ ਨਹੀਂ ਅਸੀਂ ਕਰਦੇ, ਕਿਉਂਕਿ ਅੱਜ ਕੱਲ੍ਹ ਤਾਂ ਹੀਰੋਆਂ ਨੂੰ ਵੀ ਵਿਲਨ ਦਾ ਰੂਪ ਦੇ ਦਿੱਤਾ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇੱਥੇ ਸਿਰਫ ਸਮਝਾਉਣਾ ਅਸੀਂ ਕੀ ਚਾਹੁੰਦੇ, ਕਿਉਂਕਿ ਕਈ ਵਾਰ ਸ਼ਬਦ ਬੋਲਣੇ ਪੈਂਦੇ ਆ ਪਰ ਉਹ ਸ਼ਬਦਾਂ ਦਾ ਗਲਤ ਮਤਲਬ ਨਿਕਲ ਜਾਂਦਾ ਹੈ। ਜਿੱਦਾਂ ਹੁਣ ਬੰਦਾ ਕਿਸੇ ਨੂੰ ਕਹੇ ਭਾਈ ਯਾਰ ਤੇਰਾ ਮੁੰਡਾ ਬੜਾ ਬਦਮਾਸ਼ ਹੈ, ਤਾਂ ਬਦਮਾਸ਼ ਵਿੱਚ ਸਾਡੇ ਮਨ 'ਚ ਕੀ ਆਉਣਾ ਹੈ? ਕਿਤੇ ਗੁੰਡਾ ਹੈ, ਕਿਉਂਕਿ ਬਦਮਾਸ਼ ਦਾ ਮਤਲਬ ਗੁੰਡਾ ਹੁੰਦਾ ਹੈ, ਲੁਟੇਰਾ ਹੁੰਦਾ ਹੈ, ਡਾਕੂ ਹੁੰਦਾ ਹੈ। ਬਦਮਾਸ਼ ਕੀ ਕਿਸੇ ਦਾ ਕਤਲ ਕਰਦਾ ਹੈ? ਪਰ ਨਹੀਂ, ਕੋਈ ਉੱਦਾਂ ਹੀ ਬੱਚਾ ਇਲਤੀ ਹੋਵੇ, ਯਾਰ ਬੜਾ ਬਦਮਾਸ਼ ਬੱਚਾ ਹੈ। ਹੁਣ ਮਤਲਬ ਉਹਦੇ ਕਿੰਨੇ ਨਿਕਲ ਜਾਂਦੇ ਆ। ਜਾਂ ਕਿਸੇ ਲੜਕੀ ਨੂੰ ਦੇਖ ਕੇ ਕਹਿੰਦੇ ਬੜੀ ਗੰਦੀ ਲੜਕੀ ਹੈ, ਤਾਂ ਬੰਦੇ ਮਨ 'ਚ ਕੀ ਸੋਚ ਆਣੀ ਹੈ? ਗੰਦੀ, ਜਿਹੜੇ ਗੰਦੇ ਕੰਮ ਕਰਦੀ ਹੈ। ਹਾਲਾਂਕਿ ਬੰਦਾ ਕਹਿ ਸਕਦਾ ਇਹ ਆਪਣਾ ਮੂੰਹ ਨਹੀਂ ਧੋਂਦੀ, ਇਹ ਆਪਣੇ ਬਾਲ ਨਹੀਂ ਚੰਗੀ ਤਰ੍ਹਾਂ ਪਾਉਂਦੀ, ਇਹ ਕੱਪੜੇ ਨਹੀਂ ਧੋ ਕੇ ਪਾਉਂਦੀ, ਗੰਦੀ ਹੈ। ਪਰ ਸੋਚਣ ਵਾਲੇ ਦਾ ਹੁਣ ਨਜ਼ਰੀਆ ਕੀ ਹੈ? ਉਹਨੇ ਇਹ ਨਹੀਂ ਦੇਖਣਾ ਗੰਦੀ ਕਿਹੜੇ ਨਜ਼ਰੀਏ ਨੇ ਕਿਹਾ ਗਿਆ ਹੈ। ਗੰਦੀ ਉਹ ਕੁਝ ਵੀ ਸੋਚ ਸਕਦਾ ਹੈ ਤੇ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਕੰਮ ਇਹ ਕਰਦੀ ਹੋਣੀ, ਤਾਂ ਇਹਨੂੰ ਗੰਦੀ ਕਿਹਾ। ਸੋ ਅਸੀਂ ਦੱਸਣਾ ਕੀ ਚਾਹੁੰਦੇ, ਕਈ ਵਾਰ ਲਫ਼ਜ਼ ਜਿਹੜੇ ਹੁੰਦੇ ਆ ਨਾ, ਲਫ਼ਜ਼ ਉਹ ਅਸਲੀ ਮਤਲਬ ਨੂੰ ਸਮਝਾ ਹੀ ਨਹੀਂ ਪਾਉਂਦੇ, ਕਿਉਂਕਿ ਅਸੀਂ ਜੋ ਬੋਲਣਾ ਹੈ ਸ਼ਾਇਦ ਤੁਸੀਂ ਉਹ ਚੀਜ਼ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਮਝ ਲੈਣਾ ਹੈ। ਜਦੋਂ ਬੰਦੇ ਨੂੰ ਕਹਿ ਦੋ ਤੂੰ ਬੜਾ ਚਲਾਕ ਹੈ, ਤਾਂ ਹੁਣ ਇਹ ਖੁਸ਼ੀ ਦੀ ਗੱਲ ਹੈ ਜਾਂ ਅਗਲੇ ਨੂੰ ਅਸੀਂ ਤਾਨਾ ਜਿਹਾ ਮਾਰ ਰਹੇ ਹਾਂ? ਜਰਾ ਸੋਚੋ, ਤੂੰ ਬੜਾ ਚਲਾਕ ਹੈ। ਹੁਣ ਅਸੀਂ ਇਹ ਵੀ ਕਹਿ ਸਕਦੇ ਵਾਕਈ ਬੰਦਾ ਬੜਾ ਚਤੁਰ ਚਲਾਕ, ਤੇ ਇਹ ਵੀ ਕਹਿ ਸਕਦੇ ਹਾਂ ਇਹ ਬੜਾ ਚਲਾਕ ਬੰਦਾ ਭਾਈ ਸਾਰਿਆਂ ਨੂੰ ਧੋਖਾ ਦਿੰਦਾ ਹੈ, ਇਹ ਬੜਾ ਇਲਤੀ ਬੰਦਾ ਹੈ,
ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਹੁਣ ਇਹ ਚਲਾਕ ਅਸੀਂ ਕਿਹੜੇ ਨਜ਼ਰੀਏ ਨਾਲ ਕਹਿ ਰਹੇ ਹਾਂ? ਸਮਝ ਰਹੇ ਹੋ ਕਿ ਕਹਿਣਾ ਕਿ ਜਾਂਦੇ ਲਈ ਸ਼ਬਦ ਜਦੋਂ ਰੂਹਾਨੀਅਤ ਦੀ ਗੱਲ ਆਉਂਦੀ ਹੈ ਤਾਂ ਉੱਥੇ ਤਾਂ ਸ਼ਬਦਾਂ ਨਾਲ ਹੀ ਸਾਰਾ ਉਹ ਚੱਕਰੀ ਹੋ ਜਾਂਦਾ ਹੈ, ਕਿਉਂਕਿ ਜੋ ਸੰਤ ਸਮਝਾਉਣਾ ਚਾਹੁੰਦੇ ਬੰਦਾ ਅੱਗਿਓਂ ਉਹ ਸਮਝ ਨਹੀਂ ਪਾਉਂਦਾ। ਹੁਣ ਕੋਈ ਤੁਹਾਨੂੰ ਕਹਿ ਦੇਵੇ ਓਏ ਪਾਗਲ, ਤਾਂ ਹੁਣ ਪਾਗਲ ਕਿਸ ਨਜ਼ਰੀਏ ਨਾਲ ਕਹਿ ਰਿਹਾ? ਮਜ਼ਾਕ 'ਚ ਕਹਿ ਰਿਹਾ ਹੈ ਜਾਂ ਸੱਚੀ ਤੁਹਾਨੂੰ ਪਾਗਲ ਕਹਿ ਰਿਹਾ ਹੈ? ਇਹ ਤਾਂ ਹੁਣ ਕਹਿਣ ਵਾਲੇ ਨੇ ਕਹਿ ਦਿੱਤਾ, ਪਰ ਇਹ ਤਾਂ ਸਮਝਣ ਵਾਲੇ ਨੇ ਸਮਝਣਾ। ਕੋਈ ਪਾਗਲ ਕਹਿਣ ਤੇ ਕ੍ਰੋਧ ਵੀ ਕਰ ਸਕਦਾ। ਜਿੱਦਾਂ ਫਰਜ਼ ਕਰੋ ਤੁਸੀਂ ਰਸਤੇ ਜਿਹਨੂੰ ਨਹੀਂ ਜਾਣਦੇ ਉਹਨੂੰ ਕਹਿ ਦਿਓ ਪਾਗਲ, ਉਹ ਤੁਹਾਡਾ ਸਿਰ ਪਾੜੇਗਾ। ਤਾਂ ਜਿਹੜਾ ਤੁਹਾਡਾ ਦੋਸਤ ਹੋਵੇ ਉਹਨੂੰ ਕਹਿ ਦਿਓ ਪਾਗਲ, ਉਹਨਾਂ ਹੱਸ ਕੇ ਕਹਿਣਾ ਤੂੰ ਵੀ ਤਾਂ ਪਾਗਲ ਹੀ ਹੈ, ਕਿਉਂਕਿ ਉਹਨੂੰ ਪਤਾ ਹੈ ਮਜ਼ਾਕ ਚੱਲ ਰਿਹਾ ਹੈ। ਲਫ਼ਜ਼ ਉਹੀ ਹੈ, ਪਰ ਸਮਝਣ ਵਾਲਾ ਕਿੱਦਾਂ ਸਮਝਦਾ ਹੈ। ਇਸ ਲਈ ਕਦੀ ਵੀ ਇੱਕ ਗੱਲ ਇਹ ਵੀ ਯਾਦ ਰੱਖੋ ਕਿ ਜ਼ਿਆਦਾਤਰ ਝਗੜੇ ਦੇ ਕਾਰਨ ਕੀ ਹੁੰਦੇ? ਸਾਡਾ ਅਧੂਰਾ ਗਿਆਨ। ਕੋਈ ਲਫ਼ਜ਼ ਬੋਲ ਦਿੰਦਾ ਹੈ ਤੇ ਅਸੀਂ ਫਟਾਫਟ ਉਹ ਲਫ਼ਜ਼ ਦੇ ਉੱਤੇ ਆਪਣਾ ਰਿਐਕਸ਼ਨ ਉਹ ਲੈ ਲੈਂਦੇ ਹਾਂ। ਅਸੀਂ ਵਿਚਾਰ ਨਹੀਂ ਕਰਦੇ। ਫਰਜ਼ ਕਰੋ ਕੋਈ ਤੁਹਾਨੂੰ ਕਹੇ ਬਦਮਾਸ਼, ਤਾਂ ਆਪਣੇ ਆਪ ਨੇ ਬਦਮਾਸ਼ ਕਹਿਤਾ, ਮੈਨੂੰ ਗੁੰਡਾ ਕਹਿਤਾ, ਮੈਨੂੰ ਇਹਨਾਂ ਬੁਰਾ ਕਹਿਤਾ। ਇਹ ਪੁੱਛੋ ਕਿਹੜੇ ਨਜ਼ਰੀਏ ਨੇ ਕਿਹਾ? ਭਾਈ ਖੁੱਲ ਕੇ ਗੱਲ ਕਰ, ਮੈਂ ਸਮਝਿਆ ਨਹੀਂ ਹੈ। ਤਾਂ ਹੋ ਸਕਦਾ ਜਦੋਂ ਖੁੱਲ ਕੇ ਸਮਝਾਵੇ ਤਾਂ ਤੁਹਾਡੇ ਅੰਦਰੋਂ ਉਹ ਗਲਤਫਹਿਮੀ ਨਿਕਲ ਜਾਵੇ ਤਾਂ ਬਦਮਾਸ਼ ਕਹਿਣ ਦਾ ਮਤਲਬ ਕੀ ਹੈ। ਬਦਮਾਸ਼ ਦਾ ਮਤਲਬ ਇਲਤੀ ਵੀ ਹੋ ਸਕਦਾ, ਜਿੱਦਾਂ ਅਸੀਂ ਦੱਸਿਆ ਕਿ ਬੱਚਾ ਇਲਤਾਂ ਕਰੇ ਬੜਾ ਬਦਮਾਸ਼ ਬੱਚਾ ਹੈ। ਤਾਂ ਉਹਨੇ ਦਾ ਮਤਲਬ ਇਹ ਥੋੜੀ ਬੱਚੇ ਨੇ ਕਿਤੇ ਕਤਲ ਕੀਤਾ, ਖੂਨ ਕੀਤਾ, ਚੋਰੀ ਕੀਤੀ ਹੈ, ਇਹ ਕਿਤੇ ਦਾ ਘਰ ਲੁੱਟਿਆ ਹੈ ਨਾ ਬਦਮਾਸ਼, ਜਾਂ ਗੁੰਡਾ ਹੈ ਕਿਤੇ ਕਿਸੇ ਨੂੰ ਛੇੜਦਾ ਪਿਆ, ਨਹੀਂ। ਅਸੀਂ ਕਹਿ ਰਹੇ ਇਲਤੀ। ਬਹੁਤ ਝਗੜੇ ਤਾਂ ਸਾਡੇ ਉੱਥੇ ਸੁਲਝ ਸਕਦੇ ਆ ਜਦੋਂ ਅਸੀਂ ਕਿਸੇ ਨੂੰ ਇੱਕ ਵਾਰ ਦੁਬਾਰਾ ਪੁੱਛ ਲਈਏ, ਭਾਈ ਆ ਜੋ ਕਿਹਾ ਤੇਰਾ ਖੁੱਲ ਕੇ ਦੱਸ, ਤੂੰ ਕਹਿਣਾ ਕੀ ਚਾਹੁੰਦਾ ਹੈ। ਕਈ ਵਾਰ ਪਤਨੀ ਕੋਈ ਮਾੜੀ ਜਿਹੀ ਗੱਲ ਕਹਿੰਦੀ, ਪਤੀ ਫਟਾਫਟ ਕ੍ਰੋਧਿਤ ਹੋ ਜਾਂਦਾ ਹੈ। ਪਤੀ ਕੋਈ ਗੱਲ ਕਹਿੰਦਾ, ਪਤਨੀ ਫਟਾਫਟ ਕ੍ਰੋਧਿਤ ਹੋ ਜਾਂਦੀ, ਹਾਲਾਂਕਿ ਉਹਦਾ ਕਹਿਣ ਦਾ ਮਤਲਬ ਕੋਈ ਹੋਰ ਹੁੰਦਾ ਹੈ, ਪਰ ਉਹ ਸਮਝਦਾ ਕੁਝ ਹੋਰ ਹੈ। ਅਗਰ ਉੱਥੇ ਅਸੀਂ ਗੱਲ ਥੋੜੀ ਕਲੀਅਰ ਕਰ ਲਈ, ਮੈਂ ਸਮਝਿਆ ਨਹੀਂ ਹੈ, ਦੁਬਾਰਾ ਦੱਸ। ਜਿੱਦਾਂ ਹੁਣ ਅਸੀਂ ਕਹੀਏ ਤੁਸੀਂ ਬੜੇ ਬਦਮਾਸ਼ ਹੋ, ਤਾਂ ਹੁਣ ਜੇ ਇੰਨੀ ਗੱਲ ਲੈ ਮਾਲਕਾਂ ਸਾਨੂੰ ਬਦਮਾਸ਼ ਕਹਿਤਾ, ਹੁਣ ਨਹੀਂ ਮੁੜ ਕੇ ਦਰਬਾਰ ਤੇ ਬਣਨਾ, ਹੀ ਬੇਇੱਜ਼ਤੀ ਕਰ ਦਿੱਤੀ ਸਾਡੀ। ਤਾਂ ਜੇ ਤੁਸੀਂ ਪੁੱਛੋ ਮਾਲਕੋ ਮਤਲਬ ਕੀ ਹੈ, ਜਰਾ ਖੁੱਲ ਕੇ ਸਮਝਾਓ, ਅਸੀਂ ਕਹਿਣਾ ਲੈ ਵੀ ਬਦਮਾਸ਼ ਬੜੇ ਹੋ ਤੁਸੀਂ, ਅਸੀਂ ਗੱਲ ਕਰ ਰਹੇ ਹੋ, ਤੁਹਾਡਾ ਧਿਆਨ ਇੱਧਰ ਉੱਧਰ, ਸਾਡੀ ਗੱਲ ਸੁਣਦੇ ਨਹੀਂ ਪਏ ਤੁਸੀਂ। ਹੁਣ ਇਹ ਗੱਲ ਨਾਰਮਲ ਹੋ ਗਈ। ਜਿੱਦਾਂ ਕੋਈ ਬੱਚਾ ਸਾਹਮਣੇ ਬੈਠਾ ਹੋਵੇ, ਬੱਚਾ ਇੱਧਰ ਉੱਧਰ, ਬੜਾ ਬਦਮਾਸ਼ ਬੱਚਾ, ਟੀਚਰ ਕਹਿੰਦੇ ਨਾ ਕਈ ਵਾਰ ਇਹ ਬੜਾ ਬਦਮਾਸ਼ ਬੱਚਾ ਹੈ, ਮੇਰੀ ਗੱਲ ਤਾਂ ਸੁਣਦਾ ਹੀ ਨਹੀਂ, ਮੈਂ ਸਮਝਾਉਂਦਾ, ਧਿਆਨ ਕਿਤੇ ਹੋਰ ਹੁੰਦਾ ਹੈ। ਉਹ ਗੱਲ ਤੇ ਕਲੀਅਰ ਹੋ ਗਈ, ਹੁਣ ਅੰਦਰ ਗੁੱਸੇ ਵਾਲੀ ਕੋਈ ਗੱਲ ਰਹੀ ਨਹੀਂ। ਹੁਣ ਕਿਸੇ ਨੂੰ ਤੁਸੀਂ ਦੇਖਦੇ ਹੋ ਕਿਤੇ ਲਾਈਨ ਲੱਗੀ ਹੁੰਦੀ ਹੈ, ਜੇ ਸੇਵਾਦਾਰ ਕਹਿੰਦੇ ਠਹਿਰ, ਤੂੰ ਮੈਨੂੰ ਠਹਿਰਨ ਨੂੰ ਕਿੱਦਾਂ ਕਹਿ ਦਿੱਤਾ? ਗੱਲ ਤਾਂ ਸਮਝ ਲਓ ਭਾਈ, ਤੇਰਾ ਠਹਿਰਨ ਦਾ ਮਤਲਬ ਕੀ ਹੈ? ਤਾਂ ਹੋ ਸਕਦਾ ਸੇਵਾਦਾਰ ਕਹੇ ਭਾਈ ਅੱਗੇ ਰਸ਼ ਹੈ, 2 ਮਿੰਟ ਰੁਕੋ, ਗੱਲ ਸਮਝ ਆਣੀ ਹੈ। ਹੁਣ ਅਸੀਂ ਸਤਸੰਗ 'ਚ ਕਿਹਾ ਬਾਜ ਵਾਲੇ ਗੁਣ ਲਿਆਓ, ਬੰਦੇ ਨਾਲ ਗੱਲ ਸੁਣੀ, ਠੀਕ ਹੈ ਮਾਲਕਾਂ ਨੇ ਕਿਹਾ ਗੁਣ ਆਪਣੇ ਅੰਦਰ ਲਿਆਈਏ, ਤਾਂ ਜੇ ਸਿੱਧਾ ਕਹੀਏ ਬਾਜ ਬਣੋ ਤਾਂ ਬੰਦੇ ਨੂੰ ਸ਼ਾਇਦ ਹੋਵੇ ਯਾਰ ਮਾਲਕ ਸਾਨੂੰ ਪੰਛੀ ਬਣਾ ਰਹੇ। ਸੁਣਨ ਵਾਲਿਆਂ ਨੇ ਤਾਂ ਉਹੀ ਚੀਜ਼ ਲੈਣੀ ਨਾ ਜਿੱਦਾਂ ਦੀ ਉਹਨੇ ਅਕਲ ਹੈ, ਸਮਝ ਹੈ। ਇਸ ਲਈ ਕਿਸੇ ਗੱਲ ਨੂੰ ਵੀ ਸੁਣ ਕੇ ਯਕਦਮ ਉੱਤੇ ਰਿਜ਼ਲਟ ਨਾ ਆਪਣਾ ਦਿਖਾਓ, ਜਾਂ ਉਹ ਨਾ ਕਰੋ, ਰਿਐਕਸ਼ਨ ਨਾ ਕਰੋ, ਬਲਕਿ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਨਾ ਖੁਦ ਨੂੰ ਸਮਝ ਆਵੇ ਤਾਂ ਦੂਜੇ ਤੋਂ ਪੁੱਛ ਲਓ, ਭਾਈ ਤੂੰ ਇਹ ਗੱਲ ਕਹੀ ਹੈ ਤਾਂ ਦਾ ਮਤਲਬ ਕਲੀਅਰ ਕਰ ਦੇ ਥੋੜਾ ਜਿਹਾ। ਅਗਰ ਉਹ ਕਲੀਅਰ ਕਰ ਦੇਗਾ ਤਾਂ ਝਗੜੇ ਹੀ ਸਾਰੇ ਸ਼ੁੱਧੀ ਸਮਝਦੇ ਨਹੀਂ। ਸਰੀਰ ਸ਼ੁੱਧੀ ਦਾ ਮਤਲਬ ਕੀ ਹੁੰਦਾ ਕਿ ਤੁਹਾਡੇ ਅੰਦਰ ਕੋਈ ਗੱਠ ਨਾ ਹੋਵੇ ਕ੍ਰੋਧ ਦੀ, ਤੁਹਾਡੇ ਅੰਦਰ ਕੋਈ ਗੱਠ ਨਾ ਹੋਵੇ ਨਫ਼ਰਤ ਦੀ, ਤੁਹਾਡੇ ਅੰਦਰ ਕੋਈ, ਕਿਉਂਕਿ ਇਹ ਸਰੀਰ ਅੰਦਰ ਵੀ ਗੱਠਾਂ ਪੈ ਜਾਂਦੀਆਂ ਹੈ। ਇਹਦੇ ਬਾਰੇ ਕਦੀ ਵਿਸਤਾਰ ਨਾਲ ਦੱਸਾਂਗੇ, ਇੱਥੇ ਥੋੜਾ ਜਿਹਾ ਹਿੰਟ ਦੇ ਦਈਏ ਕਿ ਜਦੋਂ ਤੁਹਾਨੂੰ ਕ੍ਰੋਧ ਆਉਂਦਾ ਹੈ
ਤੁਸੀਂ ਮੁੱਠਾਂ ਬੀਂਚ ਲੈਂਦੇ ਹੋ ਆਪਣੀਆਂ, ਦੰਦ ਤੁਹਾਡੇ ਕਿਦਾਂ ਹੋ ਜਾਂਦੇ ਕਿ ਨਹੀਂ, ਅੱਖਾਂ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਗੁੱਸਾ ਕਿਤੇ ਨਿਕਲਦਾ ਨਹੀਂ। ਫਰਜ਼ ਕਰੋ ਤੁਹਾਡੇ ਤੋਂ ਕੋਈ ਬੜਾ ਹੈ, ਜਿੱਦਾਂ ਫਰਜ਼ ਕਰੋ ਬਾਪ ਹੈ, ਉਹਨਾਂ ਬੇਟੇ ਨੂੰ ਕੁਝ ਕਹਿ ਦਿੱਤਾ, ਜਾਂ ਇੱਕ ਮਾਲਿਕ ਹੈ, ਉਹਨਾਂ ਆਪਣੇ ਨੌਕਰ ਨੂੰ ਕੁਝ ਕਹਿ ਦਿੱਤਾ। ਹੁਣ ਨੌਕਰ ਬਾਪ ਤੇ ਤਾਂ ਬੱਚਾ ਗੁੱਸਾ ਕੱਢ ਨਹੀਂ ਸਕਦਾ, ਨੌਕਰ ਮਾਲਿਕ ਨੂੰ ਤਾਂ ਕਹਿ ਨਹੀਂ ਸਕਦਾ, ਪਰ ਅੰਦਰੋਂ ਉਹਨਾਂ ਹੁਣ ਉਹੀ ਕ੍ਰੋਧ ਜਿਹੜਾ ਉਹਦੇ ਅੰਦਰ ਉਹਨੇ ਗੱਠ ਇੱਕ ਬਣ ਕੇ ਬਹਿ ਜਾਣਾ ਹੈ, ਔਰ ਉਹੀ ਬਿਮਾਰੀ ਬਣ ਜਾਣੀ ਹੈ। ਇਸ ਲਈ ਜਿਹੜਾ ਇਨਸਾਨ ਜਿੰਨਾ ਜ਼ਿਆਦਾ ਕ੍ਰੋਧਿਤ ਹੁੰਦਾ ਹੈ, ਕ੍ਰੋਧ ਨੂੰ ਦਬਾਉਂਦਾ ਹੈ, ਉਹਦੇ ਅੰਦਰ ਬਿਮਾਰੀਆਂ ਵੀ ਉਨੀਆਂ ਜ਼ਿਆਦਾ ਹੁੰਦੀਆਂ ਹੈ, ਔਰ ਧਿਆਨ ਵਿੱਚ ਤਾਂ ਫਿਰ ਕਦੀ ਕਾਮਯਾਬ ਹੋ ਹੀ ਨਹੀਂ ਸਕਦਾ। ਇਸ ਲਈ ਉੱਥੇ ਉਹਨੂੰ ਚਾਹੀਦਾ ਪਹਿਲਾਂ ਆਪਣੇ ਆਪ ਨੂੰ ਸਰੀਰ ਦੀ ਸ਼ੁੱਧੀ ਕਰਾਂ। ਸਮਝਦੇ ਹੋ ਕਿ ਨਹੀਂ? ਇਸ ਲਈ ਉਹਦੇ ਹੁਣ ਤੁਸੀਂ ਪੁੱਛਣਾ ਨਹੀਂ ਕਿਸੇ ਨੇ ਸ਼ੁੱਧੀ ਕਿੱਦਾਂ ਹੋਣੀ ਹੈ। ਇਹ ਸ਼ੁੱਧੀ ਕਿੱਦਾਂ ਹੋਣੀ ਹੈ? 24 ਘੰਟਿਆਂ ਚੋਂ ਅੱਧਾ ਘੰਟਾ ਆਪਣੇ ਕਮਰੇ ਨੂੰ ਬੰਦ ਕਰ ਲਓ। ਜੇ ਕਿਸੇ ਤੇ ਗੁੱਸਾ ਹੈ, ਕੋਈ ਵੀ ਹੈ ਜਿਹਨੂੰ ਆਪਾਂ ਰੇਚਨ ਕਹਿੰਦੇ ਆ ਨਾ, ਅੱਧਾ ਘੰਟਾ ਆਪਣੇ ਕਮਰੇ 'ਚ ਚੀਕੋ, ਚਿਲਾਓ, ਨੱਚੋ, ਜੋ ਕਰਨਾ ਅੰਦਰ ਕਰੋ। ਗੱਦੇ 'ਚ ਮੁੱਕੇ ਮਾਰੋ, ਦੀਵਾਰਾਂ 'ਚ ਮੁੱਕੇ ਮਾਰੋ, ਕੋਈ ਗੱਲ ਨਹੀਂ, ਤੁਸੀਂ ਉੱਥੇ ਇਕੱਲੇ। ਪਰ ਉਹ ਅੱਧਾ ਘੰਟਾ ਜਦੋਂ ਪੂਰਾ ਅੰਦਰੋਂ ਤੁਸੀਂ ਆਪਣੇ ਆਪ ਨੂੰ ਖਾਲੀ ਕਰ ਦੋਗੇ, ਤੁਸੀਂ ਪਾਓਗੇ ਮੇਰਾ ਸਰੀਰ ਹਲਕਾ ਹੋ ਗਿਆ, ਮੇਰੀ ਸਾਰੀ ਉਹ એનર્ਜੀ ਜੋ ਗੱਠਾਂ ਦੇ ਰੂਪ 'ਚ ਮੇਰੀ ਬਾਡੀ 'ਚ ਕਿਤੇ ਨਾ ਕਿਤੇ ਕੈਦ ਸੀ, ਉਹ ਨਿਕਲ ਗਈ। ਤੁਹਾਡਾ ਸਰੀਰ ਹਲਕਾ ਹੋ ਜਾਏਗਾ। ਜੇ ਅੰਦਰ ਜਾਓ, ਜਿੱਥੇ ਕੋਈ ਦੇਖੇ ਨਾ, ਉੱਥੇ ਜਿੱਦਾਂ ਮਰਜੀ ਨੱਚਣ ਨੂੰ ਦਿਲ ਕਰੇ, ਟੱਪਣ ਨੂੰ ਦਿਲ ਕਰੇ, ਹੱਸਣ ਨੂੰ ਦਿਲ ਕਰੇ, ਉਸ ਲਈ ਸਮਝ ਲਓ ਮੈਂ ਇਕੱਲਾ ਹੀ ਹਾਂ। ਹਾਂ, ਪਤੀ ਪਤਨੀ ਜਿਹੜੇ ਇੱਕ ਦੂਜੇ ਨਾਲ ਖੁੱਲ ਕੇ ਮਿਕਸ ਅਪ ਹੈ, ਕਿਉਂਕਿ ਕਈ ਵਾਰ ਪਤੀ ਪਤਨੀ ਤੋਂ ਬੰਦਾ ਯਾਰ ਇਹਦੇ ਬਾਰੇ ਕਿੱਦਾਂ ਹੱਸਾਂ ਮੈਂ, ਇਹਨੇ ਮੈਨੂੰ ਕੀ ਕਹਿਣਾ ਹੈ, ਕਦੇ ਹੱਸੀ ਜਾਂਦਾ ਹੈ, ਉੱਥੇ ਵੀ ਠੀਕ ਨਹੀਂ ਹੈ। ਕਿਉਂਕਿ ਜਿੱਥੇ ਮਾੜੀ ਜਿਹੀ ਵੀ ਝਿਜਕ ਹੈ, ਉੱਥੇ ਤੁਹਾਡਾ ਰੇਚਨ ਹੋ ਹੀ ਨਹੀਂ ਸਕਦਾ। ਰੇਚਨ ਦਾ ਮਤਲਬ ਆਪਣੇ ਨੂੰ ਪੂਰੀ ਤਰ੍ਹਾਂ ਖਾਲੀ ਕਰਨਾ। ਗਾਲ ਕੱਢਣ ਨੂੰ ਦਿਲ ਕਰੇ, ਗਾਲ ਕੱਢੋ ਉੱਥੇ, ਕਿਉਂਕਿ 100 ਬੰਦੇ ਵਿੱਚ ਖੜ ਕੇ ਆਪਣੀ ਘਰ ਵਾਲੀ ਨੂੰ, ਆਪਣੇ ਪਤੀ ਨੂੰ ਕੁਝ ਬੁਰਾ ਬੋਲਣ ਨਾਲੋਂ ਚੰਗਾ ਇਕੱਲੇ ਬੋਲ ਲਓ, ਤੁਹਾਡੀ ਇੱਜ਼ਤ ਤਾਂ ਬਣੀ ਰਹੇਗੀ ਨਾ। ਨਹੀਂ ਤਾਂ ਕਈ ਚਿੱਟੀਆਂ ਦਾੜੀਆਂ ਵਾਲੇ ਦੇਖੇ ਕਿ ਗਾਲਾਂ ਕੱਢਣੋਂ ਹਟਦੇ ਨਹੀਂ, ਤਾਂ ਸਾਨੂੰ ਉਸ ਲਈ ਹੈਰਾਨੀ ਹੁੰਦੀ ਹੈ ਕਿ ਕੀ ਫਾਇਦਾ ਚਿੱਟੀ ਦਾੜੀ ਹੋਣ ਦਾ ਜੇ ਹਾਲੇ ਤੱਕ ਅੰਦਰੋਂ ਗੰਦਗੀ ਨਹੀਂ ਗਈ। ਕਿ ਬਾਲ ਤਾਂ ਚਿੱਟੇ ਹੋ ਗਏ ਪਰ ਅੰਦਰ ਹਾਲੇ ਵੀ ਮਨ ਕਾਲਾ ਹੀ ਹੈ। ਇਹਦੇ ਤੁਸੀਂ ਵੀ ਦੇਖੋ, ਰੰਗ ਹੀ ਚਿੱਟੇ ਹੈ ਜਾਂ ਅੰਦਰੋਂ ਦਿਲ ਵੀ ਚਿੱਟਾ ਹੈ ਜਾਂ ਨਹੀਂ, ਸਮਝੋ ਇਸ ਚੀਜ਼ ਨੂੰ। ਇਸ ਲਈ ਜੇ ਵਾਕਈ ਤੁਹਾਨੂੰ ਲੱਗਦਾ ਅੰਦਰ ਗਾਲੀ ਗਲੋਚ ਹੈ, ਕ੍ਰੋਧ ਹੈ, ਤਾਂ ਫਿਰ ਅੱਧੇ ਘੰਟੇ ਦਾ ਟਾਈਮ ਹੈ, ਲਾਓ ਕੁੰਡੀ, ਇਕੱਲੇ ਰਵੋ ਅੰਦਰ, ਇੱਕ ਗੱਦਾ ਰੱਖ ਲਓ ਜਿੱਦਾਂ ਰੱਖਿਆ ਹੋਇਆ, ਇਹਨੂੰ ਲਾ ਲਓ ਕੰਧ ਦੇ ਨਾਲ। ਹੁਣ ਜੋ ਗੁੱਸਾ ਹੈ, ਜਿਹਨੂੰ ਵੀ ਤੁਹਾਡੇ ਮਨ 'ਚ ਗੁੱਸਾ ਹੈ, ਉਹਨੂੰ ਯਾਦ ਕਰਕੇ ਮਾਰੋ ਗੱਦੇ ਦੇ ਮੁੱਕੇ। ਜਦ ਤੱਕ ਪੂਰੀ ਤਰ੍ਹਾਂ ਅੰਦਰੋਂ ਕ੍ਰੋਧ ਨਿਕਲ ਨਾ ਜਾਵੇ, ਕਰੀ ਜਾਓ, ਚੀਕਾਂ ਮਾਰੋ, ਚਿਲਾਓ, ਆਪਣੇ ਜਾਨੀ ਜੋ ਮਰਜ਼ੀ ਕਰੋ, ਕੱਪੜੇ ਪਾੜੋ, ਜੋ ਕਰਨਾ ਕਰੋ, ਕਮਰੇ 'ਚ ਹੀ ਹੋ ਤੁਸੀਂ। ਪਰ ਜਦੋਂ ਬਾਹਰ ਨਿਕਲੋ ਅੱਧੇ ਘੰਟੇ ਬਾਅਦ ਤਾਂ ਰਿਲੈਕਸ ਹੋ ਕੇ ਨਿਕਲੋ। ਸਮਝ ਆ ਰਹੀ ਹੈ ਕਿ ਨਹੀਂ? ਤੁਸੀਂ ਦੇਖੋਗੇ ਤੁਹਾਡੇ ਸਰੀਰ ਦੀਆਂ ਸਾਰੀਆਂ ਗੱਠਾਂ ਸਾਫ਼ ਹੋ ਜਾਣਗੀਆਂ। ਜਿੱਦਾਂ ਤੁਹਾਡੇ ਸਰੀਰ ਤੇ ਦਾਗ ਪੈ ਜਾਣ ਤਾਂ ਤੁਸੀਂ ਬਾਥਰੂਮ 'ਚ ਜਾ ਕੇ ਇਕੱਲੇ ਨਹਾਉਂਦੇ ਹੋ, ਮਲ ਮਲ ਕੇ, ਸਾਰਿਆਂ ਸਾਹਮਣੇ ਨਹੀਂ ਨਹਾਉਂਦੇ ਤੁਸੀਂ। ਬਰੋ ਸਮਝਦੇ ਹੋ ਕਿ ਨਹੀਂ? ਕਿ ਜਦੋਂ ਬੰਦਾ ਇਸ਼ਨਾਨ ਕਰਦਾ, ਇਕੱਲਾ ਕਰਦਾ ਹੈ, ਤਾਂ ਹੁਣ ਇਹ ਵੀ ਸੋਚ ਲਓ ਕਿ ਜਦੋਂ ਬਾਹਰਲੇ ਸਰੀਰ ਨੂੰ, ਬਾਹਰਲੇ ਸਰੀਰ ਦੀ ਸ਼ੁੱਧੀ ਕਰਨ ਵਾਸਤੇ ਮੈਂ ਇਕੱਲਾ ਬਾਥਰੂਮ 'ਚ ਜਾ ਸਕਦਾ 15-20 ਮਿੰਟ ਵਾਸਤੇ, ਤਾਂ ਆਪਣੇ ਸਰੀਰ ਨੂੰ ਅੰਦਰੋਂ ਸ਼ੁੱਧ ਕਰਨ ਵਾਸਤੇ, ਨਾੜੀ ਸ਼ੁੱਧੀ ਵਾਸਤੇ ਕੀ ਅੱਧੇ ਘੰਟੇ ਵਾਸਤੇ ਆਪਣੇ ਬਾਥਰੂਮ ਜਾਂ ਕਮਰੇ 'ਚ ਜਾ ਕੇ ਉੱਥੇ ਆਪਣੇ ਅੰਦਰਲੀ ਸ਼ੁੱਧੀ ਨਹੀਂ ਕਰ ਸਕਦਾ? ਕਿਉਂਕਿ ਸਿਰਫ ਸਰੀਰ ਦੀ ਸਫਾਈ ਨੇ, ਬਾਹਰਲੀ ਸਫਾਈ ਨੇ ਸਾਨੂੰ ਉਹ ਲਾਭ ਨਹੀਂ ਦੇਣਾ ਜੋ ਸਾਡੀ ਨਾੜੀ ਸ਼ੁੱਧੀ ਨੇ ਦੇਣਾ ਹੈ। ਇਸ ਲਈ ਯੋਗ ਦੇ ਅੰਦਰ ਨਾੜੀ ਸ਼ੁੱਧੀ ਵੀ ਆਉਂਦਾ ਹੈ, ਪਰ ਉਹ ਯੋਗ ਦੇ ਨਾਲ ਅਸੀਂ ਦੇਖਿਆ ਉਨਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਰੇਚਨ ਦੇ ਨਾਲ ਪ੍ਰਭਾਵ ਪੈਂਦਾ ਇਨਸਾਨ ਦੇ ਜੀਵਨ ਤੇ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਜੀਵਨ 'ਚ ਸਰੀਰ ਸ਼ੁੱਧੀ ਵਾਸਤੇ ਤੁਸੀਂ ਅੱਧਾ ਘੰਟਾ 24 ਘੰਟਿਆਂ ਜੋ ਦੇ ਸਕਦੇ ਹੋ, ਪਰ ਇਹ ਕੁਛ ਦਿਨ ਨਹੀਂ ਦੇਣਾ ਪਏਗਾ। ਕਿਉਂਕਿ ਜਿੱਦਾਂ ਜਿੱਦਾਂ ਗੱਠਾਂ ਖੁੱਲਦੀਆਂ ਜਾਣਗੀਆਂ, ਇੱਕ ਟਾਈਮ ਆਣਾ ਜਦੋਂ ਗੱਠ ਕੋਈ ਰਹਿਣੀ ਨਹੀਂ ਹੈ। ਜਦੋਂ ਗੱਠ ਕੋਈ ਰਹਿਣੀ ਨਹੀਂ ਹੈ ਤਾਂ ਫਿਰ ਬੰਦੇ ਅੰਦਰੋਂ ਉਹ ਚੀਜ਼ ਉੱਠਣੀ ਨਹੀਂ ਹੈ। ਪਹਿਲਾਂ ਪਹਿਲਾਂ ਜ਼ਰੂਰ ਹੋਏਗਾ, ਪਰ ਉਸਲੇ ਇਕੱਲੇ ਕਮਰੇ 'ਚ ਪੂਰਾ ਖੁੱਲ ਕੇ, ਉਸਲੇ ਵੀ ਇਹ ਨਾ ਸੋਚੋ ਆਂਢੀ ਗੁਆਂਢੀ ਨਾ ਸੁਣ ਲੈਣ, ਤਾਂ ਫਿਰ ਉਹ ਗੱਠਾਂ ਨਹੀਂ ਖੁੱਲਣੀਆਂ। ਕਿਉਂਕਿ ਨਹਾਉਣ ਲੱਗੇ ਬੰਦਾ ਇਹ ਥੋੜੀ ਦੇਖਦਾ ਕਿ ਆਂਢੀ ਗੁਆਂਢੀਆਂ ਦੇਖ ਲੈਣ, ਉੱਥੇ ਬੰਦਾ ਕਹਿੰਦਾ ਮੈਲ ਤਾਂ ਮਲ ਮਲ ਕੇ ਨਹਾ ਲਵਾਂ ਮੈਂ, ਬਸ ਇੱਦਾਂ ਹੀ ਸੋਚੋ ਇੱਥੇ ਮੈਂ ਇਕੱਲਾ ਹੀ ਹਾਂ। ਆਪਣੇ ਅੰਦਰਲੀ ਮੈਲ ਨੂੰ ਧੋਣਾ ਹੈ, ਚਾਹੇ ਪਤਨੀ ਤੇ, ਚਾਹੇ ਪਤੀ ਤੇ, ਚਾਹੇ ਬੱਚਿਆਂ ਤੇ, ਚਾਹੇ ਬੌਸ ਤੇ, ਚਾਹੇ ਆਂਢੀ ਤੇ, ਚਾਹੇ ਗੁਆਂਢੀ ਤੇ, ਕਿਸੇ ਤੇ ਵੀ ਗੁੱਸਾ ਇੱਥੇ ਕੱਢ ਲੈਣਾ ਮੈਂ। ਕਿਉਂਕਿ ਫਿਰ ਇੱਕ ਵਾਰ ਕਵਾਂਗੇ ਕਿ 10 ਬੰਦਿਆਂ ਵਿੱਚ ਖੜ ਕੇ ਲੜਨ ਨਾਲੋਂ, ਇੱਕ ਦੂਜੇ ਨੂੰ ਬੁਰਾ ਬੋਲ ਕੇ ਜਲੀਲ ਹੋਣ ਨਾਲੋਂ ਚੰਗਾ ਤੁਸੀਂ ਇਕੱਲੇ ਕਮਰੇ 'ਚ ਜੋ ਮਰਜ਼ੀ ਬੋਲੋ, ਗਾਲੀ ਗਲੋਚ ਦਿਓ, ਕਮ ਸੇ ਕਮ ਇੱਜ਼ਤ ਤਾਂ ਤੁਹਾਡੀ ਬਣੀ ਰਹੇਗੀ, ਔਰ ਤੁਹਾਡੇ ਫਾਇਦਾ ਵੀ ਹੋਏਗਾ, ਤੁਹਾਨੂੰ ਲਾਭ ਵੀ ਹੋਏਗਾ ਤੁਹਾਨੂੰ ਉਹਦਾ। ਬਾਹਰ ਖੜ ਕੇ ਬੋਲੂਗੇ ਨੁਕਸਾਨ ਹੋਏਗਾ, ਕਿਉਂਕਿ ਦੁਨੀਆ 'ਚ ਵੀ ਬੇਇੱਜ਼ਤੀ ਹੋਏਗੀ ਤਾਂ ਤੁਹਾਡੇ ਮਨ ਤੇ ਵੀ ਬੋਝ ਪਏਗਾ। ਅੰਦਰ ਕਰੂਗੇ ਸਫਾਈ ਵੀ ਹੋਏਗੀ, ਤੁਹਾਨੂੰ
ਲਾਭ ਵੀ ਹੋਏਗਾ। ਇਸ ਲਈ ਉਹ ਚੀਜ਼ ਨੂੰ ਆਪਣੇ ਜੀਵਨ 'ਚ ਅਪਣਾਓ ਜੋ ਤੁਹਾਨੂੰ ਲਾਭ ਦੇਵੇ, ਫਾਇਦਾ ਦੇਵੇ। ਇਹ ਜੀਵਨ ਦੀਆਂ ਕੋਈ ਚੀਜ਼ਾਂ ਦੱਸ ਰਹੇ ਆ, ਅਗਰ ਅਪਣਾਉਂਗੇ, ਹੁਣ ਇਹ ਵੀ ਨਹੀਂ ਕਿ ਇਹ ਸੁਣ ਲਓ ਤਾਂ ਫਿਰ ਉਹੀ ਗੱਲ ਕਿ ਅਮਲ ਨਾ ਕਰੀਏ, ਉਸ ਨੂੰ ਆਪਣੇ ਜੀਵਨ ਤੇ ਲਾਗੂ ਨਾ ਕਰੀਏ, ਤਾਂ ਫਿਰ ਸਾਨੂੰ ਉਹਦਾ ਲਾਭ ਫਾਇਦਾ ਨਹੀਂ ਹੋ ਸਕਦਾ। ਇਸ ਲਈ ਕੀ ਕਰਨਾ, ਆਪਣੇ ਦਿਨ ਨੂੰ ਡਾਇਰੈਕਸ਼ਨ ਦੇਣੀ ਹੈ। ਹੁਣ ਇੱਥੋਂ ਉੱਠਣ ਤੋਂ ਪਹਿਲਾਂ ਹੀ ਸੋਚ ਕੇ ਜਾਣਾ ਕਿ ਹੁਣ ਮੈਂ ਆਪਣੇ ਆਪ ਨੂੰ ਆਹ ਰੋਲ ਦੇ ਕੇ ਉੱਠਣਾ। ਇੱਥੋਂ ਸੁਣ ਲਓ ਕਿਹੜਾ ਕਿਹੜਾ ਰੋਲ ਦੇਣਾ ਆਪਣੇ ਆਪ ਨੂੰ, ਅੱਛਾ ਰੋਲ। ਮਾਈਂਡ ਸੋਚੋ ਕਿ ਮੈਂ ਕਿਹੜਾ ਰੋਲ ਆਪਣੇ ਆਪ ਨੂੰ ਦੇਣਾ ਜੋ ਮੈਂ ਪਲੇ ਕਰਨਾ ਹੈ। ਔਰ ਫਿਰ ਮੈਂ ਰਾਤ ਨੂੰ ਸੌਣ ਲੱਗੇ ਲੇਟ ਕੇ ਪਬਲਿਕ ਦੀ ਤਰ੍ਹਾਂ ਜੱਜ ਕਰਨਾ ਹੈ ਕਿ ਮੈਂ ਅੱਜ ਰੋਲ ਅੱਛਾ ਪਲੇ ਕੀਤਾ ਜਾਂ ਕਿੱਥੇ ਕਮੀ ਰਹਿ ਗਈ ਮੇਰੇ ਰੋਲ 'ਚ। ਸੋਚਿਆ ਮੈਂ ਆਹ ਰੋਲ ਇਦਾਂ ਕਰਨਾ ਸੀ ਪਰ ਕਿੱਥੇ ਮੇਰੇ ਰੋਲ 'ਚ ਕਮੀ ਰਹਿ ਗਈ। ਕੱਲ ਨੂੰ ਮੈਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਉਹ ਮੇਰਾ ਰੋਲ ਜਿਹੜਾ ਹੈ ਅੱਛਾ ਹੋਵੇ। ਹੁਣ ਇੱਥੇ ਪਿੱਛੇ ਇਹ ਵੀ ਨਾ ਸੋਚੀ ਜਾਵੇ ਕਿਸੇ ਹੀਰੋਇਨ ਦੇ ਰੋਲ ਨੂੰ ਸੋਚ ਕੇ ਤੁਰਨਾ ਹੈ ਕਿ ਮੈਂ ਤਾਂ ਲੈਵੇ ਹੁਣ ਆ ਸਲਮਾਨ ਖਾਨ ਵਾਲੀ ਐਕਟਿੰਗ ਕਰਨੀ ਜਾਂ ਸ਼ਾਹਰੁਖ ਖਾਨ ਵਾਲੀ ਐਕਟਿੰਗ ਕਰਨੀ। ਮੈਂ ਨਹੀਂ, ਉਹਦੇ ਨਾਲ ਤੁਹਾਨੂੰ ਜੀਵਨ 'ਚ ਕੋਈ ਫਾਇਦਾ ਨਹੀਂ ਹੋਣਾ। ਉਹਨੂੰ ਸਮਝਦੇ ਹੋ ਕਿ ਨਹੀਂ? ਕਿਉਂਕਿ ਉਹਦੇ ਨਾਲ ਸ਼ਾਹਰੁਖ ਖਾਨ ਦੀ ਐਕਟਿੰਗ ਕਰੋਗੇ, ਕਿਸੇ ਹੀਰੋ ਦੀ ਐਕਟਿੰਗ ਕਰੋਗੇ ਤਾਂ ਤੁਹਾਨੂੰ ਫਾਇਦਾ ਨਹੀਂ ਕੋਈ ਹੋਣਾ। ਡਰਾਮੇਬਾਜ਼ ਲੱਗਣਾ ਤੁਸੀਂ, ਕਹਿੰਦੇ ਨਾ ਦੇਖ ਤਾਂ ਆਇਆ ਵੱਡਾ ਸ਼ਾਹਰੁਖ ਖਾਨ ਹੈ, ਮਜ਼ਾਕ ਹੀ ਉਡਾਉਣਾ ਲੋਕਾਂ ਨੇ। ਆਪਣੇ ਆਪ ਨਾਲ ਫੈਸਲਾ ਕਰੋ, ਆਪਣੇ ਆਪ ਨਾਲ ਫੈਸਲਾ ਕਰੋ। ਉਹ ਐਕਟਿੰਗ ਕਰਨ ਦਾ ਸੋਚੋ, ਵਿਚਾਰ ਕਰੋ ਕਿਹੜੀ ਚੀਜ਼ ਦੀ ਸਮਾਜ ਨੂੰ ਲੋੜ ਹੈ, ਕਿਹੜੀ ਚੀਜ਼ ਦੀ ਸਾਡੇ ਦਰਬਾਰ ਨੂੰ ਲੋੜ ਹੈ, ਕਿਹੜੀ ਚੀਜ਼ ਦੀ ਸਾਡੇ ਜੀਵਨ ਨੂੰ ਲੋੜ ਹੈ, ਕਿਹਦੇ ਨਾਲ ਸਾਡੀ ਜ਼ਿੰਦਗੀ ਖੁਸ਼ਨੁਮਾ ਹੁੰਦੀ ਹੈ, ਕਿਹਦੇ ਨਾਲ ਸਾਡੀ ਦਰਬਾਰ ਦੀ ਇੱਜ਼ਤ ਬਣਦੀ ਹੈ। ਅਸੀਂ ਉਹ ਰੋਲ ਚੁਣੀਏ। ਜੇ ਨਿਮਰਤਾ ਵਾਲਾ ਰੋਲ ਨਾਲ ਸਾਡੇ ਦਰਬਾਰ ਦੀ ਇੱਜ਼ਤ ਬਣਦੀ ਤਾਂ ਅੱਜ ਤੋਂ ਮੈਂ ਇਹ ਰੋਲ ਚੁਣ ਲਿਆ, ਮੇਰੇ ਹੱਥ ਜੁੜੇ ਰਹਿਣੇ ਆ। ਜੇ ਮੁਸਕਰਾਉਣ ਨਾਲ ਮੇਰੇ ਜੀਵਨ 'ਚ ਖੁਸ਼ੀ ਆਉਂਦੀ ਹੈ ਤਾਂ ਇਹ ਰੋਲ ਆਪਣੇ ਆਪ ਨੂੰ ਦੇਣਾ ਕਿ ਮੈਂ ਸਮਾਈਲ ਰੱਖਣੀ ਹੈ। ਤਾਂ ਜੇ ਤੁਹਾਡੇ ਹੱਥ ਐਦਾਂ ਹੋ ਜਾਂਦੇ ਆ, ਯਾਨੀ ਕਹਿਣ ਦਾ ਮਤਲਬ ਕਿਸੇ ਦੇ ਉੱਠਦੇ ਹੈ ਜਾਂ ਤੁਹਾਡੇ ਚਿਹਰੇ ਤੇ ਗੁੱਸਾ ਆ ਜਾਂਦਾ ਹੈ, ਤਾਂ ਇਹਦਾ ਮਤਲਬ ਤੁਸੀਂ ਆਪਣਾ ਰੋਲ ਸਹੀ ਪਲੇ ਨਹੀਂ ਕੀਤਾ, ਤੁਸੀਂ ਅੱਛੇ ਐਕਟਰ ਨਹੀਂ ਹੋ। ਔਰ ਜਿਹੜਾ ਅੱਛਾ ਨਾ ਹੋਵੇ ਉਹਨੂੰ ਕੁਦਰਤ ਕੁਛ ਨਹੀਂ ਦਿੰਦੀ, ਕਿਉਂਕਿ ਅਵਾਰਡ ਪਾਉਣ ਵਾਸਤੇ ਸਾਨੂੰ ਵੈਸਟ ਕਰਨਾ ਪੈਂਦਾ ਹੈ, ਅੱਛਾ ਕਰਨਾ ਪੈਂਦਾ ਹੈ। ਫਿਰ ਇਹ ਨਾ ਸੋਚਿਓ ਕਿ ਮਾਲਕ ਦੀ ਤਰਫੋਂ ਰਹਿਮਤਾਂ ਦਾ ਅਵਾਰਡ ਮਿਲੇਗਾ, ਕਿਉਂਕਿ ਉਹਨੂੰ ਹੀ ਮਿਲਣਾ ਜਿਹਨੇ ਅੱਛਾ ਕਿਰਦਾਰ ਕਰਨਾ ਹੈ। ਸਮਝ ਦਿਓ, ਜੀਵਨ 'ਚ ਕਾਮਯਾਬ ਹੋਣ ਵਾਸਤੇ, ਸਫਲ ਹੋਣ ਵਾਸਤੇ ਵੈਸਟ ਕਰਨਾ ਪਏਗਾ। ਔਰ ਜੇ ਉਹ ਵੈਸਟ ਕਰਾਂਗੇ ਜੋ ਸਾਡੇ ਮਾਲਕ ਦੀ ਨਜ਼ਰਾਂ 'ਚ ਵੈਸਟ ਹੋਏਗਾ, ਤਾਂ ਫਿਰ ਉਹਦੀ ਤਰਫੋਂ ਵੀ ਰਹਿਮਤਾਂ, ਬਖਸ਼ਿਸ਼ਾਂ, ਕਿਰਪਾਵਾਂ ਦਾ ਅਵਾਰਡ ਮਿਲੇਗਾ, ਸਾਨੂੰ ਇਨਾਮ ਮਿਲੇਗਾ ਸਾਨੂੰ। ਹੁਣ ਅਸੀਂ ਇਨਾਮ ਤਾਂ ਚਾਹੁੰਦੇ ਹਾਂ ਪਰ ਆਪਣੇ ਵੱਲੋਂ ਬੈਸਟ ਪਲੇ ਨਹੀਂ ਕਰਦੇ। ਅਸੀਂ ਮਾਲਕਾ ਰਹਿਮਤ ਕਰਦੇ, ਕਿਰਪਾ ਕਰਦੇ, ਤਾਂ ਮਾਲਕ ਵੀ ਕਹੇ ਰਹਿਮਤ ਦੀ ਟਰੋਫੀ ਤਾਂ ਮੈਂ ਲੈ ਕੇ ਬੈਠਾ, ਤੂੰ ਵੀ ਤਾਂ ਕੁਝ ਬੈਸਟ ਕਰਕੇ ਦਿਖਾ, ਮੈਨੂੰ ਕੁਝ ਅੱਛਾ ਕਰਕੇ ਦਿਖਾ, ਤਾਂ ਹੀ ਤੇਰੇ ਹੱਥ 'ਚ ਦਊਂ। ਹੁਣ ਸੋਚੋ ਜਰਾ, ਕ੍ਰਿਕਟ ਟੀਮ ਵਰਲਡ ਕੱਪ ਜਿੱਤਣ ਜਾਵੇ ਤਾਂ ਪ੍ਰਦਰਸ਼ਨ ਕਰੇ ਉੱਥੇ ਗੰਦਾ, ਤਾਂ ਫਿਰ ਉਹਨੂੰ ਵਰਲਡ ਕੱਪ ਦੀ ਟਰੋਫੀ ਮਿਲ ਜਾਣੀ ਹੈ। ਫਿਰ ਬੰਦਾ ਉਹ ਕਵੇ ਨਹੀਂ ਰੋਏ ਪਿੱਟੇ ਟੀਮ, ਨਹੀਂ ਅਸੀਂ ਤਾਂ ਆਏ ਆ ਲੈ ਕੇ ਜਾਣੀ ਟਰੋਫੀ। ਉਹ ਭਾਈ ਰੋ ਪਿੱਟ ਕੇ ਨਹੀਂ ਮਿਲਣੀ, ਅੱਛੀ ਤਰ੍ਹਾਂ ਖੇਲ, ਅੱਛੀ ਤਰ੍ਹਾਂ ਕਰ, ਤੇਰੀ ਅੱਛਾਈ ਦੇ ਨਾਲ ਤੂੰ ਬੈਸਟ ਦੇਏਗਾ ਤਾਂ ਫਿਰ ਉਹ ਟਰੋਫੀ ਤੈਨੂੰ ਮਿਲਣੀ ਹੈ, ਤੇਰੇ ਰੋਣ ਪਿੱਟਣ ਨਾਲ ਨਹੀਂ ਮਿਲਣੀ। ਅੱਜ ਹੁੰਦਾ ਕੀ ਹੈ, ਬੰਦਾ ਗੁਰੂਆਂ ਰਹਿਬਰਾਂ ਦੇ ਜਾਂ ਕਈ ਦਰਬਾਰ ਤੇ ਆ ਕੇ ਰੋਂਦੇ ਹੈ, ਮਾਲਕੋ ਦੇ ਦੋ ਮਰਗੇ, ਅਸੀਂ ਏਦਾਂ ਹੋ ਜਾਣਾ, ਰੋਣ ਪਿੱਟਣ ਤਾਂ ਮਚਾ ਦਿੰਦੇ ਆ, ਪਰ ਮਾਲਕ ਦੀ ਰਹਿਮਤ ਰੋ ਪਿੱਟ ਕੇ ਨਹੀਂ ਮਿਲਦੀ, ਸਾਨੂੰ ਵੈਸਟ ਬਣਨਾ ਪੈਂਦਾ ਉਹਦੇ ਵਾਸਤੇ। ਕੀ ਵੈਸਟ ਕਰ ਰਹੇ ਹਾਂ ਅਸੀਂ ਆਪਣੇ ਮਾਲਕ ਦੀ ਖਾਤਰ, ਦਰਬਾਰ ਦੀ ਖਾਤਰ ਜਾਂ ਸੰਸਾਰ ਦੀ ਖਾਤਰ, ਦੂਸਰੇ ਦੇ ਜੀਵਨ 'ਚ ਖੁਸ਼ੀ ਲਿਆਉਣ ਦੀ ਖਾਤਰ ਕੀ ਵੈਸਟ ਕਰ ਰਹੇ ਹਾਂ ਅਸੀਂ? ਵੈਸਟ ਕਰਾਂਗੇ ਤਾਂ ਫੇਰ ਹੀ ਉਹਦੀ ਤਰਫੋਂ ਅਵਾਰਡ ਮਿਲੇਗਾ ਸਾਨੂੰ। ਸਮਝ ਆ ਰਹੀ ਹੈ? ਰੋਣ ਪਿੱਟਣ ਨਾਲ ਨਹੀਂ ਮਿਲਣਾ। ਹੁਣ ਇੱਕ ਬੱਚਾ ਰੋਈ ਜਾਵੇ, ਪਿੱਟੀ ਜਾਵੇ, ਮੈਨੂੰ ਪਾਸ ਕਰ ਦਿਓ, ਮੈਨੂੰ ਪਾਸ ਕਰ ਦਿਓ, ਤਾਂ ਟੀਚਰ ਪਾਸ ਕਰ ਦੇਣਗੇ, ਡਿਗਰੀ ਮਿਲ ਜਾਏਗੀ ਉਹਨੂੰ। ਫਿਰ ਤਾਂ ਸਾਰੇ ਰੋ ਪਿੱਟ ਕੇ ਲੈ ਲੈਣ। ਉਹ ਕਹਿੰਦੇ ਤੂੰ ਆਪਣਾ ਵੈਸਟ ਕਰ ਤਾਂ ਤੈਨੂੰ ਡਿਗਰੀ ਵੀ ਜ਼ਰੂਰ ਮਿਲੇਗੀ। ਸੋਚੋ ਅਸੀਂ ਵੈਸਟ ਕੀ ਕਰ ਰਹੇ ਹਾਂ, ਅੱਛਾ ਕੀ ਕਰ ਰਹੇ ਹਾਂ ਅਸੀਂ? ਜ਼ੁਬਾਨ ਤੇ ਕਿੰਨਾ ਕੁ ਸਾਡੇ ਕੰਟਰੋਲ ਹੈ, ਨਜ਼ਰ ਤੇ ਕਿੰਨਾ ਕੰਟਰੋਲ ਹੈ, ਆਪਣੀ ਸੋਚ ਤੇ ਕਿੰਨਾ ਕੰਟਰੋਲ ਹੈ, ਆਪਣੇ ਆਪ ਤੇ ਕਿੰਨਾ ਕੰਟਰੋਲ ਹੈ, ਕੀ ਵੈਸਟ ਕਰ ਰਹੇ ਹਾਂ ਅਸੀਂ? ਤਾਂ ਫਿਰ ਰਹਿਮਤ ਕਿੱਥੋਂ ਲੱਭਦੇ ਹਾਂ, ਕਿਰਪਾ ਕਿੱਥੋਂ ਲੱਭਦੇ ਹਾਂ, ਉਹਦੀਆਂ ਖੁਸ਼ੀਆਂ ਕਿੱਥੋਂ ਲੱਭਦੇ ਹਾਂ? ਉਹਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਰੋਲ ਵੀ ਬੈਸਟ ਪਲੇ ਕਰਨਾ ਪਏਗਾ, ਆਪਣੇ ਕਿਰਦਾਰ ਨੂੰ ਵੀ ਅੱਛਾ ਬਣਾਉਣਾ ਪਏਗਾ। ਵੈਸਟ ਦਾ ਮਤਲਬ ਅੱਛਾ, ਸਮਝ ਦਿਓ, ਕਿਉਂਕਿ ਜਿਹੜਾ ਅੱਛਾ ਖਿਡਾਰੀ ਹੁੰਦਾ ਹੈ ਟਰੋਫੀ ਵੀ ਉਹਦੇ ਹੱਥ 'ਚ ਆਉਂਦੀ ਹੈ, ਤਾਂ ਜਿਹੜਾ ਅੱਛਾ ਜ਼ਿੰਦਗੀ ਜੀਣ ਵਾਲਾ ਹੁੰਦਾ ਹੈ ਮਾਲਕ ਦੀਆਂ ਰਹਿਮਤਾਂ ਦੇ ਦਰਵਾਜ਼ੇ ਵੀ ਉਹਦੇ ਵਾਸਤੇ ਖੁੱਲ੍ਹਦੇ ਹੈ। ਕੋਈ ਵੀ ਚੀਜ਼ ਹੈ ਅੱਛਾ ਹੋ ਕੇ ਹੀ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਬੰਦਾ ਕੀ ਕਹਿੰਦਾ, ਮੈਂ ਤਾਂ ਬੁਰਾ, ਇਹ ਮਾਲਕਾ ਮੈਨੂੰ ਬਖਸ਼ ਦੇ, ਮੇਰੇ ਤੇ ਕਿਰਪਾ ਕਰ ਦੇ। ਜੇ ਬੁਰਾ ਹੈ ਤਾਂ ਬੁਰੇ ਨੂੰ, ਹੁਣ ਇੱਕ ਬੱਚਾ ਕਵੇ
ਟੀਚਰ ਨੂੰ ਮੈਂ ਬੁਰਾ, ਮੈਂ ਨਹੀਂ ਪੜ੍ਹ ਸਕਦਾ, ਮੈਂ ਨਹੀਂ ਦੇਖ ਸਕਦਾ, ਮੈਂ ਨਹੀਂ ਤੁਹਾਡਾ ਸਬਕ ਯਾਦ ਰੱਖ ਸਕਦਾ, ਪਰ ਮੈਨੂੰ ਸਰਟੀਫਿਕੇਟ ਦੇ ਦਿਓ, ਮਿਲ ਜਾਏਗਾ ਉਹਨੂੰ? नहीं, रो पिटना अपनी करनी ना वेस्ट वन, खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। ਇਹਨੂੰ ਕਹਿੰਦੇ ਵੈਸਟ ਬਣੋ, ਉਹ ਆਪ ਤੁਹਾਨੂੰ ਪੁੱਛੇਗਾ ਦੱਸ ਤੈਨੂੰ ਚਾਹੀਦਾ ਕੀ ਹੈ। ਅੱਜ ਅਸੀਂ ਕਰਮ ਅੱਛੇ ਕਰਦੇ ਨਹੀਂ ਤਾਂ ਮੰਗਦੇ ਅਸੀਂ ਬਹੁਤ ਕੁਛ ਹੈ। ਭਲਾ ਕਿਸੇ ਦਾ ਕਰਨਾ ਨਹੀਂ ਤਾਂ ਮੰਗਣਾ ਕਿ ਪੂਰੀ ਦੁਨੀਆ ਦਾ ਰਾਜ ਮੈਨੂੰ ਮਿਲ ਜਾਵੇ, ਪੂਰੀ ਦੁਨੀਆ ਦੀ ਕੁਰਸੀ ਮੈਨੂੰ ਮਿਲ ਜਾਵੇ। ਉਹ ਰੱਬ ਕਹਿੰਦਾ ਕੁਰਸੀ ਵੀ ਮੈਂ ਤੈਨੂੰ ਦੇ ਦੂੰ, ਪਰ ਇਦਾਂ ਦਾ ਬਣ ਕੇ ਦਿਖਾ ਕਿ ਤੇ ਪੂਰੀ ਦੁਨੀਆ ਨੂੰ ਤੂੰ ਸੰਭਾਲ ਸਕਦਾ ਹੈ, ਪੂਰੀ ਦੁਨੀਆ ਨੂੰ ਤੂੰ ਪਿਆਰ ਦੇ ਸਕਦਾ ਹੈ, ਤਾਂ ਪੂਰੀ ਦੁਨੀਆ ਦਾ ਮਾਲਕ ਵੀ ਮੈਂ ਤੈਨੂੰ ਬਣਾ ਦਊਂਗਾ। ਕਿਉਂਕਿ ਉਹਨਾਂ ਤੇ ਬਣਾ ਦੇਣਾ, ਪਰ ਅਸੀਂ ਉਹਦੇ ਲਾਇਕ ਅਸੀਂ ਤਿਆਰ ਹਾਂ ਜਾਂ ਨਹੀਂ? ਇਹ ਸਾਨੂੰ ਆਪਣੀ ਕਰਨੀ ਤੋਂ ਸਿੱਧ ਕਰਨਾ ਪੈਣਾ ਹੈ, ਆਪਣੇ ਸੁਭਾਅ ਤੋਂ ਸਿੱਧ ਕਰਨਾ ਪੈਣਾ ਹੈ ਕਿ ਅਸੀਂ ਆਪਣੇ ਜੀਵਨ 'ਚ ਅੱਛਾ ਕੀ ਕਰਦੇ ਹਾਂ। ਕਿਉਂਕਿ ਇੱਕ ਗੱਲ ਯਾਦ ਰੱਖੋ, ਤੁਸੀਂ ਜੋ ਮੰਗਦੇ ਹੋ ਪਰਮਾਤਮਾ ਤੁਹਾਨੂੰ ਉਹ ਨਹੀਂ ਦਿੰਦਾ, ਤੁਸੀਂ ਜਿਸ ਲਾਇਕ ਹੋ ਪਰਮਾਤਮਾ ਤੁਹਾਨੂੰ ਉਹ ਦਿੰਦਾ ਹੈ। ਸਮਝਦੇ ਹੋ ਕਿ ਨਹੀਂ? ਮੰਗਦਾ ਤਾਂ ਬੰਦਾ ਬਹੁਤ ਕੁਛ ਹੈ, ਪਰ ਲਾਇਕ ਪਰਮਾਤਮਾ ਇਹ ਨਹੀਂ ਦੇਖਦਾ ਤੁਸੀਂ ਮੰਗ ਕੀ ਰਹੇ ਹੋ। ਤੁਸੀਂ ਜਿਸ ਦੇ ਲਾਇਕ ਹੋ ਨਾ, ਰੱਬ ਨੇ ਤੁਹਾਨੂੰ ਉਹ ਦੇਣਾ ਹੈ। ਇਸ ਲਈ ਜੇ ਬੜੀ ਚੀਜ਼ ਚਾਹੀਦੀ ਤਾਂ ਆਪਣੇ ਆਪ ਨੂੰ ਬੜੇ ਲਾਇਕ ਬਣਾ ਕੇ ਦਿਖਾਓ। ਜੇ ਨਲਾਇਕ ਕੋਈ ਅੱਛੀ ਚੀਜ਼ ਮੰਗੇ, ਲਾਇਕ ਹੀ ਨਾ ਹੋਵੇ, ਤਾਂ ਤੁਸੀਂ ਦੇ ਦੋਗੇ ਉਹਨੂੰ? ਸੋਚੋ, ਜਿਹਨੂੰ ਮੋਟਰਸਾਈਕਲ ਚਲਾਉਣਾ ਨਾ ਆਉਂਦਾ ਹੋਵੇ, ਤੁਹਾਡਾ ਮੋਟਰਸਾਈਕਲ 50, 60, 70 ਹਜ਼ਾਰ ਦਾ ਹੈ, ਉਹ ਮੰਗੇ ਚਾਬੀ ਦੇ ਦੋਗੇ ਤੁਸੀਂ? ਤੁਸੀਂ ਕਹਿਣਾ ਹਾਲੇ ਤੂੰ ਚਲਾਉਣਾ ਤਾਂ ਜਾਣਦਾ ਨਹੀਂ, ਤੈਨੂੰ ਕੀ ਦੇਵਾਂ ਮੈਂ, ਨੁਕਸਾਨ ਕਰਨਾ। ਤਾਂ ਜਿਹੜਾ ਲਾਇਕ ਹੋਵੇ, ਪਤਾ ਹੈ, ਤਾਂ ਉਹਨੂੰ ਅਸੀਂ ਗੱਡੀ ਦੀ ਚਾਬੀ ਵੀ ਦੇ ਦਿੰਦੇ, ਜਾ ਵੀ ਲੈ ਜਾ, ਕਿਉਂਕਿ ਪਤਾ ਹੈ ਸੰਭਾਲਣ ਦੇ ਲਾਇਕ ਜਾਂ ਨਹੀਂ। ਇਸ ਲਈ ਇੱਕ ਵਾਰ ਫਿਰ ਕਹਾਂਗੇ, ਯਾਦ ਰੱਖਿਓ ਕਿ ਪ੍ਰਮਾਤਮਾ ਜੋ ਅਸੀਂ ਮੰਗਦੇ ਹਾਂ ਉਹ ਨਹੀਂ ਸਾਨੂੰ ਦਿੰਦਾ, ਜੋ ਸਾਡੀਆਂ ਇੱਛਾਵਾਂ ਹੈ ਉਹ ਨਹੀਂ ਸਾਨੂੰ ਦਿੰਦਾ ਕਿ ਅਸੀਂ ਮੰਗਦੇ ਕੀ ਹੈ। ਪ੍ਰਮਾਤਮਾ ਸਾਨੂੰ ਦੇਖਦਾ ਹੈ ਕਿ ਤੂੰ ਲਾਇਕ ਕਿਸ ਚੀਜ਼ ਦੇ ਹੈ, ਉਹ ਦਿੰਦਾ ਹੈ ਸਾਨੂੰ। ਜਿੱਦਾਂ ਫਰਜ਼ ਕਰੋ, ਇੱਕ ਮਜ਼ਦੂਰ ਸਾਰਾ ਦਿਨ ਫੈਕਟਰੀ 'ਚ ਕੰਮ ਕਰਦਾ ਹੈ, ਤਨਖਾਹ ਉਹਨੂੰ ਮਿਲਦੀ ਹੈ 5000 ਮਹੀਨੇ ਦੀ, ਤਾਂ ਉਹ ਮਾਲਿਕ ਨੂੰ ਕਹੇ ਨਹੀਂ ਜੀ ਮੈਨੂੰ ਤਾਂ ਲੱਖ ਚਾਹੀਦਾ ਹੈ, ਤਾਂ ਮਾਲਿਕ ਉਹਨੂੰ ਦੇ ਦੇਗਾ? ਉਹਨਾਂ ਕਹਿਣਾ ਲਾਇਕ ਬਣ ਕੇ ਦਿਖਾ, ਮੈਂ ਲੱਖ ਮੈਨੇਜਰ ਨੂੰ ਦੇ ਰਿਹਾ ਕਿਉਂਕਿ ਉਸ ਲਾਇਕ ਹੈ, ਉਹ ਉਨਾ ਕਰ ਵੀ ਰਿਹਾ ਹੈ। ਤੁਸੀਂ ਵੀ ਉਹਨਾਂ ਕਰਕੇ ਦਿਖਾਓ, ਲਾਇਕ ਬਣ ਕੇ ਦਿਖਾਓ, ਤਾਂ ਤੁਹਾਨੂੰ ਵੀ ਕੰਪਨੀ ਦੇਗੀ, ਕਿਉਂਕਿ ਉਹ ਤਾਂ ਦੇਣ ਨੂੰ ਹੀ ਬੈਠਾ ਹੈ। ਪਰ ਆਪਣੇ ਆਪ ਨੂੰ ਉਸ ਲਾਇਕਤਾ ਬਣਾਓ ਕਿ ਅਸੀਂ ਜੋ ਸੋਚ ਰਹੇ ਹਾਂ ਉਹਨੂੰ ਪ੍ਰਾਪਤ ਕਰਨ ਦੇ ਲਾਇਕ ਬਣ ਸਕੀਏ। ਅਸੀਂ ਸਮਝ ਆ ਗਈ ਸਾਰਿਆਂ ਨੂੰ? ਇਸ ਲਈ ਲਾਇਕ ਬਣੀਏ। ਨਲਾਇਕ ਬੰਦੇ ਨੂੰ ਤਾਂ ਮਾਂ-ਬਾਪ ਕੁਛ ਨਹੀਂ ਦਿੰਦੇ, ਕਹਿੰਦੇ ਨਲਾਇਕ ਬੱਚਾ ਹੈ ਭਾਈ, ਇਹਨੂੰ ਕੀ ਦੇਣਾ ਹੈ, ਤਾਂ ਫਿਰ ਰੱਬ ਕੋਲੋਂ ਕੀ ਲੱਭਦੇ ਹਾਂ ਅਸੀਂ? ਇਸ ਲਈ ਜੋ ਬੰਦਾ ਕਹਿੰਦਾ ਮੈਂ ਪਾਪੀ, ਮੈਂ ਗੁਨਾਹਗਾਰ, ਤੇਰਾ ਕੰਮ ਹੈ ਤਾਰਨਾ, ਤਾਂ ਫਿਰ ਤੁਸੀਂ ਬੈਠੇ ਕਿ ਤਾਰਨ ਨੂੰ ਹੈ? ਤੁਹਾਡੇ ਵਾਲੀ ਰੱਬ ਨੇ ਦੇਖਣਾ ਹੈ? ਨਹੀਂ, ਨਲਾਇਕਾਂ ਵੱਲ ਤਾਂ ਉਹ ਦੇਖਦਾ ਹੀ ਨਹੀਂ ਹੈ। ਆਪਣੇ ਆਪ ਨੂੰ ਲਾਇਕ ਬਣਾਉਣਾ ਪੈਂਦਾ ਹੈ, ਆਪਣੇ ਆਪ ਨੂੰ ਉੱਪਰ ਉਠਾਉਣਾ ਪੈਂਦਾ ਹੈ। ਇਸ ਲਈ ਇੱਕ ਚੀਜ਼ ਅਸੀਂ ਜ਼ਿੰਦਗੀ 'ਚ ਕਦੀ ਨਹੀਂ ਕਹੀ ਕਿ ਰੱਬਾ ਮੈਂ ਗੁਨਾਹਗਾਰ, ਮੈਂ ਪਾਪੀ, ਮੈਨੂੰ ਬਖਸ਼ ਲੈ। ਇਹ ਗੱਲ ਤੁਸੀਂ ਵੀ ਕਦੀ ਨਾ ਕਹੋ। ਆਪਣੇ ਆਪ ਨੂੰ ਗੁਨਾਹਗਾਰ ਮੰਨਾਂਗੇ ਤਾਂ ਗੁਨਾਹ ਹੀ ਕਰਦੇ ਜਾਵਾਂਗੇ। ਮੰਨੋ ਕਿ ਮੈਂ ਰੱਬ ਦਾ ਬੱਚਾ ਹਾਂ, ਮੈਂ ਅੱਛਾ ਹੀ ਕਰਨ ਆਇਆ ਹਾਂ, ਅੱਛਾ ਕਰਕੇ ਦਿਖਾਣਾ ਹੈ, ਫੇਰ ਹੀ ਪ੍ਰਮਾਤਮਾ ਕਹੇਗਾ ਵਾਕਈ ਮੇਰੇ ਬੇਟੇ ਦੇ ਗੁਣ ਹੈ। ਕਿਉਂਕਿ ਜੇ ਉਹਨਾਂ ਮੈਨੂੰ ਆਪਣਾ ਸਮਝਿਆ ਹੈ ਤਾਂ ਉਦਾਂ ਦਾ ਬਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਪਰ ਜਿਹੜਾ ਬੰਦਾ ਮੈਂ ਪਾਪੀ, ਮੇਰਾ ਕੰਮ ਹੀ ਪਾਪ ਕਰਨਾ ਹੈ, ਯਾਨੀ ਇਹਦੇ ਅੰਦਰ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ, ਇਹਨਾਂ ਦਾ ਪਾਪ ਹੀ ਕਰਨੇ ਹੈ, ਤਾਂ ਐਸੇ ਪਾਪੀ ਬੰਦੇ ਨੂੰ ਕਿੱਥੋਂ ਮੰਜ਼ਿਲ ਮਿਲਣੀ ਹੈ? ਕਿਉਂਕਿ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਕਹਿੰਦੇ ਹਾਂ, ਉਹੀ ਅਸੀਂ ਬਣਦੇ ਵੀ ਚਲੇ ਜਾਂਦੇ ਹਾਂ। ਤਾਂ ਜੇ ਅਸੀਂ ਕਵਾਂਗੇ ਮਾਲਕ ਦੇ ਬੱਚੇ, ਇੱਕ ਪਾਸੇ ਕਹਿੰਦੇ ਮੈਂ ਆਪਣੇ ਮਾਲਕ ਦਾ ਬੱਚਾ ਹਾਂ, ਦੂਜੇ ਪਾਸੇ ਮੈਂ ਪਾਪੀ, ਫਿਰ ਤਾਂ ਆਪਣੇ ਮਾਂ ਬਾਪ ਦੇ ਨਾਂ ਨੂੰ ਬੜਾ ਰੋਸ਼ਨ ਕਰ ਰਹੇ ਹਾਂ, ਹੋਵੇ ਮਾਲਕ ਦਾ ਤਾਂ ਹੋਵੇ ਪਾਪੀ। ਜੇ ਮਾਲਕ ਦਾ ਬੱਚਾ ਆਪਣੇ ਆਪ ਨੂੰ ਮੰਨਦਾ ਹੈ ਤਾਂ ਅੱਛਾਈ ਕਰਕੇ ਦਿਖਾ, ਅੱਛਾ ਬਣ ਕੇ ਦਿਖਾ ਕਿ ਮੇਰੇ ਵਰਗਾ ਅੱਛਾ ਦੁਨੀਆ ਤੇ ਕੋਈ ਨਹੀਂ ਹੈ। ਇੱਕ ਗੱਲ ਯਾਦ ਰੱਖੋ, ਇੱਕ ਬੰਦਾ ਕਹਿੰਦਾ ਮੇਰੇ ਵਰਗਾ ਅੱਛਾ ਦੁਨੀਆ ਤੇ ਕੋਈ ਨਹੀਂ ਹੈ, ਉਹ ਅੱਛਾਈ ਕਰਕੇ ਦਿਖਾਉਂਦਾ ਹੈ ਤਾਂ ਉਹ ਉਹਦਾ ਪਿਆਰ ਹੈ, ਉਹਦਾ ਗੁਣ ਹੈ। ਤੇ ਇੱਕ ਬੰਦਾ ਕਰਦਾ ਬੁਰਾ ਹੈ ਪਰ ਫਿਰ ਵੀ ਕਹਿੰਦਾ ਮੇਰੇ ਵਰਗਾ ਅੱਛਾ ਕੋਈ ਨਹੀਂ ਹੈ, ਉਹਦਾ ਹੰਕਾਰ ਹੈ। ਸਮਝਦੇ ਹੋ ਕਿ ਨਹੀਂ? ਇਹਦਾ ਕਈ ਕਰਦੇ ਨਹੀਂ ਹੈ, ਜਵਾਨੋਂ ਹੀ ਕਹਿਣਗੇ ਲੈ ਮੈਂ ਬੜਾ ਚੰਗਾ ਬੰਦਾ ਹਾਂ, ਬੜਾ ਨੇਕ ਬੰਦਾ ਹਾਂ, ਮੇਰੇ ਵਰਗਾ ਅੱਛਾ ਦੁਨੀਆ ਤੇ ਕੋਈ ਹੈ ਹੀ ਨਹੀਂ। ਪਰ ਨਾਲ ਹੀ ਦੇਖੋ ਕਿਸੇ ਨਾਲ ਲੜ ਰਿਹਾ, ਕਿਸੇ ਨੂੰ ਝਗੜਾ ਕਰ ਰਿਹਾ, ਤੇ ਇਹਦਾ ਮਤਲਬ ਹੰਕਾਰੀ ਬੰਦਾ ਹੈ, ਬੋਲ ਬੜੇ ਬੜੇ ਬੋਲਦਾ ਹੈ, ਪੱਲੇ ਦੇ ਕੁਛ ਵੀ ਹੈ ਨਹੀਂ। ਤੇ ਇੱਕ ਬੰਦਾ ਹੈ ਕਹਿੰਦਾ ਮੈਂ ਅੱਛਾ ਹਾਂ, ਤਾਂ ਅੱਛਾ ਕਰਕੇ ਵੀ ਦਿਖਾਉਂਦਾ ਹੈ।
सोना सोना मेरा मुर्शिद सोना, सोना सोना मेरा